ਕਿੰਨੇ ਜਾਣੇ ਤੁਸੀਂ ਗਏ ਸੀਗੇ? ਇਹ ਇਕੱਲੇ ਤੁਸੀਂ ਬਾਹਰ ਗਏ ਸੀਗੇ ਕਿ ਹੋਰ ਵੀ ਤੁਹਾਡੇ ਨਾਲ ਗਰੁੱਪ ਭੇਜਿਆ ਸੀਗਾ ਇਕੱਠਾ? ਅਸੀਂ ਵੈਸੇ ਪਿੰਡ ਦੇ ਤਾਂ 2 ਮੁੰਡੇ ਗਏ ਸੀਗੇ ਜੀ। ਬਾਕੀ ਮਤਲਬ ਕਿ ਮੇਰੇ ਪਿੰਡ ਦੇ ਵੀ ਕਾਫੀ ਗਏ ਸੀਗੇ। ਤੋਂ ਗਾਹਾਂ ਤੇ ਜਦੋਂ ਆਪਾਂ ਜੰਗਲ ਦੇ ਵਿੱਚ ਜਾਂਦੇ ਜਦੋਂ ਗਾਹਾਂ ਆਪਾਂ ਨੂੰ ਕਾਫੀ ਮੁੰਡੇ ਮਿਲ ਜਾਂਦੇ ਆ ਜੀ। ਅੱਛਾ। ਤੇ 30 ਦੇ 40 ਦੇ ਗਰੁੱਪ ਆਪਣੇ ਏਜੰਟ ਗਾਹਾਂ ਭੇਜਦੇ ਨੇ ਜੰਗਲ ਦੇ ਵਿੱਚ ਐਂਟਰ ਕਰਾਉਂਦੇ ਨੇ। ਆਇਲਸ ਵਾਲੇ ਦਾ ਪੇ ਆਫਟਰ ਵੀਜ਼ਾ ਕਹਿੰਦੇ ਨੇ, ਇਹਦਾ ਕੀ ਹਿਸਾਬ ਹੁੰਦਾ? ਪਹਿਲਾਂ ਜੀ ਜਦੋਂ ਜਿੱਕਣਾ ਏਜੰਟ ਨੂੰ ਆਪਾਂ ਨੂੰ ਥੋੜੇ ਪੈਸੇ ਦੇਣੇ ਪੈਂਦੇ ਆ। ਜਦੋਂ ਆਪਾਂ ਬਾਰਡਰ ਕ੍ਰਾਸ ਕਰਨਾ, ਜਦੋਂ ਆਪਾਂ ਮੈਕਸੀਕੋ ਪਹੁੰਚ ਜਾਂਦੇ ਆ, ਫਿਰ ਉੱਥੋਂ ਜਾ ਕੇ ਆਪਾਂ ਨੂੰ ਸਾਰੀ ਪੇਮੈਂਟ ਦੇਣੀ ਪੈਂਦੀ ਹੈ ਏਜੰਟ। 10 ਕਿਲੋਮੀਟਰ ਮਤਲਬ ਕਿ ਅਸੀਂ ਬਹੁਤ ਜ਼ਿਆਦਾ ਜੰਗਲ ਦੇ ਅੰਦਰ ਚਲੇ ਗਏ। ਅੱਛਾ। ਤੇ ਜਿਹੜਾ ਮਾਫੀਆ ਕਹਿੰਦੇ ਆ ਆਪਾਂ, ਜਿਨ੍ਹਾਂ ਨੂੰ ਕਿ ਅੰਦਰ ਲੁੱਟ ਖੋਹ ਕਰਨੇ ਵਾਲੇ ਹੁੰਦੇ ਆ ਜੀ। ਤੇ ਉਹ ਸਾਨੂੰ ਮਿਲੇ, ਉਹ ਮਿਲੇ ਵੇ ਉਹ ਕਹਿ ਰਹੇ ਆ ਵੀ ਸਾਨੂੰ ਕਿ ਜਾਂ $20 ਦੇ ਦਿਓ, ਤੁਹਾਨੂੰ ਅਸੀਂ ਸਿੱਧਾ ਰਸਤਾ ਪਾ ਦਿੰਦੇ ਹਾਂ। ਅਸੀਂ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ, ਅਸੀਂ ਦੇ ਨਹੀਂ ਸਕਦੇ। ਤਾਂ ਫਿਰ ਉਹਨਾਂ ਨੇ ਕਿਆ ਕਰਿਆ, ਉਹ ਕਹਿੰਦੇ ਵੀ ਅਸੀਂ ਇੱਧਰ ਨੂੰ ਜਾਣ ਨਹੀਂ ਦੇਣਾ। ਜਿਹੜਾ ਮੇਨ ਰਸਤਾ ਸੀਗਾ ਉਹਨਾਂ ਨੇ ਉੱਥੋਂ ਜਾਣ ਨਹੀਂ ਦਿੱਤਾ। ਅਸੀਂ ਆਪਣਾ ਰਸਤਾ ਆਪਣੇ ਆਪ ਜੱਜ ਕਰ ਲਿਆ ਵੀ ਅਸੀਂ ਇਹ ਰਸਤੇ ਨੂੰ ਚੱਲਦੇ ਹਾਂ। ਜਦ ਤੁਹਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ $20 ਸਾਨੂੰ ਦੇ ਦਿਓ, ਉਸ ਤੋਂ ਪਹਿਲਾਂ ਕਿੰਨੇ ਦਿਨ ਹੋ ਗਏ ਸੀ ਤੁਰਦੇ ਨੂੰ ਤੁਹਾਨੂੰ? ਉਸ ਤੋਂ ਪਹਿਲਾਂ ਮੈਨੂੰ 4 ਜਾਂ 5 ਦਿਨ ਹੋ ਗਏ ਸੀਗੇ ਜੀ। ਲਗਾਤਾਰ ਤੁਰਦੇ ਰਹੇ? ਲਗਾਤਾਰ ਤੁਰਦੇ ਰਹਿੰਦੇ ਜੀ। ਕਿ ਰਾਤ ਦੇ ਕਿ ਜੰਗਲਾਂ ਦੇ ਵਿੱਚ ਛੇਤੀ ਹਨੇਰਾ ਹੋ ਜਾਂਦਾ ਥੋੜ੍ਹਾ, ਤੇ 5 ਵਜੇ ਅਸੀਂ ਕਿ ਜਗ੍ਹਾ ਲੱਭਣ ਲੱਗ ਜਾਂਦੇ ਤੇ ਵੀ ਕਿੱਥੇ ਰਹਿਣਾ। ਜਦੋਂ ਕਿ ਅਸੀਂ ਜੰਗਲ ਚੋਂ ਬਾਹਰ ਹੋਏ ਆ, ਪਹਿਲਾਂ ਜਾਂਦੀ ਸਾਰੇ ਘਰਦਿਆਂ ਨੂੰ ਫੋਨ ਕਰਿਆ। ਫੋਨ ਕਰਦੇ ਸਮੇਂ ਉਹਦੇ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਖਾਣ ਪੀਣ ਨੂੰ ਹੈਗਾ, ਜਦੋਂ ਉੱਥੋਂ ਅਸੀਂ ਖਾਣ ਲੱਗੇ, ਉਹ ਤੋਂ ਬਾਅਦ ਸਾਨੂੰ ਅਸੀਂ ਜੇ ਖਾ ਵੀ ਲੈਂਦੇ ਤੇ ਨਾ ਤਾਂ ਵੀ ਸਾਡੀ ਭੁੱਖ ਨਹੀਂ ਮਿਟਦੀ ਸੀਗੀ। ਜਦੋਂ ਸਾਡਾ 1 ਜਾਂ 2 ਦਿਨ ਰਹਿ ਗਿਆ ਸੀਗਾ ਜੰਗਲ ਚੋਂ ਬਾਹਰ ਨਿਕਲਣ ਲੱਗੇ, ਤੇ ਸਾਨੂੰ ਰਸਤੇ ਦੇ ਵਿੱਚ ਨਾ ਇੱਕ ਆਪਣਾ ਕਿ ਜਿੱਦਾਂ ਕਹਿ ਦਈਏ 40-45 ਸਾਲ ਦੀ ਉਮਰ ਹੋ ਗਈ, ਤੇ ਉਹ ਬਜ਼ੁਰਗ ਜਿਹਾ ਹੋ ਗਿਆ ਸੀਗਾ ਜੀ ਕਾਫੀ। ਕਿ ਉਹ ਸਾਨੂੰ ਮਿਲਿਆ ਤੇ ਉਹ ਬੈਠਾ ਸੀਗਾ। ਜਦੋਂ ਅਸੀਂ ਉਹਦੇ ਕੋਲ ਗਏ ਤਾਂ ਅਸੀਂ ਕਿਹਾ ਵੀ ਬਾਬਾ ਜੀ ਕਿਆ ਹੋਇਆ ਤੁਹਾਨੂੰ, ਹੈ ਨਾ? ਤੇ ਉਹ ਤਾਂ ਤੁਰਿਆ ਨਹੀਂ ਜਾ ਰਿਹਾ ਸੀਗਾ। ਆਪਣਾ ਪੰਜਾਬੀ ਸੀਗਾ ਜੀ, ਪੰਜਾਬ ਦਾ ਹੀ ਸੀਗਾ, ਤੇ ਉਹਨਾਂ ਤੋਂ ਤੁਰਿਆ ਨਹੀਂ ਜਾ ਸਕਦਾ। ਜਿੰਨਾ ਸਾਤੋਂ ਮਦਦ ਹੋਈ ਉਹਨਾਂ ਨੂੰ ਅਸੀਂ ਲਿਜਾਣ ਦੀ ਕੋਸ਼ਿਸ਼ ਕਰੀ, ਕਿਉਂਕਿ ਬੰਦਾ ਆਪ ਵੀ ਬਹੁਤ ਥੱਕਿਆ ਵਾ ਹੁੰਦਾ, ਆਪ ਖੁਦ ਨਹੀਂ ਤੁਰਿਆ ਜਾਂਦਾ ਹੈਗਾ। ਜਿੰਨੀ ਦੂਰ ਤੱਕ ਅਸੀਂ ਲਿਜਾ ਸਕੇ ਉਹਨੂੰ ਲੈ ਗਏ। ਤੇ ਜਿੰਨਾ ਕੁ ਕਿ ਕਿਸੇ ਕੋਲ ਕਿ ਬਿਸਕੁਟ ਵਗੈਰਾ ਜਾਂ ਕੋਈ ਟੌਫੀ ਵਗੈਰਾ ਦਿੱਤੀ ਹੈਗੀ, ਜਿੰਨਾ ਕੁ ਹੈਗਾ ਪਾਣੀ ਪੂਣੀ ਦੀ ਬੋਤਲਾਂ ਭਰ ਕੇ ਅਸੀਂ ਕਿ ਉਹਨਾਂ ਨੂੰ ਜਿੰਨਾ ਕੁ ਮਦਦ ਕਰ ਸਕਦੇ ਉਹਨਾਂ ਦੀ ਕਰਕੇ ਉੱਥੇ ਉਹਨੂੰ ਉੱਥੇ ਛੱਡੀ। ਮੈਕਸੀਕੋ ਦੀ ਬਾਰਡਰ ਟੱਪ ਗਏ। ਹਾਂਜੀ। ਉਸ ਤੋਂ ਬਾਅਦ ਫਿਰ ਕੀ ਹੁੰਦਾ? ਫਿਰ ਅਮਰੀਕਾ ਆ ਜਾਂਦਾ। ਉਹ ਤਾਂ ਫਿਰ ਅਮਰੀਕਾ ਦੀ US ਆਰਮੀ ਜਿਹੜੀ ਫੜ ਲੈਂਦੀ ਹੁੰਦੀ ਆ ਉੱਥੇ ਕਿ ਕਿਸਮਤ ਆ। ਕਈਆਂ ਨੂੰ ਆਰਮੀ ਮਿਲ ਜਾਂਦੀ ਹੈ ਫੜਨ, ਬਾਰਡਰ ਪੈਟਰੋਲਿੰਗ ਵਾਲੇ ਕਿ ਗੇੜਾ ਕੱਢਦੇ ਫਿਰਦੇ ਹੁੰਦੇ ਆ। ਕਈਆਂ ਨੂੰ ਮਿਲ ਜਾਂਦੇ ਆ, ਕਈਆਂ ਨੂੰ ਨਹੀਂ ਮਿਲਦੇ। ਜਿਨ੍ਹਾਂ ਨੂੰ ਨਹੀਂ ਮਿਲਦੇ ਜੀ ਉਹ ਕਿ ਸੇਫ ਪਹੁੰਚ ਜਾਂਦੇ ਆ, ਅੰਦਰ ਐਂਟਰ ਹੋ ਜਾਂਦੇ ਆ ਅਮਰੀਕਾ ਦੇ। ਹਾਂਜੀ, ਅਮਰੀਕਾ ਦੇ ਅੰਦਰ। ਜਿੱਕਣ ਹੁਣ ਸਾਨੂੰ ਕਿ ਪੁਲਿਸ ਮਿਲ ਗਈ ਸੀਗੀ ਅਮਰੀਕਾ ਦੀ, ਉਹਨਾਂ ਨੇ ਸਾਨੂੰ ਅਰੈਸਟ ਕਰਕੇ ਕਿ ਚੌਂਕੀ ਦੇ ਵਿੱਚ ਲੈ ਜਾਂਦੇ ਆ, ਜਿੱਦਾਂ ਆਪਣੇ ਕੋਈ ਥਾਣਾ ਕਹਿ ਦਈਏ। ਕਿ ਉੱਦਾਂ ਲੈ ਜਾਂਦੇ ਆ। ਉੱਥੇ ਲਿਜਾ ਕੇ ਆਪਣੇ ਕਿ ਸਾਰੀ ਤਲਾਸ਼ੀ ਵਗੈਰਾ ਲੈਂਦੇ ਆ। ਲੈ ਕੇ ਫਿਰ ਉਹ ਆਪਾਂ ਨੂੰ ਨਾ ਟੌਰਚਰ ਕਰਦੇ ਆ ਥੋੜ੍ਹਾ ਟਾਈਮ। ਉਹਨਾਂ ਨੂੰ ਟੌਰਚਰ ਇੱਦਾਂ ਦਾ ਕਿ ਉਹਨਾਂ ਨੇ ਇੱਕ ਸ਼ਰਟ ਦੇਣੀ ਆਪਾਂ ਨੂੰ ਬਸ, ਸਿਰਫ ਜੇ ਆਪਾਂ ਨੇ 2-3 ਸ਼ਰਟਾਂ ਪਾਈਆਂ, ਸਿਰਫ ਇੱਕ ਸ਼ਰਟ ਰਹੂਗੀ ਆਪਣੇ। ਤੇ ਜੇ ਆਪਣੇ ਕੋਈ ਨਿੱਕਰ ਵਗੈਰਾ ਪਾਈ ਹੋਈ ਉਹ ਵੀ ਥੱਲੇ ਤੇ ਕਢਾ ਕੇ ਇਕੱਲੀ ਇੱਕ ਲੋਅਰ ਰਹੂਗੀ ਆਪਣੇ। ਤੇ ਉਹਨਾਂ ਨੇ ਇੱਕ ਆਪਾਂ ਨੂੰ AC ਵਾਲੇ ਕਮਰੇ ਦੇ ਵਿੱਚ ਬੰਦ ਕਰ ਦੇਣਾ। AC ਫੁੱਲ ਛੱਡ ਦੇਣਾ, ਕਿ ਸਾਰਾ ਬੰਦ ਹੋਊਗਾ ਕਮਰਾ। AC ਫੁੱਲ ਛੱਡ ਕੇ ਕਿ ਇੱਕ ਜਿੱਦਾਂ ਫਾਈਲ ਪੇਪਰ ਹੁੰਦਾ ਉਹ ਦੇ ਦੇਣਾ ਸਿਰਫ ਦਾਲੇ ਲੈਣ ਦੀ। ਤੇ ਬਸ ਉਹਨਾਂ ਨੇ ਆਪਾਂ ਨੂੰ ਅੰਦਰ ਬੰਦ ਕਰਕੇ AC ਵਿੱਚ ਛੱਡ ਦੇਣਾ। ਉਹ 1 ਦਿਨ ਰਹਿ ਸਕਦੇ। ਕੋਈ ਮੁੰਡੇ 10-10 ਦਿਨ ਵੀ ਰਹਿੰਦੇ ਆ, 8-8 ਦਿਨ ਵੀ ਰਹਿੰਦੇ ਆ, ਜਾਂ 2 ਦਿਨ ਵੀ ਰਹਿੰਦੇ ਆ। AC ਵਾਲਾ ਟੌਰਚਰ ਕਰਦੇ ਆ, ਹੋਰ ਕੋਈ ਨਹੀਂ। ਜਿਹੜੇ ਤੁਸੀਂ 40 ਜਣਿਆਂ ਦਾ ਗਰੁੱਪ ਗਿਆ ਸੀਗਾ, ਮੈਕਸੀਕੋ ਬਾਰਡਰ ਟੱਪੇ ਸੀਗੇ, ਉਹਦੇ ਵਿੱਚੋਂ ਕਿੰਨੇ ਜਾਣੇ ਫਿਰ ਸੇਫਲੀ ਚੱਲ ਗਏ ਸੀ ਤੇ ਕਿੰਨੇ ਜਾਣੇ ਜਿਹੜੇ ਪੁਲਿਸ ਦੇ ਹੱਥੇ ਚੜ ਗਏ ਸੀ? ਜਿਨ੍ਹਾਂ ਦੇ ਤਾਂ ਮੁੰਡਿਆਂ ਨੇ ਕਿ ਪੈਸੇ ਵੀ ਦੇਤੇ ਸੀਗੇ, ਕਈ ਕਿ 15-15 ਲੱਖ ਰੁਪਏ ਲੈਦਾ ਦੇਣਾ ਪੈਂਦਾ ਉਹਨਾਂ ਲਈ। ਤੇ ਜੋ ਉਹਦੇ ਵਾਸਤੇ ਵੀ ਅੱਡ ਪੈਸੇ ਦੇਣੇ? ਹਾਂਜੀ, ਉਹਦੇ ਵਾਸਤੇ ਆਪਾਂ ਨੂੰ ਮੈਕਸੀਕੋ ਜਾ ਕੇ ਕਿ ਮਾਫੀਆ ਨੂੰ ਉਹ ਮਾਫੀਆ ਦੀ ਸੈਟਿੰਗ ਹੁੰਦੀ। ਉਹਨਾਂ ਨੇ ਕਿ ਅੰਡਰਗਰਾਊਂਡ ਸੁਰੰਗਾਂ ਪੱਟੀਆਂ ਹੋਈਆਂ ਹੁੰਦੀਆਂ ਥੱਲੇ ਨੂੰ, ਉਹ ਸਿੱਧਾ ਜਾ ਕੇ ਘਰਾਂ ਦੇ ਅੰਦਰ ਨਿਕਲਦੀਆਂ। ਕਈ ਕਿ ਕਈਆਂ ਦੀ ਸੈਟਿੰਗ ਹੁੰਦੀ ਆ, ਜਾਂ ਉਹ ਜੰਗਲਾਂ 'ਚ ਨੂੰ ਪਾਰ ਕਰਾ ਕੇ, ਕਈਆਂ ਦੀ ਗੱਡੀਆਂ ਖੜੀਆਂ ਹੁੰਦੀਆਂ ਅੱਗੇ, ਜਾਂ ਕਾਰਾਂ ਜਾਂ ਕੋਈ ਟਰੱਕਾਂ 'ਚ ਬਿਠਾ ਕੇ ਪਾਰ ਕਰਾ ਦਿੰਦੇ ਆ। ਹਰੇਕ ਦੇ ਲੈਦੇ ਤਰੀਕੇ ਪਾਰ ਸੇਫ ਕੱਢਣ ਦੇ। ਅੱਛਾ। ਤੇ ਜਿਹਨੇ ਪੈਸੇ ਦੇਤੇ ਉਹਨੂੰ? ਹਾਂਜੀ, ਜਿਨ੍ਹਾਂ ਦੇ 15 ਲੱਖ ਰੁਪਏ ਦੇਤਾ ਉੱਥੇ ਜਾ ਕੇ ਉਹਨਾਂ ਨੂੰ ਆਪਾਂ ਗਾਹਾਂ ਸੇਫ ਕੱਢ ਦਿੰਦੇ ਆ। ਅੱਛਾ। ਤੇ ਕਈ ਦੇ ਨਹੀਂ ਸਕਦੇ ਤਾਂ ਉਹ ਆਪਣਾ ਆਪ ਹੀ ਮਿਹਨਤ ਕਰਦੇ ਸੇਫ ਨਿਕਲਣ ਦੀ, ਜਾਂ ਨਿਕਲ ਜਾਂਦੇ ਆ, ਨਹੀਂ ਉਹ ਫੜ ਹੋ ਜਾਂਦੇ। ਉਹਨਾਂ ਦਾ ਖਾਣਾ ਤਾਂ ਖਾਇਆ ਨਹੀਂ ਜਾਂਦਾ ਤਾਂ ਜੀ, ਉਹਨਾਂ ਨਾਲ ਤਾਂ ਟਾਈਮ ਨਹੀਂ ਲੰਘਦਾ। ਜਿਹੜੇ 10 ਮਹੀਨੇ ਮੈਂ ਕੱਢੇ ਆ ਉਹ ਕਿ ਬਹੁਤ ਔਖੇ ਕੱਢੇ ਆ, ਕਿ ਰੋ ਕੇ ਕੱਢੇ ਆ। ਫਿਰ ਉਹ ਟਾਈਮ ਯਾਦ ਆਉਂਦੀ ਸੀ ਘਰ ਦੀ? ਹਾਂਜੀ, ਉਹ ਟਾਈਮ ਆਉਂਦਾ ਤਾਂ ਯਾਦ ਬਹੁਤ ਆਉਂਦਾ ਤਾਂ। ਕਿ ਰੋਟੀ ਯਾਦ ਆਉਣੀ, ਮਾਂ ਦੇ ਹੱਥਾਂ ਦੀ ਰੋਟੀ ਯਾਦ ਆਉਣੀ ਆ ਵੀ। ਕਿ 10 ਮਹੀਨੇ ਤਾਂ ਉਹ ਗੱਲ ਲੈ ਦਿੱਤੀ ਜਿਹੜੇ ਮੈਂ ਪਿੱਛੇ ਤੋਂ ਸਫ਼ਰ ਕਰਕੇ ਆਇਆ। ਕਿ 1 ਸਾਲ ਟੋਟਲੀ ਮੈਂ ਰੋਟੀ ਨੂੰ ਤਰਸ ਗਿਆ ਸੀਗਾ ਜੀ। ਕੋਈ ਐਸੀ ਚੀਜ਼ ਹੋਵੇ ਵੀ ਜਿਹੜੀ ਉੱਥੋਂ ਦੀ ਹਜੇ ਵੀ ਜਿਹੜੀ ਲੂਹ ਕੰਡੇ ਖੜੀ ਕਰ ਦਿੰਦੀ ਹੋਵੇ, ਵੀ ਉਹ ਚੀਜ਼ ਮੈਂ ਕਦੇ ਦੇਖੀ ਨਹੀਂ ਤੇ ਨਾ ਹੀ ਮੈਂ ਦੇਖਣਾ ਚਾਹੂੰਗਾ ਕਿ ਜ਼ਿੰਦਗੀ ਦੇ ਵਿੱਚ? ਆਪਣਾ ਫਰੈਂਡ ਸਰਕਲ ਬੈਠੇ ਸੀਗੇ, ਸਾਰੇ ਬੈਠੇ ਸੀਗੇ। ਜਦੋਂ ਕਿ ਜਿਹੜੇ ਕਾਲੇ ਹੁੰਦੇ ਜੀ, ਉਹਨਾਂ ਨੇ ਕਿ ਸਾਡੇ ਨਾਲ ਕਿ ਮੇਰਾ ਫਰੈਂਡ ਸਰਕਲ ਸੀਗਾ, ਉਹਨਾਂ ਨਾਲ ਧੱਕਾ ਕਰਿਆ ਮਾੜਾ ਜਾ ਕੇ। ਉਹਨਾਂ ਦੀ ਰੋਟੀ ਪਾਣੀ ਵਗੈਰਾ ਚੱਕ ਕੇ ਖਾ ਜਾਂਦੇ ਤੇ ਮਾਫੀਆ ਟਾਈਪ ਅੰਦਰ ਕਿ ਗੁੰਡਾਗਰਦੀ ਕਰਦੇ ਸੀਗੇ। ਜੇਲ੍ਹ ਦੇ ਅੰਦਰ ਵੀ? ਹਾਂਜੀ, ਜੇਲ੍ਹ ਦੇ ਅੰਦਰ ਦੀ। ਅੱਛਾ। ਜਦੋਂ ਗੁੰਡਾਗਰਦੀ ਕਰਦੇ ਸੀਗੇ ਸਾਡੀ ਕਿ ਉਹਨਾਂ ਨਾਲ ਲੜਾਈ ਲੜੂਈ ਵਗੈਰਾ ਹੋ ਗਈ, ਤੇ ਆਪਣੇ ਇੰਡੀਅਨ ਸਾਰੇ ਉਹਨਾਂ ਨਾਲ ਲੜ ਪਏ।
ਲੜ ਕੇ ਤੇ ਉਹਨਾਂ ਨੇ ਸਾਨੂੰ ਮਤਲਬ ਕਿ 3 ਜਾਣੇ ਸੀਗੇ ਅਸੀਂ, ਮੇਰੇ ਫਰੈਂਡ, ਤੇ ਤਿੰਨਾਂ ਨੂੰ ਸਾਨੂੰ ਉਹਨਾਂ ਨੇ ਪੋਸੋ ਕਹਿੰਦੇ ਜੀ, ਮਤਲਬ ਕਿ ਜਿੰਦਾ ਕਹਿ ਦੀ ਆਪਾਂ, ਇੱਕ ਕਮਰਾ, ਬੰਦ ਕਮਰਾ, ਜਿਹਦੇ 'ਚ ਕੋਈ ਟਾਕੀ ਨਹੀਂ, ਕੋਈ ਮੋਰੀ ਨਹੀਂ, ਬੰਦ ਕਮਰਾ ਹੋਵੇ। ਅੱਛਾ। ਮਤਲਬ ਕਿ ਆਹੀ ਬੈੱਡ ਆ, ਜਿੱਦਾਂ ਬੈੱਡ ਦੇ ਵਿੱਚ ਮਤਲਬ ਕਿ ਲਾ ਕੇ ਬਾਥਰੂਮ ਆ, ਤੇ ਬਸ ਮਤਲਬ ਕਿ ਲਾ ਕੇ ਟੋਇਲਟ ਵਗੈਰਾ ਇੱਥੇ ਹੀ ਬੈੱਡ ਆ ਜੀ। ਮਤਲਬ ਬਿਲਕੁਲ ਬੰਦ ਆ, ਕੋਈ ਸੀਸਾ ਨਹੀਂ, ਕੋਈ ਟਾਕੀ ਨਹੀਂ ਵਗੈਰਾ, ਬਸ ਇੰਨਾ ਕੁ ਖਾਨਾ ਜੀ। ਉਹਦੇ 'ਚ ਰੋਟੀ ਆਉਂਦੀ ਤੀ, ਉਹਦੇ 'ਚ ਅਸੀਂ 40 ਦਿਨ ਕੱਢੇ ਆ। ਕਦੇ ਜੇ ਇੱਕ ਦੂਆ ਰੋ ਰਿਹਾ ਤਾਂ ਅਸੀਂ ਉਹਨੂੰ ਚੁੱਪ ਕਰਾਉਣਾ, ਜੇ ਮੈਂ ਰੋ ਰਿਹਾ ਤਾਂ ਉਹਨਾਂ ਨੇ ਮੈਨੂੰ ਕਰਾਉਣਾ। ਮਤਲਬ ਉੱਥੇ ਹੀ ਗਾਣੇ ਗੂਣੇ ਵਗੈਰਾ ਗਾ ਕੂ ਕੇ ਉਹਨਾਂ ਨੂੰ ਕਦੇ ਚਿੱਤ ਕੁਛ ਕਰਨਾ, ਤਾਂ ਉਹਨਾਂ ਨੇ ਕੋਈ ਗੱਲਾਂ ਬਾਤਾਂ ਕਰਕੇ ਮਤਲਬ ਸਾਰੇ 40 ਦਿਨ ਸਾਡੇ ਇਦਾਂ ਦੇ ਨਿਕਲੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ ਤਾਂ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਖਾਸ ਕਰ ਅੱਜ ਕੱਲ੍ਹ ਦੇ ਯੂਥ ਦੀ ਜੇ ਮੈਂ ਗੱਲ ਕਰਾਂ ਦਰਸ਼ਕੋ, ਤਾਂ ਅੱਜ ਕੱਲ੍ਹ ਦੇ ਯੂਥ ਦਾ ਬਹੁਤ ਕਰੇਜ਼ ਹੈ ਬਾਹਰ ਜਾਣ ਦਾ। ਆਪਾਂ ਅਕਸਰ ਦੇਖਿਆ ਕਿ ਜਿਹੜਾ ਯੂਥ ਹੈ ਉਹ ਬਾਹਰ ਨੂੰ ਬਹੁਤ ਚੰਗਾ ਮੰਨਦਾ ਹੈ। 12ਵੀਂ ਕੀਤੀ ਤੇ ਬਾਅਦ ਉਸ ਤੋਂ ਬਾਅਦ ਬਸ ਇਹ ਹੁੰਦਾ ਵੀ ਆਇਲਸ ਕਰੀਏ ਤੇ ਅਸੀਂ ਬਾਹਰ ਜਾਈਏ, ਆਇਲਸ ਕਰੀਏ ਬਾਹਰ ਜਾਈਏ। ਕੋਈ ਕੈਨੇਡਾ ਜਾਂਦਾ ਹੈ, ਕੋਈ ਜਰਮਨੀ ਜਾਂਦਾ ਹੈ, ਵੱਖ-ਵੱਖ ਕੰਟਰੀਆਂ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜੇ ਲੋਕ ਨੇ ਜਾਂਦੇ ਨੇ, ਕੋਈ US ਜਾਂਦਾ ਹੈ। ਪਰ ਕਈ ਤਰੀਕੇ ਹੁੰਦੇ ਨੇ ਬਾਹਰ ਜਾਣ ਦੇ। ਤੁਸੀਂ ਵੀ ਸੁਣੇ ਹੋਣਗੇ ਕਿ ਕਈ ਤਰੀਕੇ ਹੁੰਦੇ ਨੇ। ਇੱਕ ਸਿੱਧਾ ਤਰੀਕਾ ਹੁੰਦਾ ਕਿ ਤੁਸੀਂ ਆਇਲਸ ਕੀਤੀ, ਉਸ ਤੋਂ ਬਾਅਦ ਤੁਸੀਂ ਬਾਹਰ ਚਲ ਗਏ। ਪਰ ਇੱਕ ਤਰੀਕਾ ਜ਼ਰੂਰ ਹੁੰਦਾ ਆ, ਉਹ ਥੋੜ੍ਹਾ ਰਿਸਕੀ ਜ਼ਰੂਰ ਹੁੰਦਾ, ਉਸ ਦੇ ਵਿੱਚ ਪੈਸੇ ਵੀ ਲੱਗਦੇ ਨੇ। ਡੌਂਕੀ ਲਗਾ ਕੇ ਬਾਹਰ ਜਾਣਾ, ਇਹ ਡੌਂਕੀ ਲਗਾ ਕੇ ਬਾਹਰ ਜਾਣਾ, ਡੌਂਕੀ ਲਗਾ ਕੇ ਆਪਾਂ ਅਕਸਰ ਸੁਣਿਆ ਹੁੰਦਾ। ਤੁਸੀਂ ਵੀ ਆਪਣੇ ਆਸ-ਪਾਸ ਦੇ ਵਿੱਚ, ਸੁਸਾਇਟੀ ਦੇ ਵਿੱਚ ਜ਼ਰੂਰ ਸੁਣਿਆ ਹੋਊਗਾ ਵੀ ਫਲਾਣੇ ਦਾ ਮੁੰਡਾ ਜਿਹੜਾ ਆ ਉਹ ਡੌਂਕੀ ਲਾ ਕੇ ਬਾਹਰ ਗਿਆ, ਆਹ ਮੁਸ਼ਕਲਾਂ ਆਈਆਂ। ਕਹਿ ਦਿੰਦੇ ਨੇ ਕਿ ਬਹੁਤ ਸੌਖਾ ਹੈ ਡੌਂਕੀ ਲਾ ਕੇ ਬਾਹਰ ਜਾਣਾ, ਪਰ ਡੌਂਕੀ ਲਗਾਉਣਾ ਬਹੁਤ ਔਖਾ ਕੰਮ ਹੈ। ਕੀ ਅਸਲ ਦੇ ਵਿੱਚ ਕਠਿਨਾਈਆਂ ਆਉਂਦੀਆਂ ਨੇ, ਕੀ ਔਕੜਾਂ ਆਉਂਦੀਆਂ ਨੇ, ਉੱਥੇ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਕਿੰਨੇ ਦਿਨ ਜਿਹੜੇ ਭੁੱਖੇ ਭਾਣੇ ਵੀ ਰਹਿਣਾ ਪੈਂਦਾ ਆ। ਇਸ ਸਮੇਂ ਅਸੀਂ ਪਿੰਡ ਗੋਪਾਲੋਂ ਦੇ ਵਿੱਚ ਮੌਜੂਦ ਹਾਂ ਜੀ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਇਹ ਪਿੰਡ ਪੈਂਦਾ। ਇੱਥੇ ਆਉਣ ਦਾ ਖਾਸ ਕਾਰਨ ਹੈ, ਇੱਕ ਬਾਈ ਮੇਰੇ ਨਾਲ ਬੈਠੇ ਨੇ, ਯੂਥ ਹੈ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਕਰੇਜ਼ ਹੈ ਬਾਹਰ ਜਾਣ ਦਾ, ਇਹਨਾਂ ਨੂੰ ਵੀ ਕਰੇਜ਼ ਸੀ ਕਿ ਅਸੀਂ ਬਾਹਰ ਜਾਣਾ ਹੈ। ਬਾਹਰ ਗਏ, ਪਰ ਇਹ ਡੌਂਕੀ ਲਗਾ ਕੇ ਗਏ ਸੀਗੇ। ਤੇ ਕਿਹੜੀ ਕਠਿਨਾਈਆਂ ਉੱਥੇ ਆਉਂਦੀਆਂ ਨੇ, ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਰੀ A to Z, ਵੀ ਹੁੰਦਾ ਕੀ ਹੈ, ਸ਼ੁਰੂਆਤ ਕਿੱਥੋਂ ਹੁੰਦੀ ਹੈ, ਤੇ ਵਾਪਸ ਇਹ ਬਾਈ ਕਿਉਂ ਆਏ ਨੇ, ਕੀ ਔਕੜਾਂ ਆਈਆਂ, ਕਿਵੇਂ ਕਿਹੜੇ ਜੇਲ੍ਹ ਦੇ ਵਿੱਚ ਰੱਖੇ, ਕੀ ਕੁਝ ਸਭ ਕੁਝ ਹੋਇਆ, ਆਪਾਂ ਗੱਲਬਾਤ ਕਰਾਂਗੇ। ਵੀਰੇ, ਸਭ ਤੋਂ ਪਹਿਲਾਂ ਸਵਾਗਤ ਹੈ। ਕੀ ਨਾਮ ਹੈ ਆਪਣਾ? ਵਰਿੰਦਰ ਸਿੰਘ ਜੀ। ਵਰਿੰਦਰ ਸਿੰਘ, ਕਿਹੜੇ ਸਾਲ ਦੇ ਵਿੱਚ ਤੁਸੀਂ ਬਾਹਰ ਜਾਣਾ, ਮਤਲਬ ਕਿ ਜਿਹੜਾ ਤੁਸੀਂ ਬਾਹਰ ਗਏ ਸੀਗੇ, ਕਿਹੜੇ ਸਾਲ ਦੇ ਵਿੱਚ ਗਏ ਸੀਗੇ? ਮੈਂ ਮਈ ਦੇ ਵਿੱਚ ਗਿਆ ਸੀਗਾ ਜੀ। ਮਈ 'ਚ? ਹਾਂਜੀ, 9 ਤਰੀਕ ਨੂੰ ਮਈ ਦੇ ਵਿੱਚ ਗਿਆ ਸੀਗਾ। ਅੱਛਾ, ਕਿੰਨੇ ਜਾਣੇ ਤੁਸੀਂ ਗਏ ਸੀਗੇ? ਇਹ ਇਕੱਲੇ ਤੁਸੀਂ ਬਾਹਰ ਗਏ ਸੀਗੇ ਕਿ ਹੋਰ ਵੀ ਤੁਹਾਡੇ ਨਾਲ ਗਰੁੱਪ ਭੇਜਿਆ ਸੀਗਾ ਇਕੱਠਾ? ਅਸੀਂ ਵੈਸੇ ਪਿੰਡ ਦੇ ਤੋਂ 2 ਮੁੰਡੇ ਗਏ ਸੀਗੇ ਜੀ। ਬਾਕੀ ਮਤਲਬ ਕਿ ਮੇਰੇ ਪਿੰਡ ਦੇ ਵੀ ਕਾਫੀ ਗਏ ਸੀਗੇ। ਤੂੰ ਗਾਹਾਂ ਤੇ ਜਦੋਂ ਆਪਾਂ ਜੰਗਲ ਦੇ ਵਿੱਚ ਜਾਂਦੇ, ਜਦੋਂ ਗਾਹਾਂ ਆਪਾਂ ਨੂੰ ਕਾਫੀ ਮੁੰਡੇ ਮਿਲ ਜਾਂਦੇ ਆ ਜੀ। ਅੱਛਾ। ਤੇ 30 ਤੇ 40 ਦੇ ਗਰੁੱਪ ਆਪਣੇ ਏਜੰਟ ਗਾਹਾਂ ਭੇਜਦੇ ਨੇ, ਜੰਗਲ ਦੇ ਵਿੱਚ ਐਂਟਰ ਕਰਾਉਂਦੇ ਨੇ। ਅੱਛਾ, ਸ਼ੁਰੂਆਤ ਵਰਿੰਦਰ, ਮੈਂ ਸਭ ਤੋਂ ਪਹਿਲਾ ਸਵਾਲ ਇਹੀ ਹੋਊਗਾ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ? ਮੰਨ ਲਓ ਇੱਕ ਬੰਦਾ ਆ, ਉਹਨੇ ਤੇ ਇੱਕ ਆਇਲਸ ਕਰ ਲਈ, ਇੱਕ ਉਹ ਤਰੀਕਾ ਹੋ ਗਿਆ। ਜਿਹੜਾ ਡੌਂਕੀ ਵਾਲਾ ਤਰੀਕਾ, ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਵੀ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਇਹਦਾ ਜੀ? ਬਸ ਮਤਲਬ ਕਿ ਜਿੱਦਾਂ ਹੁਣ ਆਪਾਂ ਜਦੋਂ ਏਜੰਟ ਆਪਣੇ ਦਿੱਲੀ ਰੱਖਦੇ ਆਂ, ਦਿੱਲੀ ਰੱਖ ਕੇ ਮਤਲਬ ਕਿ ਕਵਿਟੋ ਦੇ ਵਿੱਚ ਟਾਰਗੇਟ ਹੁੰਦਾ ਜੀ, ਮਤਲਬ ਕਵਿਟੋ ਪਹੁੰਚਾਉਣਾ। ਉੱਥੋਂ ਮਤਲਬ ਕਿ ਆਪਣਾ ਤੁਰਨੇ ਦਾ ਮਤਲਬ ਕਿ ਬੱਸਾਂ ਜਾਂ ਗੱਡੀਆਂ ਦਾ ਵਿੱਚ ਸਫ਼ਰ ਸ਼ੁਰੂ ਹੋ ਜਾਂਦਾ। ਤੇ ਜਦੋਂ ਮਤਲਬ ਕਿ ਆਪਣਾ ਕਵਿਟੋ ਪਹੁੰਚ ਗਏ, ਮਤਲਬ ਕਿ ਉਹਦੇ ਵਿੱਚੋਂ ਐਡਿਸ ਬਾਬਾ ਜਿਕਣਾ ਸਾਈ ਫੁੱਲੋ ਹੋ ਗਿਆ, ਇਹਨਾਂ ਦੇ ਵਿੱਚ ਮਤਲਬ ਕਿ ਸਟੇ ਹੁੰਦੀ ਆ, ਲੀਮਾ ਇਕਵਡੋਰ। ਤੇ ਮਤਲਬ ਕਿ ਜਦੋਂ ਆਪਾਂ ਕਵਿਟੋ ਪਹੁੰਚ ਗਏ, ਉਹ ਤੋਂ ਗਾਹਾਂ ਸਾਰਾ ਆਪਣਾ ਮਤਲਬ ਬੱਸਾਂ ਤੇ ਗੱਡੀਆਂ, ਇਹਨਾਂ ਦੇ ਵਿੱਚ ਸਫ਼ਰ ਸ਼ੁਰੂ ਹੋ ਜਾਂਦਾ। ਉਹਦੇ ਬਾਅਦ ਪਨਾਮਾ ਜਾ ਕੇ ਆਪਣਾ ਤੁਰਨ ਦਾ ਸਫ਼ਰ ਸ਼ੁਰੂ ਹੋ ਜਾਂਦਾ ਜੀ। ਅੱਛਾ, ਹਾਂਜੀ। ਅੱਛਾ, ਇੱਥੋਂ ਤੁਸੀਂ ਫਿਰ ਕਿੰਨੇ ਜਾਣੇ ਗਏ ਸੀਗੇ? ਇੱਥੋਂ ਮਤਲਬ ਕਿ ਇੱਕ ਮੈਂ ਸੀਗਾ ਜੀ, ਇੱਕ ਮੇਰਾ ਫਰੈਂਡ ਸੀਗਾ, ਤੇ ਸਾਡੇ ਪਿੱਛੇ ਮਤਲਬ ਕਿ ਜਾਣ ਬਗਰੋਂ ਕੁਝ ਕਾਫੀ ਮੁੰਡੇ ਆ ਗਏ ਸੀਗੇ। 2-3 ਮੁੰਡੇ ਹੋਰ ਤੁਰ ਪਏ ਸੀਗੇ ਪਿੰਡੋਂ। ਪਹਿਲਾਂ ਜਦ ਇੱਥੋਂ ਤੁਰੇ ਸੀਗੇ, ਫਿਰ ਵੀ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ ਕਿ ਪੈਸੇ ਬਾਅਦ 'ਚ ਦੇਣੇ ਪੈਂਦੇ ਨੇ? ਜਿਵੇਂ ਆਇਲਸ ਵਾਲੇ ਦਾ ਪੇ ਆਫਟਰ ਵੀਜ਼ਾ ਕਹਿੰਦੇ ਨੇ, ਇਹਦਾ ਕੀ ਹਿਸਾਬ ਹੁੰਦਾ ਵੀ ਪਹਿਲਾਂ ਪੈਸੇ ਦੇ ਕੇ ਤੁਸੀਂ ਏਜੰਟ ਨੂੰ ਪਹਿਲਾਂ ਪੈਸੇ ਦਿੰਦੇ ਹੋ ਜਾਂ ਏਜੰਟ ਫਿਰ ਤੁਹਾਨੂੰ ਭੇਜਦਾ ਅੱਗੇ? ਪਹਿਲਾਂ ਜੀ ਜਦੋਂ ਜਿੱਕਣਾ ਏਜੰਟ ਨੂੰ ਆਪਾਂ ਨੂੰ ਥੋੜ੍ਹੇ ਪੈਸੇ ਦੇਣੇ ਪੈਂਦੇ ਆ। ਜਦੋਂ ਆਪਾਂ ਬਾਰਡਰ ਕ੍ਰਾਸ ਕਰਨਾ, ਜਦੋਂ ਆਪਾਂ ਮੈਕਸੀਕੋ ਪਹੁੰਚ ਜਾਂਦੇ ਆ, ਫਿਰ ਉੱਥੋਂ ਜਾ ਕੇ ਆਪਾਂ ਨੂੰ ਸਾਰੀ ਪੇਮੈਂਟ ਦੇਣੀ ਪੈਂਦੀ ਹੈ ਏਜੰਟ ਨੂੰ। ਸਾਰੀ ਮਤਲਬ ਕਿ ਜਿੰਨੀ ਪੇਮੈਂਟ ਉਹਨਾਂ ਦੀ ਹੁੰਦੀ ਆ, ਸਾਰੀ ਫਾਈਨਲ ਕਰਕੇ ਫਿਰ ਉਹ ਬਾਰਡਰ ਕ੍ਰਾਸ ਕਰਾਉਂਦੇ ਆ। ਸ਼ੁਰੂਆਤ ਤੋਂ ਦੱਸੋ ਵੀ ਤੁਸੀਂ ਕਿੰਨੀ ਤਰੀਕ ਨੂੰ ਇੱਥੋਂ ਤੁਰੇ, ਅੱਗੇ ਕਿੱਥੇ ਪਹੁੰਚੇ, ਕਿਹੜੀ ਚੀਜ਼ ਤੇ ਤੁਸੀਂ ਕਿੱਥੇ ਗਏ, ਇਹ ਸਾਰੀ ਚੀਜ਼ ਤੁਹਾਨੂੰ ਵਿਸਤਾਰ ਦੇ ਵਿੱਚ ਦੱਸੋ। ਹਾਂਜੀ, ਮੈਂ ਮਈ ਦੇ ਵਿੱਚ ਗਿਆ ਜੀ, 9 ਤਰੀਕ ਨੂੰ ਉਰੇ ਤੋਂ ਤੁਰਿਆ, ਤੇ ਰਾਤ ਦੇ 2 ਜਾਂ 2:30 ਵਜੇ ਮੈਂ ਫਲਾਈਟ ਚੜ੍ਹਿਆ ਦਿੱਲੀੋਂ। ਤੇ ਅਸੀਂ ਇਕਵਾਡੋਰ, ਲੀਮਾ, ਸਾਈ ਪੋਲੋ, ਇਹਨਾਂ ਦੇ ਵਿੱਚ ਮੇਰੀ ਸਟੇ ਹੋਈ। ਤੇ ਕਵਿਟੋ ਜਾ ਕੇ ਮੇਰੀ ਮਤਲਬ ਕਿ ਐਂਟਰੀ ਹੋਈ, ਤੇ ਉੱਥੋਂ 1 ਦਿਨ ਰੁਕ ਕੇ ਉਹ ਤੋਂ ਗਾਹਾਂ ਫਿਰ ਮੇਰੀ ਸਟਾਰਟਿੰਗ ਹੋਈ ਮਤਲਬ ਬੱਸਾਂ ਦੇ ਵਿੱਚ।
ਬੱਸਾਂ ਦੇ ਵਿੱਚ ਜਾਂਦੇ ਹੋਏ ਮਤਲਬ ਕਿ ਜਿੱਕਣਾ ਹੌਂਡਰਸ, ਗਵਾਟੇਮਾਲਾ, ਨਿਕਾਰਾਗੁਆ ਇਹਨਾਂ ਦੇ ਵਿੱਚ ਮਤਲਬ ਕਿ ਸਿਟੀਆਂ ਦੇ ਵਿੱਚ ਨੂੰ ਹੁੰਦਾ ਹੋਇਆ ਮੈਂ ਮਤਲਬ ਕਿ ਪਨਾਮਾ ਦੇ ਜੰਗਲਾਂ ਦੇ ਵਿੱਚ ਪਹੁੰਚਿਆ। ਜੰਗਲ ਦੇ ਵਿੱਚ ਮੇਰੇ ਮਤਲਬ ਕਿ ਸਫ਼ਰ ਤਾਂ 5 ਦਿਨ ਲੱਗੇ ਸੀਗੇ। ਮਤਲਬ ਕਿ ਅਸੀਂ ਕੁਛ ਮਤਲਬ ਕਿ ਰਸਤਾ ਭਟਕ ਗਏ ਸੀਗੇ। ਜਿਹੜਾ ਸਾਡਾ ਡੌਂਕਰ ਸੀਗਾ ਉਹ ਛੱਡ ਕੇ ਮਤਲਬ ਕਿ ਸਾਨੂੰ ਭੱਜ ਗਿਆ ਸੀਗਾ ਤੇ ਉਹ ਤੋਂ ਬਾਅਦ ਮਤਲਬ ਕਿ ਰਸਤਾ ਸਾਨੂੰ ਆਪਣੇ ਆਪ ਹੀ ਮਤਲਬ ਕਿ ਲੱਭਣਾ ਪਿਆ ਵੀ ਕਿਹੜਾ ਰਸਤਾ ਕਿੱਧਰ ਜਾਂਦਾ। ਜਦੋਂ ਆਪਾਂ ਇੱਕ ਰਸਤੇ ਤੇ ਨਹੀਂ ਜਾਂਦੇ ਹੁੰਦੇ ਜਿੱਦਾਂ ਉਸ ਰਸਤੇ ਤੇ ਮਤਲਬ ਲੀਹ ਬਣ ਜਾਂਦੀ ਆ। ਉਹ ਰਸਤੇ ਤੇ ਮਤਲਬ ਕਿ ਲੀਹ ਬਣੀ ਤੇ ਮਤਲਬ ਕਿ ਹਾਂਜੀ ਜਦੋਂ ਉਹ ਲੀਹ ਦੇ ਉੱਤੇ ਜਾਈ ਜਾਣਾ ਮਤਲਬ ਉਹ ਲੀਹ ਤੇ ਸਾਨੂੰ ਪਤਾ ਲੱਗ ਗਿਆ ਵੀ ਇੱਧਰ ਨੂੰ ਕੋਈ ਬੰਦਾ ਗਏ ਹੋਏ ਆ ਵੀ ਆਪਾਂ ਇੱਧਰ ਨੂੰ ਚੱਲਦੇ ਆ। ਅਸੀਂ ਉਹ ਲੀਹ ਤੇ ਜਾਈ ਗਏ ਤੇ ਜਾਂਦੇ ਹੋਏ ਮਤਲਬ ਕਿ ਘੱਟੋ ਘੱਟ ਮਤਲਬ ਕਿ ਰਸਤਾ ਭਟਕ ਗਏ ਅਸੀਂ। ਇੱਕ ਦਿਨ ਅਸੀਂ ਮਤਲਬ ਕਿ ਕਿੰਨੇ ਜਾਣੇ ਸੀ ਤੁਸੀਂ ਟੋਟਲ? ਅਸੀਂ 40 ਜਾਣੇ ਤੇ ਜੀ। ਤੇ 40 ਜਾਣੇ ਇਕੱਠੇ ਹੀ ਸੀਗੇ ਤੁਸੀਂ? ਹਾਂਜੀ ਮਤਲਬ ਰਸਤਾ ਭਟਕ ਗਏ ਜੀ ਤੇ 10 ਮਤਲਬ ਕਿ 10 ਕਿਲੋਮੀਟਰ ਮਤਲਬ ਕਿ ਅਸੀਂ ਮਤਲਬ ਕਿ ਬਹੁਤ ਜ਼ਿਆਦਾ ਜੰਗਲ ਦੇ ਅੰਦਰ ਚਲੇ ਗਏ। ਅੱਛਾ। ਤੇ ਜਿਹੜਾ ਮਤਲਬ ਮਾਫੀਆ ਕਹਿੰਦੇ ਆਪਾਂ ਜਿਨ੍ਹਾਂ ਨੂੰ ਮਤਲਬ ਕਿ ਅੰਦਰ ਲੁੱਟ ਖੋਹ ਕਰਨੇ ਵਾਲੇ ਹੁੰਦੇ ਆ ਜੀ ਤੇ ਉਹ ਸਾਨੂੰ ਮਿਲੇ। ਉਹ ਮਿਲੇ ਵੇ ਉਹ ਕਹਿ ਰਹੇ ਆ ਵੀ ਸਾਨੂੰ ਮਤਲਬ ਕਿ ਜਾਂ $20 ਦੇ ਦਿਓ ਤੁਹਾਨੂੰ ਅਸੀਂ ਸਿੱਧਾ ਰਸਤਾ ਪਾ ਦਿੰਦੇ ਹਾਂ। ਅਸੀਂ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ, ਅਸੀਂ ਦੇ ਨਹੀਂ ਸਕਦੇ। ਤਾਂ ਫਿਰ ਉਹਨਾਂ ਨੇ ਕਿਆ ਕਰਿਆ, ਉਹ ਕਹਿੰਦੇ ਵੀ ਅਸੀਂ ਇੱਧਰ ਨੂੰ ਜਾਣ ਨਹੀਂ ਦੇਣਾ। ਜਿਹੜਾ ਮੇਨ ਰਸਤਾ ਸੀਗਾ ਉਹਨਾਂ ਨੇ ਉੱਥੋਂ ਜਾਣ ਨਹੀਂ ਦਿੱਤਾ। ਅਸੀਂ ਆਪਣਾ ਰਸਤਾ ਆਪਣੇ ਆਪ ਜੱਜ ਕਰ ਲਿਆ ਵੀ ਅਸੀਂ ਇਹ ਰਸਤੇ ਨੂੰ ਚੱਲਦੇ ਹਾਂ। ਜਦੋਂ ਅਸੀਂ ਉਹ ਰਸਤੇ ਨੂੰ ਗਏ ਤਾਂ ਰਸਤਾ ਭਟਕ ਕੇ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਜੰਗਲ ਦੇ ਅੰਦਰ ਚਲੇ ਗਏ। ਜਦੋਂ ਅਸੀਂ ਹਾਂਜੀ ਪਨਾਮਾ ਦੇ ਜੰਗਲ ਦੇ ਵਿੱਚ ਇੱਕ ਦਿਨ ਅਸੀਂ ਮਤਲਬ ਕਿ ਸ਼ਾਮ ਹੋ ਗਈ, ਸੁਬਾਹ ਦੇ ਤੁਰੇ ਵੇ ਸ਼ਾਮ ਹੋ ਗਈ। ਜਦੋਂ ਰਾਤ ਹੋਣੇ ਵਾਲੀ ਹੋ ਗਈ ਤਾਂ ਉਹਨਾਂ ਦਾ ਕੁਝ ਬੰਦੇ 2 ਸਾਡੇ ਮਗਰੇ ਆ ਰਹੇ ਸੀਗੇ ਤੇ ਉਹਨਾਂ ਨੇ ਆ ਕੇ ਕਿਹਾ ਵੀ ਮਤਲਬ ਤੁਸੀਂ ਗਲਤ ਜਾ ਰਹੇ ਹੋ, ਸਾਨੂੰ $20 ਦੇ ਦਿਓ। ਜਦੋਂ ਅਸੀਂ ਮਨ ਜਮੇ ਟੁੱਟ ਗਿਆ ਸੀਗਾ ਸਾਡਾ। ਜਦੋਂ ਮਨ ਟੁੱਟ ਗਿਆ ਸੀਗਾ ਮਤਲਬ ਕਿ ਉਹਨਾਂ ਨੇ ਫਿਰ ਸਾਨੂੰ ਉਹਨਾਂ ਦੀ ਅਸੀਂ ਗੱਲ ਮੰਨਣੀ ਪਈ। ਉਹਨਾਂ ਨੂੰ $20 ਦਿੱਤੇ। ਤਾਂ ਜਦੋਂ ਅਸੀਂ ਵਾਪਸ ਆ ਕੇ ਉਹਨਾਂ ਨੇ ਇੱਕ ਰਾਤ ਆਪਣੇ ਜਿੱਥੇ ਰਹਿੰਦੇ ਸੀਗੇ ਉੱਥੇ ਰੱਖਿਆ। ਉੱਥੋਂ ਰੱਖ ਕੇ ਸਾਨੂੰ ਅਗਲੇ ਦਿਨ ਮਤਲਬ ਕਿ ਉਹਨਾਂ ਨੇ ਸੁਬਾਹ ਸਾਨੂੰ ਤੋਰਿਆ। ਫਿਰ ਮਤਲਬ ਕਿ ਅਸੀਂ ਜਿਹੜਾ 5 ਦਿਨਾਂ ਦਾ ਸਫ਼ਰ ਸੀਗਾ ਉਹ ਸਾਡਾ 6 ਜਾਂ 7 ਦਿਨਾਂ ਦੇ ਵਿੱਚ ਅਸੀਂ ਮਤਲਬ ਕਿ ਜੰਗਲੋਂ ਪਾਰ ਹੋਏ। ਜਦ ਤੁਹਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ $20 ਸਾਨੂੰ ਦੇ ਦਿਓ, ਉਸ ਤੋਂ ਪਹਿਲਾਂ ਕਿੰਨੇ ਦਿਨ ਹੋ ਗਏ ਸੀ ਤੁਰਦੇ ਨੂੰ ਤੁਹਾਨੂੰ? ਉਸ ਤੋਂ ਪਹਿਲਾਂ ਮੈਨੂੰ 4 ਜਾਂ 5 ਦਿਨ ਹੋ ਗਏ ਸੀਗੇ ਜੀ। ਲਗਾਤਾਰ ਤੁਰਦੇ ਰਹੇ? ਲਗਾਤਾਰ ਤੁਰਦੇ ਰਹਿੰਦੇ ਜੀ। ਮਤਲਬ ਕਿ ਰਾਤ ਦੇ ਮਤਲਬ ਕਿ ਜੰਗਲਾਂ ਦੇ ਵਿੱਚ ਛੇਤੀ ਹਨੇਰਾ ਹੋ ਜਾਂਦਾ ਥੋੜ੍ਹਾ ਤੇ ਮਤਲਬ 5 ਵਜੇ ਅਸੀਂ ਮਤਲਬ ਕਿ ਜਗ੍ਹਾ ਲੱਭਣ ਲੱਗ ਜਾਂਦੇ ਤੇ ਵੀ ਕਿੱਥੇ ਰਹਿਣਾ। ਮਤਲਬ ਰਾਤ ਦੇ ਸਮੇਂ ਅਸੀਂ ਮਤਲਬ ਤੁਰਦੇ ਨਹੀਂ ਸੀਗੇ। ਤੇ ਜੰਗਲਾਂ ਦੇ ਵਿੱਚ ਉੱਥੇ ਫਿਰ ਤਾਂ ਰਿਸਕ ਬਹੁਤ ਹੁੰਦਾ ਹੋਊਗਾ, ਜੰਗਲੀ ਜਾਨਵਰ ਵੀ ਹੁੰਦੇ ਹੋਣਗੇ। ਹਾਂਜੀ ਮਤਲਬ ਤੇ ਤੁਸੀਂ 40 ਜਾਣੇ ਸੀ, ਤੁਹਾਡੇ ਕੋਲ ਸਮਾਨ ਕੀ ਕੁਝ ਸੀਗਾ ਉਸ ਸਮੇਂ? ਸਮਾਨ ਜੀ ਇੱਦਾਂ ਹੁੰਦਾ ਮਤਲਬ ਜਦੋਂ ਅਸੀਂ ਜੰਗਲ 'ਚ ਐਂਟਰ ਹੋਣ ਲੱਗਦੇ ਹਾਂ ਮਤਲਬ ਕੋਈ ਇੱਕ ਸਟੋਰ ਹੁੰਦਾ ਤੇ ਜਿੱਦਾਂ ਆਪਣੇ ਏਜੰਟਾਂ ਨੇ ਗੱਲਾਂ ਬਾਤਾਂ ਕਰੀਆਂ ਹੁੰਦੀਆਂ, ਡੌਂਕਰ ਆਪਾਂ ਨੂੰ ਸਟੋਰ ਦੇ ਵਿੱਚ ਵਾੜ ਦਿੰਦਾ। ਉਹ ਕਹਿ ਦਿੰਦਾ ਵੀ ਜੋ ਤੁਹਾਡੇ ਮਤਲਬ ਕਿ ਬੈਗ ਦੇ ਵਿੱਚ ਲੈ ਹੁੰਦਾ ਉਹ ਲੈ ਸਕਦੇ ਤੁਸੀਂ। ਆਪਾਂ ਇੱਕ ਵਾਰ ਮਤਲਬ ਕਿ ਜੋ ਵੀ ਮਤਲਬ ਖਾਣ ਪੀਣ ਦਾ ਸਮਾਨ ਇੱਕ ਵਾਰ ਮਤਲਬ ਬੈਗ ਭਰ ਲਓ। ਮਤਲਬ ਇੰਨਾ ਬੈਗ ਦੇ ਵਿੱਚ ਸਮਾਨ ਲੈ ਕੇ ਤੁਰਿਆ ਵੀ ਨਹੀਂ ਜਾਂਦਾ ਹੈਗਾ ਕਿਉਂਕਿ ਜਦੋਂ ਪਹਾੜੀ ਚੜ੍ਹਨੀ ਹੈ ਬੰਦਾ ਇੰਨਾ ਭਾਰ ਚੱਕਿਆ ਨਹੀਂ ਜਾਂਦਾ ਹੈਗਾ। ਤੇ ਮੈਂ 1 ਜਾਂ 2 ਦਿਨ ਚੱਲਿਆ ਉਹ ਸਮਾਨ, ਉਹ ਮੁੱਕ ਗਿਆ ਸੀਗਾ ਸਰ। ਜੋ ਚਨੇ ਹੁੰਦੇ ਜਿਹੜੇ ਛੋਲੇ ਹੁੰਦੇ ਜਿੱਦਾਂ ਉਹੀ ਰਹੇ ਆ ਸਾਡੇ ਕੋਲ, ਉਹੀ ਖਾਂਦੇ ਰਹੇ ਹਾਂ ਅਸੀਂ। ਉਹਨਾਂ ਨੂੰ ਖਾ ਕੇ ਉਹ ਵੀ ਖਤਮ ਹੋ ਗਏ। ਉਹ ਵੀ ਖਤਮ ਹੋਏ ਤੋਂ ਬਾਅਦ ਅਸੀਂ 2 ਦਿਨ ਮਤਲਬ ਖਾਣ ਦਾ ਸਮਾਨ ਰਿਹਾ। ਉਹਦੇ ਬਾਅਦ ਬਿਲਕੁਲ ਖਤਮ ਤਾਂ ਸੀਗਾ ਸਾਡੇ ਕੋਲ ਸਭ। ਪਾਣੀ ਦੇ ਸਿਰ ਪਈ ਚੱਲੇ ਆ। ਮਤਲਬ ਕਿ ਜਿਹੜੇ 3 4 5 ਜਿਹੜੇ ਅਗਲੇ 3 ਦਿਨ ਜਿਹੜੇ ਤੁਸੀਂ ਚੱਲੇ ਹੋ? ਹਾਂਜੀ ਸਿਰਫ ਪਾਣੀ ਦੇ ਸਿਰ ਪੇ ਚੱਲੇ ਆ। ਉਹ ਵੀ ਕੁਛ ਨਹੀਂ ਖਾਦਾ ਪੀਤਾ ਜੀ। ਜੋ ਨਦੀ ਦਾ ਮਤਲਬ ਪਾਣੀ ਹੁੰਦਾ ਉਹ ਨਦੀ ਦੇ ਪਾਣੀ ਦੀ ਬੋਤਲਾਂ ਭਰ ਕੇ ਬਸ ਉਹੀ ਪਾਣੀ ਪੀਣਾ। ਉਹਦੇ ਬਾਅਦ ਕੁਛ ਵੀ ਨਹੀਂ ਤਾ ਜੀ। ਜੇ ਕਿਸੇ ਕੋਲ ਮਤਲਬ ਕਿ ਇੱਦਾਂ ਕਿਤੇ ਆਰਾਮ ਵੀ ਕਰਦੇ ਜਾਂ ਕਿਸੇ ਕੋਲ ਬੈਠਾ ਕੋਈ ਮਤਲਬ ਕਿ ਕੁਛ ਚੀਜ਼ ਪਈ ਵੀ ਹੁੰਦੀ ਹੈ, ਸਾਰਿਆਂ ਨੇ ਟੁੱਟ ਕੇ ਉਹਦੇ ਤੇ ਪੈ ਜਾਣਾ ਵੀ ਨਹੀਂ ਬਾਈ ਸਾਨੂੰ ਖਿਲਾ ਸਾਨੂੰ, ਕਿਉਂਕਿ ਕੁਛ ਖਾਣ ਨੂੰ ਕੁਛ ਨਹੀਂ ਹੁੰਦਾ ਤਾ ਜੀ। ਅੱਛਾ, ਜਿਹੜਾ ਡੌਂਕਰ ਹੁੰਦਾ ਸੀਗਾ ਬੰਦਾ, ਉਹ ਡੌਂਕਰ ਕਿਹੜੀ ਕੰਟਰੀ ਦਾ? ਆਪਣਾ ਇੰਡੀਆ ਨਹੀਂ ਸੀ ਉਹ? ਨਹੀਂ, ਉਹ ਉੱਧਰ ਦੇ ਹੁੰਦੇ ਆ। ਜੇ ਮਤਲਬ ਕਿ ਜਿਹੜੇ ਆਪਣੇ ਕਿਹੜੀ ਭਾਸ਼ਾ ਬੋਲਦੇ ਨੇ ਫਿਰ ਉਹ? ਇਹ ਸਪੈਨਿਸ਼ ਬੋਲੀ ਜਾਂਦੀ ਉਧਰ ਸਪੈਨਿਸ਼? ਹਾਂਜੀ ਸਪੈਨਿਸ਼ ਚੱਲਦੀ ਆ। ਅੱਛਾ। ਤੇ ਉਹ ਜਿਵੇਂ ਤੁਸੀਂ ਦੱਸ ਰਹੇ ਕਿ ਡੌਂਕਰ ਭੱਜ ਗਿਆ, ਹਾਂਜੀ, ਉਹ ਹਰ ਵਾਰ ਐਂ ਕਰਦੇ ਨੇ ਕਿ ਡੌਂਕਰ ਜਾਂਦੇ ਕਿੱਥੇ ਤੱਕ ਨੇ, ਕਿੱਥੇ ਤੱਕ ਮਦਦ ਕਰਦੇ ਨੇ ਤੁਹਾਡੀ ਰਸਤੇ ਦੀ? ਫਿਰ ਇਹ ਡੌਂਕਰ ਮਤਲਬ ਹਰੇਕ ਨਾਲ ਇਦਾਂ ਹੀ ਕਰਦੇ ਨੇ। ਮਤਲਬ ਕਿ ਜਿਹੜੀ ਪਨਾਮਾ ਦਾ ਜੰਗਲ ਹੁੰਦਾ ਉਹ ਆਪਾਂ ਨੂੰ ਖੁਦ ਪਾਰ ਕਰਨਾ ਪੈਂਦਾ। ਇੱਕ ਜੰਗਲ ਪਹਿਲਾਂ ਆਉਂਦਾ ਮਤਲਬ ਕਿ ਉਹ 1 ਦਿਨ ਦਾ ਹੀ ਜੰਗਲ ਹੁੰਦਾ, ਉਹਨਾਂ ਨੇ ਸਿਰਫ ਉਹੀ ਪਾਰ ਕਰਾਉਣਾ। ਜਦੋਂ ਪਨਾਮਾ ਸਟਾਰਟਿੰਗ ਹੋਊਗੀ, ਪਨਾਮਾ ਬਹੁਤ ਲੰਬਾ ਜੰਗਲ ਆ। ਮਤਲਬ ਕਿ 6 ਜਾਂ 7 ਦਿਨ ਲੱਗ ਜਾਂਦੇ ਆ ਘੱਟੋ ਘੱਟ ਉਹਦੇ ਮੈਂ ਤੁਰ ਕੇ ਜਾਣ ਨੂੰ। ਅਗਰ ਜੇ ਆਪਾਂ ਦਿਨ ਰਾਤ ਤੁਰੀਏ ਤਾਂ ਆਪਾਂ 3 ਜਾਂ 4 ਦਿਨਾਂ ਦੇ ਵਿੱਚ ਪਾਰ ਕਰ ਸਕਦੇ ਹਾਂ। ਜੇ ਆਪਾਂ ਦਿਨ ਤੁਰਦੇ ਹਾਂ ਤਾਂ ਮਤਲਬ ਕਿ ਆਪਾਂ 6 ਜਾਂ 7 ਦਿਨ ਆਰਾਮ ਨਾਲ ਲੱਗ ਜਾਣੇ ਆਪਾਂ ਨੂੰ ਪਾਰ ਕਰਨ ਲਈ। ਕਈ ਵਾਰ ਮਤਲਬ ਕਿ ਮੇਰੇ ਨਾਲ ਕੁਝ ਫਰੈਂਡ ਵੀ ਸੀਗੇ। ਕਈ ਵਾਰ ਕਈਆਂ ਦੀ ਹਾਲਤਾਂ ਖਰਾਬ ਹੋ ਜਾਂਦੀਆਂ ਕਿਉਂਕਿ ਹੁਣ ਇੱਥੇ ਤੱਕ ਤਾਂ ਆਪਣੇ ਗੋਡਿਆਂ ਤੱਕ ਤਾਂ ਬੂਟ ਪਾਏ ਵੇ ਹੁੰਦੇ ਜੀ। ਤੁਰਨਾ ਬਹੁਤ ਔਖਾ ਹੁੰਦਾ। ਸਵੇਰ ਤੇ ਤੁਰਨਾ, ਸ਼ਾਮ ਤੱਕ ਮਤਲਬ ਕਿ ਤੁਰਦੇ ਹੀ ਰਹਿਣਾ। ਇੱਕ ਵਾਰ ਤੁਰ ਪਏ ਤਾਂ ਤੁਰਦੇ ਹੋ ਰਹਿਣਾ। ਜੇ ਡੌਂਕਰ ਨਾਲ ਹੁੰਦਾ, ਡੌਂਕਰ ਤਾਂ ਆਰਾਮ ਵੀ ਨਹੀਂ ਲੈਣ ਦਿੰਦਾ ਬਿਲਕੁਲ, ਕਿਉਂਕਿ ਉਹਨਾਂ ਦੀ ਤਾਂ ਆਦੀ ਹੁੰਦੇ, ਉਹ ਤਾਂ ਜਾਣ ਆਉਣ ਦੇ ਉਹਨਾਂ ਦੇ ਤਾਂ ਰੂਟੀਨ ਬਣੀ ਵੀ ਹੁੰਦੀ ਆਉਣ ਜਾਣ ਦੀ। ਕਿਉਂਕਿ ਕਾਫੀ ਮੇਰੇ ਨਾਲ ਫਰੈਂਡ ਸਿਰ ਦੇ ਜਿਹੜੇ ਮੁੰਡੇ ਤੇ ਉਹ ਵਿੱਚ
ਰੋਂਦੇ ਵੀ ਹੁੰਦੇ ਤੇ ਕਾਫੀ ਵੀ ਨਹੀਂ ਮੈਨੂੰ ਉਰੀ ਛੱਡ ਜਾ, ਸਾਤੋਂ ਨਹੀਂ ਜਾਇਆ ਜਾਣਾ, ਨਹੀਂ ਯਾਰ ਮੇਰਾ ਮਤਲਬ ਤੁਰਿਆ ਨਹੀਂ ਜਾਂਦਾ ਹੈਗਾ, ਕਿਸੇ ਨੂੰ ਉਲਟੀਆਂ ਲੱਗ ਗਈਆਂ, ਕੋਈ ਬਿਮਾਰ ਹੋ ਗਿਆ। ਪਰ ਮਤਲਬ ਕਿ ਸਾਡਾ ਜੋ ਵੀ ਮਤਲਬ ਜਿੰਨੇ ਵੀ ਮੁੰਡੇ ਅਸੀਂ 40 ਜਣੇ ਤੇ ਸਾਡਾ ਮਤਲਬ ਕਿ ਫਰੈਂਡ ਸਰਕਲ ਸਾਰਾ ਵਧੀਆ ਤਾ, ਮਤਲਬ ਕਿ ਕੋਈ ਅਸੀਂ ਮੁੰਡੇ ਨੂੰ ਪਿੱਛੇ ਛੱਡਿਆ ਨਹੀਂ ਹੈਗਾ। ਸਾਨੂੰ ਜੇ 1-2 ਦਿਨ ਵੱਧ ਵੀ ਲੱਗ ਗਏ ਪਰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਆਏ ਹਾਂ, ਮਤਲਬ ਕਿ 6ਵੇਂ-7ਵੇਂ ਦਿਨ ਅਸੀਂ ਬਾਹਰ ਆ ਗਏ ਸੀਗੇ। ਤਾਂ ਜਦ ਤੁਸੀਂ ਤੀਜੇ ਦਿਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਰੋਟੀ ਪਾਣੀ ਦਾ ਸਮਾਨ ਮੁੱਕ ਗਿਆ, ਛੋਲੇ ਵੀ ਖਤਮ ਹੋ ਗਏ ਸੀ, ਵੀ ਚੌਥਾ 5ਵਾਂ ਦਿਨ ਜਿਹੜਾ ਸੀਗਾ, ਅਗਲੇ ਜਿਹੜੇ ਦਿਨ ਸੀਗੇ ਤੁਸੀਂ ਤੈਅ ਕੀਤੇ, ਉਹ ਕੱਲਾ ਪਾਣੀ ਪੀ ਕੇ ਸਾਰਿਆ ਕੰਮ, ਪਾਣੀ ਪੀ ਕੇ ਅੜਦੇ ਸੀਗੇ। ਤੇ ਫਿਰ ਉਸ ਤੋਂ ਬਾਅਦ ਜਦ ਤੁਹਾਨੂੰ ਡੌਂਕ ਜਿਹੜੇ ਬੰਦੇ ਮਾਫੀਆ ਤੁਸੀਂ ਕਹਿ ਰਹੇ ਹੋ ਮਾਫੀਆ ਮਿਲੇ, ਜਿਹੜੇ ਤੁਹਾਨੂੰ ਕਹਿੰਦੇ ਸੀ ਕਿ $20 ਦੇ ਕੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਫਿਰ ਤੁਹਾਨੂੰ ਅੱਗੇ ਕਿਵੇਂ ਪਾਰ ਕਰਾਇਆ, ਕਿਹੜਾ ਰਸਤਾ ਦੱਸਿਆ? ਉਹਨਾਂ ਦੇ ਮਤਲਬ ਇੱਕ ਪਹਾੜੀ ਸੀਗੀ ਜਿੱਥੇ ਉਹਨਾਂ ਨੇ ਸਟੇ ਕਰੀ ਹੋਈ ਸੀਗੀ, ਤੇ ਉਹ ਜਦੋਂ ਅਸੀਂ ਪਹਾੜੀ ਤੇ ਸਾਨੂੰ ਵੀ ਪਤਾ ਸੀਗਾ ਵੀ ਇਹ ਰਸਤਾ ਮੇਨ ਇਹੀ ਆ, ਮਤਲਬ ਉਹਨਾਂ ਨੇ ਜਾਣ ਨਹੀਂ ਦਿੱਤਾ ਸਾਨੂੰ। ਕਬਜ਼ਾ ਕਰਿਆ ਹੋਇਆ ਸੀ? ਹਾਂਜੀ, ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ। ਮਤਲਬ ਜੇ ਉਹਨਾਂ ਨੂੰ ਪੈਸੇ ਦੋਗੇ ਤਾਂ ਉਹ ਜਾਣ ਦੋਗੇ, ਨਹੀਂ ਜਾਣ ਦੋਗੇ। ਜਦੋਂ ਅਸੀਂ ਨੇ $20 ਉਹਨਾਂ ਨੂੰ ਸਾਰਿਆਂ ਨੂੰ ਦਿੱਤੇ ਤੇ ਉਹਨਾਂ ਨੇ ਸਾਨੂੰ ਖੁਦ ਨਾਲ ਜਾ ਕੇ ਮਤਲਬ ਕਿ 2 ਪਹਾੜੀਆਂ ਪਾਰ ਕਰਾ ਕੇ ਤੇ ਉਹ ਵੀ ਸਾਨੂੰ ਛੱਡ ਕੇ ਪਿੱਛੇ ਵਾਪਸ ਮੁੜ ਗਏ ਸੀਗੇ। ਤੇ ਉਹਨਾਂ ਨੇ ਸਾਨੂੰ ਸਿਰਫ ਇੰਨਾ ਕੁ ਸੰਕੇਤ ਦਿੱਤਾ ਵੀ ਬਸ ਇੱਥੇ ਥੋੜ੍ਹੀ ਦੂਰ ਤੁਰਿਓ, ਤੁਹਾਨੂੰ ਗਾਹਾਂ ਆਰਮੀ ਮਿਲ ਜੂਗੀ ਅਗਲੀ ਕੰਟਰੀ ਵਾਲੇ, ਤਾਂ ਸਮਝ ਲਓ ਤੁਸੀਂ ਜੰਗਲ 'ਚ ਪਾਰ ਹੋਗੇ। ਪਰ ਉਹ ਝੂਠ ਬੋਲ ਕੇ ਪੈਸੇ ਲੈ ਕੇ ਸਾਤੋਂ ਪਿੱਛੋਂ ਚਲੇ ਗਿਆ। ਉੱਥੋਂ ਤੋਂ ਵੀ ਸਾਨੂੰ 3 ਦਿਨ ਹੋਰ ਲੱਗ ਗਏ ਸੀਗੇ ਅੱਗੇ ਜਾਣ ਲਈ। ਫਿਰ ਉਹ ਟਾਈਮ ਤੁਹਾਡੇ ਕੋਲ ਖਾਣ ਨੂੰ ਕੋਈ ਸੀਗਾ ਕੁਛ ਹੀ ਖਾਣ ਨੂੰ ਨਹੀਂ ਸੀਗਾ ਸਾਡੇ ਕੋਲ। ਉਹ ਵੀ ਜਦੋਂ ਅਸੀਂ ਇੱਕ ਰਾਤ ਉਹਨਾਂ ਕੋਲ ਮਾਫੀਏ ਕੋਲ ਕੱਟੀ ਸੀਗੀ, ਉਹਨਾਂ ਕੋਲ ਥੋੜ੍ਹੇ ਜਿਹੇ ਚੌਲ ਸੀਗੇ, ਉਹਨਾਂ ਕੋਲ ਮਾੜੇ ਚੌਲ ਖਾ ਕੇ ਟਾਈਮ ਕੱਢਿਆ ਸੀਗਾ। ਮਤਲਬ ਕਿ ਪਾਣੀ ਜ਼ਿਆਦਾਤਰ ਤਾਂ ਅਸੀਂ ਪਾਣੀ ਪੀਤਾ, ਪਾਣੀ ਪੀ ਕੇ ਟਾਈਮ ਕੱਢਿਆ। ਮੈਂ ਕਹਿ ਸਕਦਾ ਵੀ 5-6 ਦਿਨ ਜਿਹੜਾ ਉਸ ਤੋਂ ਬਾਅਦ ਵੀ ਤੁਸੀਂ ਪਾਣੀ ਪੀ ਕੇ ਸਾਰਿਆ। ਹਾਂਜੀ। ਫਿਰ ਔਖਾ ਨਹੀਂ ਹੁੰਦਾ ਸੀ ਬਾਈ? ਔਖਾ ਹੁੰਦਾ ਸੀਗਾ, ਪਰ ਪਤਾ ਨਹੀਂ ਮਹਾਰਾਜ ਦਾ ਪਤਾ ਨਹੀਂ ਕੁਦਰਤੀ ਜਿੱਦਾਂ ਕੋਈ ਹੱਥੇ ਸੀਗਾ, ਪਤਾ ਨਹੀਂ ਪਾਣੀ ਦੇ ਵਿੱਚ ਮਤਲਬ ਪਤਾ ਨਹੀਂ ਕਿਆ ਸਿਸਟਮ ਤਾਂ, ਪਤਾ ਨਹੀਂ ਉਹ ਪਾਣੀ ਪੀ ਕੇ ਕਦੇ ਸਾਨੂੰ ਭੁੱਖ ਲੱਗੀ ਹੋਇਆ ਨਹੀਂ, ਭੁੱਖ ਮਹਿਸੂਸ ਹੋਈ ਨਹੀਂ ਸੀਗੀ। ਬਸ ਐਂ ਹੁੰਦਾ ਸੀ ਵੀ ਥਾਂ ਤੇ ਪਹੁੰਚ ਜਾਈਏ। ਹਾਂਜੀ, ਇਸ ਥਾਂ ਤੇ ਨਿਕਲ ਜਾਈਏ, ਬਸ ਮਨ ਨੂੰ ਇੰਝ ਹੁੰਦਾ ਤਾਂ ਵੀ ਬਸ ਅਸੀਂ ਬਾਹਰ ਨਿਕਲ ਜਾਈਏ, ਵੀ ਘਰ ਦੇ ਟੈਨਸ਼ਨ ਕਰਦੇ ਹੋਣਗੇ ਜਾਂ ਬਹੁਤ ਜ਼ਿਆਦਾ ਮਤਲਬ ਕਿ ਘਰਦਿਆਂ ਦੀ ਕਿੰਨੀ ਦੇਖ ਕੇ ਆਉਂਦਾ ਤਾਂ ਵੀ ਇੰਨੇ ਦਿਨ ਹੋ ਗਏ ਜੰਗਲ ਦੇ ਵਿੱਚ, ਘਰ ਦੇ ਸੋਚ ਕਰਦੇ ਹੋਣਗੇ ਵੀ ਹਾਲ ਤੱਕ ਫੋਨ ਨਹੀਂ ਆਇਆ। ਜਦੋਂ ਮਤਲਬ ਕਿ ਅਸੀਂ ਜੰਗਲ 'ਚੋਂ ਬਾਹਰ ਹੋਏ ਆ, ਪਹਿਲਾਂ ਜਾਂਦੀ ਸਾਰ ਘਰਦਿਆਂ ਨੂੰ ਫੋਨ ਕਰਿਆ। ਫੋਨ ਕਰਦੇ ਸਮੇਂ ਉਹਦੇ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਖਾਣ ਪੀਣ ਨੂੰ ਹੈਗਾ, ਜਦੋਂ ਉੱਥੋਂ ਅਸੀਂ ਖਾਣ ਲੱਗੇ, ਉਹ ਤੋਂ ਬਾਅਦ ਸਾਨੂੰ ਅਸੀਂ ਜੇ ਖਾ ਵੀ ਲੈਂਦੇ ਤੇ ਨਾ ਤਾਂ ਵੀ ਸਾਡੀ ਭੁੱਖ ਨਹੀਂ ਮਿਟਦੀ ਸੀਗੀ। ਅੰਦਰ ਜਦੋਂ ਅਸੀਂ ਪਾਣੀ ਪੀਂਦੇ ਤੇ ਅਸੀਂ ਪਾਣੀ ਪੀ ਕੇ ਸਾਡੀ ਭੁੱਖ ਮਿਟ ਜਾਂਦੀ ਸੀ, ਪਰ ਜਦੋਂ ਅਸੀਂ ਬਾਹਰ ਆਏ ਆ ਸਾਨੂੰ ਭੁੱਖ ਲੱਗਦੀ ਹੋ ਰਹਿੰਦੀ ਸੀ। ਅੱਛਾ, ਤੁਸੀਂ ਫੋਨ ਤੁਹਾਡੇ ਕੋਲ ਹੁੰਦੇ ਸੀਗੇ? ਤੁਸੀਂ ਫੋਨ ਨਾਲ ਲੈ ਕੇ ਗਏ ਸੀਗੇ? ਫੋਨ ਨਾਲ ਸੀਗੇ ਸਾਡੇ। ਅੱਛਾ, ਫਿਰ ਕਾਲ ਫਿਰ ਤੁਸੀਂ ਮਤਲਬ ਕਿ ਉੱਥੇ ਜੰਗਲ ਦੇ ਵਿੱਚ ਮਤਲਬ ਕਿ ਕਾਲ ਵਗੈਰਾ ਨਹੀਂ ਹੁੰਦੀ ਜੀ। ਜਦੋਂ ਅਸੀਂ ਬਾਹਰ ਨਿਕਲੇ ਆ ਤਾਂ ਉਧਰਲੀ ਕੰਟਰੀ ਦਾ ਅਸੀਂ ਸਿਮ ਲੈ ਕੇ ਮਤਲਬ ਕਿ ਜਦੋਂ ਜੰਗਲ ਦੇ ਬਾਹਰ ਨਿਕਲੇ ਆ ਤਾਂ ਵੀ ਮਤਲਬ ਕਿ ਉੱਥੇ ਕਾਲ ਨਹੀਂ ਹੁੰਦੀ ਸੀ, ਮੈਸੇਜ ਵਗੈਰਾ ਹੁੰਦੇ ਤੇ। ਮੈਸੇਜ ਵਗੈਰਾ ਕਰਕੇ ਤਾਂ ਉਹ ਤੇ ਥੋੜੀ ਜਿਹੀ ਮਤਲਬ ਕਿ 10 ਜਾਂ 20 ਕਿਲੋਮੀਟਰ ਥੋੜੀ ਹੋਰ ਗਾਹਾਂ ਜਾ ਕੇ ਜਦੋਂ ਅਸੀਂ ਗਏ ਤਾਂ ਗਾਹਾਂ ਆਰਮੀ ਵਾਲਿਆਂ ਨੇ ਸਾਨੂੰ ਫੇਰ ਗਾਹਾਂ ਫੜਿਆ। ਉੱਥੋਂ ਮਤਲਬ ਕਿਹੜੀ ਕੰਟਰੀ ਦੀ ਆਰਮੀ ਸੀ? ਉਹਦੀ ਪਨਾਮਾ ਦੀ ਸੀਗੀ। ਪਨਾਮਾ ਦੀ? ਹਾਂਜੀ। ਜਦੋਂ ਉੱਥੇ ਮਾੜੀ ਕਾਲ ਵਗੈਰਾ ਹੋ ਜਾਂਦੀ ਸੀ, ਮਤਲਬ ਜਿੱਦਾਂ ਕਹਿ ਦਈਏ ਆਪਾਂ ਇੱਕ ਜਗ੍ਹਾ ਸਟੇ ਕਰਕੇ ਜਿੱਥੇ ਕਾਲ ਹੋ ਜਾਵੇ ਉੱਥੇ ਕਾਲ ਹੁੰਦੀ ਸੀਗੀ। ਬਸ ਉੱਥੇ ਜਾ ਕੇ ਮਤਲਬ ਸਾਰੇ ਇਕੱਠੇ ਹੋ ਜਾਂਦੇ ਤੇ ਉੱਥੇ ਜਾ ਕੇ ਵਾਰੀ ਕਾਲ ਕਰੀ ਜਾਂਦੇ ਤੇ ਆਪਣੇ ਘਰਦਿਆਂ ਨੂੰ। ਅੱਛਾ, ਕੁੱਲ ਤਕਰੀਬਨ ਮੈਂ ਕਹਿ ਸਕਦਾ ਵੀ 6-7 ਦਿਨ ਲੱਗ ਗਏ ਵੀ ਜੰਗਲ ਪਾਰ ਕਰਨ ਨੂੰ। 4-5 ਦਿਨ ਪਹਿਲਾਂ ਲੱਗੇ, 3-4 ਦਿਨ ਉਸ ਤੋਂ ਬਾਅਦ ਲੱਗੇ ਤੁਹਾਨੂੰ, ਵੀ 6-7 ਦਿਨ ਲੱਗ ਗਏ। ਇੱਕ ਜਿਹੜੀ ਵਰਿੰਦਰ ਬਾਈ ਡੌਂਕੀ ਕਹਿੰਦੇ ਨੇ, ਡੌਂਕੀ ਇਹੀ ਹੈ ਵੀ ਜਿਹੜੀ ਜੰਗਲ ਦੇ ਵਿੱਚ ਜਾਣਾ ਕਿ ਉਹ ਅੱਡ ਹੈ ਇਸ ਤੋਂ? ਨਹੀਂ, ਡੌਂਕੀ ਇਹਨੂੰ ਇਹ ਕਹਿੰਦੇ ਜਿਹੜੀ ਜੰਗਲਾਂ ਦੇ ਵਿੱਚ ਜਾਣਾ ਜੀ। ਜਦੋਂ ਆਪਾਂ ਹੁਣ ਭੁੱਖੇ ਭਾਣੇ ਤੁਰਨਾ ਜੰਗਲਾਂ ਦੇ ਵਿੱਚ 7-7 ਦਿਨ, ਕੋਈ ਮਹੀਨਾ ਵੀ ਕੱਟਦਾ ਜੰਗਲਾਂ ਦੇ ਵਿੱਚ, ਡੌਂਕੀ ਮੇਨ ਪਨਾਮਾ ਦੀ ਹੈ ਜੀ। ਪਨਾਮਾ ਨੂੰ ਇਹ ਮਤਲਬ ਕਿ ਡੌਂਕੀ ਕਹਿੰਦੇ, ਜਿਹੜੀ ਪਨਾਮਾ ਦੇ ਵਿੱਚ ਆਪਾਂ ਡੌਂਕੀ ਲਾਉਂਦੇ ਆ, ਬਸ ਮੇਨ ਡੌਂਕੀ ਉਹੀ ਹੈ ਜੀ। ਤੇ ਜਿਹੜੇ ਮਹੀਨਾ ਹੁਣ ਤੁਸੀਂ ਦੱਸ ਰਹੇ ਹੋ, ਮਹੀਨਾ ਜਿਹੜੇ ਕੱਟਦੇ ਨੇ, ਉਹ ਮਹੀਨਾ ਫਿਰ ਇੰਨਾ ਜਿਵੇਂ ਤੁਹਾਨੂੰ 7-8 ਦਿਨ ਲੱਗੇ ਨੇ, ਤੇ ਜਿਨ੍ਹਾਂ ਨੂੰ ਵੱਧ ਦਿਨ ਲੱਗਦੇ ਨੇ ਉਹ ਕੀ ਹਿਸਾਬ ਹੁੰਦਾ ਹੈ? ਉਹ ਕੀ ਭਟਕ ਜਾਂਦੇ ਨੇ ਉਹ ਵੀ ਕਿ ਕਿਵੇਂ? ਜਿੱਦਾਂ ਹੁਣ ਅਸੀਂ ਜੰਗਲ ਦੇ ਵਿੱਚ ਸੀਗੇ ਜੀ, ਜਦੋਂ ਸਾਡਾ 1 ਜਾਂ 2 ਦਿਨ ਰਹਿ ਗਿਆ ਸੀਗਾ ਜੰਗਲ 'ਚੋਂ ਬਾਹਰ ਨਿਕਲਣ ਲੱਗੇ, ਤੇ ਸਾਨੂੰ ਰਸਤੇ ਦੇ ਵਿੱਚ ਨਾ ਇੱਕ ਆਪਣਾ ਮਤਲਬ ਕਿ ਜਿੱਦਾਂ ਕਹਿ ਦਈਏ 40-45 ਸਾਲ ਦੀ ਉਮਰ ਹੋ ਗਈ ਜੀ, ਤੇ ਉਹ ਮਤਲਬ ਬਜ਼ੁਰਗ ਜਿਹਾ ਹੋ ਗਿਆ ਸੀਗਾ ਜੀ ਕਾਫੀ। ਮਤਲਬ ਕਿ ਉਹ ਸਾਨੂੰ ਮਿਲਿਆ ਤੇ ਉਹ ਬੈਠਾ ਸੀਗਾ। ਜਦੋਂ ਅਸੀਂ ਉਹਦੇ ਕੋਲ ਗਏ ਤਾਂ ਅਸੀਂ ਕਿਹਾ ਵੀ ਬਾਬਾ ਜੀ ਕਿਆ ਹੋਇਆ ਤੁਹਾਨੂੰ, ਹੈ ਨਾ? ਤੇ ਉਹ ਤੇ ਤੁਰਿਆ ਨਹੀਂ ਜਾ ਰਿਹਾ ਸੀਗਾ। ਆਪਣਾ ਪੰਜਾਬੀ ਸੀਗਾ ਜੀ, ਪੰਜਾਬ ਦਾ ਹੀ ਸੀਗਾ, ਤੇ ਉਹਨਾਂ ਤੋਂ ਤੁਰਿਆ ਨਹੀਂ ਜਾ ਸਕਦਾ। ਜਿੰਨਾ ਸਾਤੋਂ ਮਦਦ ਹੋਈ ਉਹਨਾਂ ਨੂੰ ਅਸੀਂ ਲਿਜਾਣ ਦੀ ਕੋਸ਼ਿਸ਼ ਕਰੀ, ਕਿਉਂਕਿ ਬੰਦਾ ਆਪ ਵੀ ਬਹੁਤ ਥੱਕਿਆ ਵਾ ਹੁੰਦਾ, ਆਪ ਖੁਦ ਨਹੀਂ ਤੁਰਿਆ ਜਾਂਦਾ ਹੈਗਾ। ਜਿੰਨੀ ਦੂਰ ਤੱਕ ਅਸੀਂ ਲਿਜਾ ਸਕੇ ਉਹਨੂੰ ਲੈ ਗਏ, ਤੇ ਜਿੰਨਾ ਕੁ ਮਤਲਬ ਕਿ ਕਿਸੇ ਕੋਲ ਮਤਲਬ ਕਿ ਬਿਸਕੁਟ ਵਗੈਰਾ ਜਾਂ ਕੋਈ ਟੌਫੀ ਵਗੈਰਾ ਦਿੱਤੀ ਹੈਗੀ, ਜਿੰਨਾ ਕੁ ਮਤਲਬ ਹੈਗਾ ਪਾਣੀ ਪੂਣੀ ਦੀ ਬੋਤਲਾਂ ਭਰ ਕੇ ਅਸੀਂ ਮਤਲਬ ਕਿ ਉਹਨਾਂ ਨੂੰ ਜਿੰਨਾ ਕੁ ਮਦਦ ਕਰ ਸਕਦੇ ਉਹਨਾਂ ਦੀ ਕਰਕੇ ਉੱਥੇ ਮਤਲਬ ਉਹਨੂੰ ਉੱਥੇ ਛੱਡਿਆ। ਅੱਛਾ, ਜਿਹੜਾ ਉਹ ਬੰਦਾ ਸੀਗਾ ਉਹ ਵੀ ਬਾਹਰ ਜਾਣ ਵਾਸਤੇ ਆਇਆ ਸੀ? 45 ਸਾਲ ਦੀ ਉਮਰ ਦਾ ਸੀ? ਹਾਂਜੀ, ਮਤਲਬ ਕਿ ਕਾਫੀ ਮਤਲਬ ਕਿ ਉਮਰਾਂ ਦੇ ਹੁੰਦੇ ਜੀ, ਕੋਈ 40-45 ਸਾਲ ਦਾ ਹੋ ਗਿਆ। ਮਤਲਬ ਕਿ ਕਾਫੀ ਬਜ਼ੁਰਗ ਵੀ ਮਿਲੇ ਜੀ, ਜਿਹੜੀ ਮਤਲਬ ਕਿ ਡੌਂਕੀ ਦੇ ਵਿੱਚ ਮਤਲਬ ਜਾਂਦੇ ਆ। ਤੇ ਉਹਨਾਂ ਨੂੰ ਅਸੀਂ ਉੱਥੇ ਛੱਡ ਕੇ ਮਤਲਬ ਕਿ ਜਦੋਂ ਬਾਹਰ ਨਿਕਲੇ ਤਾਂ ਸਾਰੇ ਜੋ ਮੁੰਡੇ ਪਿੱਛੇ ਆਉਣਾ ਸੀ ਨੇ ਪੁੱਛਣਾ ਵੀ ਹਾਂ ਉਹ ਆਇਆ, ਮਤਲਬ ਕਿੱਦਾਂ ਹੋਇਆ। ਤੇ
ਉਹ ਘੱਟੋ ਘੱਟ ਮਤਲਬ ਕਿ 1 ਹਫ਼ਤੇ ਬਾਅਦ ਮਤਲਬ ਜੰਗਲ ਚੋਂ ਬਾਹਰ ਨਿਕਲਿਆ ਜੀ। ਉਸ ਤੋਂ ਬਾਅਦ ਤੁਹਾਡੇ ਆਉਣ ਤੋਂ ਬਾਅਦ ਜਾਣ ਤੋਂ ਬਾਅਦ ਅਸਲੀ ਮਤਲਬ ਆਰਮੀ ਨੇ ਗਾਂ ਫੜ ਲਏ ਸੀਗੇ। ਉਹ 1 ਹਫ਼ਤੇ ਬਾਅਦ ਮਗਰੋਂ ਬਾਹਰ ਆਏ, ਮਤਲਬ ਆ ਗਿਆ ਸੀਗਾ ਜੀ, ਪਰ ਉਹਨਾਂ ਦੀ ਲੱਤਾਂ ਚੱਲਣੀਆਂ ਮਤਲਬ ਕਿ ਕੰਮ ਕਰਨੀਆਂ ਹਟ ਗਈਆਂ ਸੀਗੀਆਂ। ਤੇ ਉੱਥੋਂ ਉਹਨੂੰ ਹਸਪੀਟਲ 'ਚ ਲਿਜਾਇਆ ਗਿਆ, ਉੱਥੇ ਉਹਨਾਂ ਦਾ ਮਤਲਬ ਕਿ ਇਲਾਜ ਲੂਜ ਵਗੈਰਾ ਹੋਇਆ। ਜਿਹੜੇ ਮੁੰਡੇ ਮਤਲਬ ਮਹੀਨਾ 2-2 ਮਹੀਨਾ ਮਤਲਬ ਕਿ ਜੰਗਲਾਂ ਦੇ ਵਿੱਚ ਰਹਿ ਜਾਂਦੇ ਆ, ਉਹ ਉਹਨਾਂ ਦੀ ਮਤਲਬ ਵਜ੍ਹਾ ਇਹ ਹੁੰਦੀ ਆ ਜਿਨ੍ਹਾਂ ਤੇ ਤੁਰਿਆ ਨਹੀਂ ਜਾਂਦਾ ਹੈਗਾ, ਮਤਲਬ ਕਿ ਸਰੀਰ, ਹਾਂਜੀ, ਜਿਨ੍ਹਾਂ ਦਾ ਸਰੀਰ ਜਵਾਬ ਦੇ ਜਾਂਦੇ ਆ। ਮਤਲਬ ਕਿ ਹੁਣ ਤੁਸੀਂ ਇੱਕ ਦੇਖ ਲਓ ਜੀ, ਆਪਾਂ ਨੇ ਸਵੇਰ ਤੇ 6 ਜਾਂ 7 ਵਜੇ ਸਟਾਰਟ ਕਰ ਦੇਣਾ ਤੁਰਨਾ, ਆਪਾਂ ਨੇ ਸ਼ਾਮ ਦੇ 5 ਜਾਂ 6 ਜਾਂ 7 ਵਜੇ ਤੱਕ ਤੁਰਨਾ ਹੀ ਤੁਰਨਾ, ਲਗਾਤਾਰ ਤੁਰਨਾ ਹੀ ਤੁਰਨਾ ਹੀ। ਜੇ ਆਪਾਂ ਕਿਤੇ ਆਰਾਮ ਵੀ ਕਰਾਂਗੇ ਤਾਂ ਆਪਣੇ ਅਗਲਾ ਮਤਲਬ ਕਿ ਸਰਕਲ ਜਿਹੜਾ ਤੁਰ ਰਿਹਾ ਫਰੈਂਡ, ਉਹ ਮਤਲਬ ਕਿ ਉਹਨਾਂ ਨੇ ਗਾਹਾਂ ਲੰਘ ਜਾਣਾ, ਆਪਾਂ ਪਿੱਛੇ ਰਹਿ ਸਕਦੇ ਹਾਂ ਜੀ। ਜੇ ਇਕੱਲੇ ਪਿੱਛੇ ਰਹਿ ਗਏ ਤਾਂ ਆਪਾਂ ਨੂੰ ਮਾਫੀਆ ਵਗੈਰਾ ਮਿਲ ਗਿਆ ਤਾਂ ਆਪਾਂ ਦੇ ਫੋਨ ਵਗੈਰਾ ਸਾਰੇ ਪੈਸੇ ਪੂਸੇ ਜਿਹੜੇ ਆਪਣੇ ਕੋਲ ਹੋਣਗੇ ਉਹ ਸਾਰੇ ਖੋਹ ਲੈਂਦੇ ਆ ਜੀ ਉਹ। ਇਸ ਕਰਕੇ ਆਪਾਂ ਨੂੰ ਉਹਨਾਂ ਦੇ ਨਾਲ ਇਕੱਠੇ ਰਹਿਣਾ ਪੈਂਦਾ। ਜੇ ਆਪਾਂ ਇਕੱਠੇ ਹੋਵਾਂਗੇ ਤਾਂ ਮਾਫੀਆ ਡਰਦਾ, ਇਕੱਲੇ ਬੰਦੇ ਨੂੰ ਦੇਖ ਕੇ ਮਾਫੀਆ ਵੀ ਪੈਂਦਾ ਜੀ। ਅੱਛਾ, ਇੱਕ ਚੀਜ਼ ਹੋਰ ਮੈਂ ਸੁਣੀ ਆ, ਕਹਿੰਦੇ ਵੀ ਮੈਂ ਵੀਡੀਓਜ਼ ਦੇਖੀਆਂ ਸੀ, ਕਹਿੰਦੇ ਵੀ ਜਦ ਡੌਂਕੀ ਲਾਉਂਦੇ ਨੇ ਉੱਥੇ ਬਹੁਤ ਖਤਰਾ ਹੁੰਦਾ ਹੈ, ਗੋਲੀਆਂ ਚੱਲਦੀਆਂ ਨੇ, ਲੁੱਕ ਕੇ ਜਾਣਾ ਪੈਂਦਾ, ਕਈ ਵਾਰ ਫੌਜ ਆ ਜਾਂਦੀ ਹੈ, ਕੁਛ ਇਸ ਤਰੀਕੇ ਦੀ ਚੀਜ਼ਾਂ ਹੁੰਦੀਆਂ ਨੇ? ਨਹੀਂ, ਇਹ ਤਾਂ ਮੈਂ ਨਹੀਂ ਮੰਨਦਾ ਜੀ, ਇਹ ਤਾਂ ਲੋਕਾਂ ਨੇ ਮਤਲਬ ਗੱਲਾਂ ਬਣਾਈਆਂ ਹੋਈਆਂ। ਤੇ ਜੋ ਮੇਰੀ ਅੱਖੀ ਦੇਖੀ ਹੋਇਆ ਮਤਲਬ ਕਿ ਇੱਦਾਂ ਦਾ ਕੁਛ ਨਹੀਂ। ਉਹ ਆਰਮੀ ਵਾਲੇ ਆਪਾਂ ਨੂੰ ਫੜਦੇ ਆ, ਫੜ ਕੇ ਆਪਾਂ ਨੂੰ ਪੁੱਛਗਿੱਛ ਕਰਦੇ ਆ ਵੀ ਹਾਂਜੀ ਤੁਸੀਂ ਕਿੱਥੋਂ ਆਏ, ਆਪਾਂ ਕਹਿੰਦੇ ਨਹੀਂ ਇੰਡੀਆ ਤੋਂ ਆਏ ਆ। ਹਾਂਜੀ ਤੁਸੀਂ ਕਿੱਥੇ ਜਾਣਾ, ਆਪਾਂ ਸਿੱਧਾ ਆਪਾਂ ਦੱਸ ਦਿੰਦੇ ਵੀ ਆਪਾਂ ਨੇ ਆਹ ਕੰਟਰੀ ਨੂੰ ਹੋ ਕੇ ਅਸੀਂ ਅਮਰੀਕਾ ਜਾਣਾ ਚਾਹੁੰਦੇ ਆ, ਵੀ ਅਸੀਂ ਇਸ ਪਿੱਛੇ ਤੇ ਆਏ ਆ। ਉਹ ਮਤਲਬ ਕਿ ਸਿੱਧਾ ਆਪਾਂ ਨੂੰ ਕੰਟਰੀ ਆਊਟ ਦੇ ਦਿੰਦੇ ਆ, ਮਤਲਬ ਕਿ 15 ਦਿਨ ਦਾ ਜਾਂ 40 ਦਿਨ ਦਾ ਪ੍ਰੋਸੈਸ ਦੇ ਦਿੰਦੇ ਵੀ ਸਾਡੇ ਇੰਨੇ 40 ਦਿਨ ਜਾਂ ਸਾਡੇ ਮਤਲਬ ਕਿ 2 ਹਫ਼ਤੇ ਜਾਂ ਮਹੀਨਾ ਵੀ ਸਾਡੀ ਕੰਟਰੀ ਦੇ ਵਿੱਚ ਰਹੋ, ਇੰਨੀ ਤਰੀਕ ਤੱਕ ਸਾਡੀ ਕੰਟਰੀ ਤੁਸੀਂ ਛੱਡਣੀ ਆ। ਜੇ ਆਪਾਂ 19 ਤਰੀਕ ਤੱਕ ਕੰਟਰੀ ਉਹਨਾਂ ਦੀ ਨਹੀਂ ਛੱਡੀ ਤਾਂ ਆਪਾਂ ਨੂੰ ਉਹ ਸਜ਼ਾ ਕਰ ਸਕਦੇ ਆ। ਆਪਾਂ 19 ਦਿਨਾਂ ਦੇ ਵਿੱਚ ਆਪਣੇ ਡੌਂਕਰ ਉਹਨਾਂ ਦੀ ਕੰਟਰੀ ਛਡਾ ਦਿੰਦੇ, ਆਪਾਂ ਨੂੰ ਗਾਹਾਂ ਵਾਲੀ ਮਤਲਬ ਕਿ ਜਦ ਤੁਹਾਨੂੰ ਫੜ ਲਿਆ ਗਿਆ, ਤੁਸੀਂ ਜੰਗਲ ਪਾਰ ਕਰ ਲਿਆ, ਤੁਹਾਡੀ ਟੀਮ ਨੇ 40-45 ਉਹ ਸਾਰੇ 40 ਦੇ 40 ਮੈਂਬਰ ਬਾਹਰ ਆ ਗਏ ਸੀਗੇ? ਹਾਂਜੀ, ਸਾਰੇ ਬਾਹਰ ਆ ਗਏ। ਅੱਛਾ, ਜਦ ਤੁਸੀਂ ਸਾਰੇ ਬਾਹਰ ਆ ਗਏ, ਤੁਹਾਨੂੰ ਪੁਲਿਸ ਨੇ ਫੜ ਲਿਆ, ਪਨਾਮਾ ਦੀ ਪੁਲਿਸ ਨੇ, ਫਿਰ ਅੱਗੇ ਕੀ ਪ੍ਰੋਸੈਸ ਹੋਇਆ? ਅੱਗੇ ਤੁਹਾਨੂੰ ਕਿੱਥੇ ਲੈ ਕੇ ਗਏ? ਫਿਰ ਜਿਵੇਂ ਹੁਣ ਤੁਸੀਂ ਕਹਿਣ ਦਾ ਮਤਲਬ ਹੈ ਤੁਸੀਂ ਅਮਰੀਕਾ ਦੇ ਵਿੱਚ ਐਂਟਰੀ ਕਿਵੇਂ ਲਈ? ਤੁਹਾਨੂੰ ਪਨਾਮਾ ਦਾ ਜੰਗਲ ਤੁਸੀਂ ਪਾਰ ਕਰ ਲਿਆ ਔਖਾ ਸੌਖਾ ਹੋ ਕੇ, ਦਿਨ ਲਗਾ ਕੇ, ਉਸ ਤੋਂ ਬਾਅਦ ਤੁਹਾਨੂੰ ਪੁਲਿਸ ਨੇ ਫੜ ਲਿਆ, ਮਿਲਟਰੀ ਨੇ ਫੜ ਲਿਆ, ਉਸ ਤੋਂ ਬਾਅਦ ਕਿੱਥੇ ਲੱਗੇ? ਇਹ ਜਿੱਦਾਂ ਹੁਣ ਮਿਲਟਰੀ ਨੇ ਫੜ ਲਿਆ, ਉਹਦੇ ਬਾਅਦ ਮਤਲਬ ਕਿ ਜਿਹੜੀ ਮਤਲਬ ਗਾਹਾਂ ਵਾਲੀ ਕੰਟਰੀ ਵਾਲੀ ਮਿਲਟਰੀ ਹੁੰਦੀ ਹੈ, ਜਿੱਕਣਾ ਹੁਣ ਆਪਣੀ ਪਨਾਮਾ ਦੀ ਹੋ ਗਈ, ਉਹਦੇ ਬਾਅਦ ਹੌਂਡਰਸ ਆ ਗਿਆ ਜੀ। ਉਹਨਾਂ ਨੇ ਹੌਂਡਰਸ ਵਾਲਿਆਂ ਨੂੰ, ਪੁਲਿਸ ਵਾਲਿਆਂ ਨੂੰ ਫੜਾ ਦੇਣਾ ਜੀ ਆਪਾਂ ਨੂੰ। ਉਹਨਾਂ ਨੇ ਵੀ ਮਤਲਬ ਕੰਟਰੀ ਆਊਟ ਦੇ ਦੇਣਾ ਗਾਹਾਂ, ਉਹਨਾਂ ਨੇ ਮਤਲਬ ਛੱਡ ਦੇਣਾ ਵੀ ਜਾਓ। ਉਹਨਾਂ ਦੇ ਵਿੱਚ ਆਪਣੇ ਕੰਟਰੀਆਂ ਦੇ ਵਿੱਚ ਡੌਂਕਰ ਹੁੰਦੇ ਜਿਹੜੇ ਮਤਲਬ ਕਿ ਆਪਣੇ ਏਜੰਟਾਂ ਨੇ ਸੈਟਿੰਗ ਹੁੰਦੀ ਆ, ਉਹਨਾਂ ਨੇ ਆਪਣੀ ਫੋਟੋਆਂ ਭੇਜੀਆਂ ਹੋਈਆਂ ਹੁੰਦੀਆਂ ਜੀ ਡੌਂਕਰਾਂ ਕੋਲ। ਉਹਨਾਂ ਨੇ ਫੋਟੋ ਦੇਖ ਕੇ ਆਪਣੇ ਸਾਰੇ ਇਕੱਠੇ ਕਰ ਲੈਣੇ, ਉਹਨਾਂ ਨੂੰ ਆਪਣੇ ਘਰਾਂ ਰੱਖ ਕੇ ਉਹਦੇ ਦੂਏ ਤੀਏ ਦਿਨ ਆਪਾਂ ਨੂੰ ਗਾਹਾਂ ਵਾਲੀ ਕੰਟਰੀ ਸ਼ਿਫਟ ਕਰ ਦੇਣਾ। ਜਿਵੇਂ ਜੀ ਜਿੱਕਣਾ ਹੌਂਡਰਸ ਤੋਂ ਫਿਰ ਗਵਾਟੇਮਾਲਾ ਤੋਂ ਫਿਰ ਨਿਕਾਰਾਗੁਆ, ਮਤਲਬ ਇੱਦਾਂ ਪੁਲਿਸ ਨੇ ਗਾਹਾਂ ਸ਼ਿਫਟ ਕਰਦੇ ਹੋਏ ਆਪਾਂ ਮਤਲਬ ਕਿ ਫਿਰ ਮੈਕਸੀਕੋ ਪਹੁੰਚਣਾ। ਮੇਨ ਟਾਰਗੇਟ ਆਪਾਂ ਨੇ ਮੈਕਸੀਕੋ ਜਾਣਾ, ਮੈਕਸੀਕੋ ਤੋਂ ਹੀ ਆਪਾਂ ਬਾਰਡਰ ਕ੍ਰਾਸ ਕਰ ਸਕਦੇ ਹਾਂ। ਅੱਛਾ, ਜਿਹੜੀ ਉਹ ਦੇਖਿਆ ਵੀਡੀਓ ਦੇ ਵਿੱਚ ਵੱਡੀ ਜੀ ਕੰਧ ਹੁੰਦੀ ਹੈ, ਉਹ ਮੁੰਡੇ ਕਈ ਵੀਡੀਓਜ਼ ਆਈਆਂ ਨੇ ਸੋਸ਼ਲ ਮੀਡੀਆ ਤੇ ਦੇਖੇ ਨੇ, ਉਹ ਟੱਪਦੇ ਹੁੰਦੇ ਨੇ, ਉਹ ਮੈਕਸੀਕੋ ਦੀ ਕੰਧ ਹੁੰਦੀ ਆ ਉਹ? ਹਾਂਜੀ, ਮੈਕਸੀਕੋ ਦੀ ਕੰਧ ਹੁੰਦੀ ਹੈ ਜੀ ਉਹ। ਅੱਛਾ, ਜਿੱਦਾਂ ਹੁਣ ਆਪਣਾ ਮੈਕਸੀਕੋ ਤੋਂ 4000 ਕਿਲੋਮੀਟਰ ਮਤਲਬ ਦੂਰ ਹੁੰਦੀ ਆ ਉਹ ਬਾਰਡਰ ਹੁੰਦਾ ਜੀ। ਜਿਕਣਾ ਕੋਈ ਮਤਲਬ ਲੈਦੇ ਹਰੇਕ ਏਜੰਟਾਂ ਦੀ ਲੈਦੀ ਸੈਟਿੰਗ ਹੁੰਦੀ ਹੈ। ਕੋਈ ਮੈਕਸੀਕਲੀ ਤੋਂ ਟੱਪ ਜਾਂਦਾ, ਕੋਈ ਤਜਵਾਨਾ ਤੋਂ ਟੱਪ ਜਾਂਦਾ, ਕੋਈ ਟੈਕਸਾਸ ਤੋਂ ਟੱਪ ਜਾਂਦਾ। ਜਿੱਦਾਂ ਹੁਣ ਮੈਂ ਬਾਰਡਰ ਕ੍ਰਾਸ ਕੀਤਾ ਸੀਗਾ ਜੀ, ਮੈਕਸੀਕਲੀ ਤੋਂ ਬਾਰਡਰ ਕ੍ਰਾਸ ਕੀਤਾ ਤਾਂ। ਅੱਛਾ, ਤੇ ਮੇਨ ਗੱਲ ਹੁੰਦੀ ਆਪਣੀ ਮੈਕਸੀਕੋ ਹੀ ਜਾਣਾ ਆਪਾਂ ਨੇ, ਮੈਕਸੀਕੋ ਤੋਂ ਹੀ ਆਪਾਂ ਬਾਰਡਰ ਕ੍ਰਾਸ ਕਰ ਸਕਦੇ ਹਾਂ ਅਮਰੀਕਾ ਦਾ। ਅੱਛਾ, ਤੇ ਮਤਲਬ ਕਿ ਜਿੱਦਾਂ ਹੁਣ ਕਈ ਮੁੰਡੇ ਮੈਕਸੀਕੋ ਜਾਂਦੇ, ਸਿੱਧੀ ਫਲਾਈਟ ਚਲੇ ਜਾਂਦੇ ਆ। ਤੇ ਮੈਂ ਤਾਂ ਮਤਲਬ ਕਿ ਜਿੱਦਾਂ ਹੁਣ ਮੈਕਸੀਕੋ ਦੇ ਵਿੱਚ ਸਖਤਾਈ ਹੋਣ ਕਾਰਨ ਮੈਕਸੀਕੋ ਦੇ ਵਿੱਚ ਵੀ ਡੌਂਕੀ ਲਵਾਈ, ਮਤਲਬ ਕਿ ਮੈਕਸੀਕੋ ਦੇ ਵਿੱਚ ਵੀ ਡੌਂਕੀ ਲੱਗੀ ਹੈ ਮੇਰੀ ਤਾਂ। ਪਿੱਛੋਂ ਪਨਾਮਾ ਦੇ ਜੰਗਲ 'ਚ ਤਾਂ ਡੌਂਕੀ ਲੱਗੀ ਸੀਗੀ, ਜੋ ਅੱਜ ਤੇ 2008 'ਚ ਦੇ ਵਿੱਚ ਡੌਂਕੀ ਲੱਗਦੀ ਹੁੰਦੀ ਸੀਗੀ ਮੈਕਸੀਕੋ ਦੀ ਜੀ। ਤੇ ਮਤਲਬ ਸਿੱਧੀ ਫਲਾਈਟਾਂ ਨਹੀਂ ਚੱਲਦੀਆਂ ਸੀ ਉੱਥੇ, ਹੁਣ ਤਾਂ ਚਲੋ ਸਿੱਧੀਆਂ ਫਲਾਈਟਾਂ ਚੱਲਣ ਲੱਗ ਗਈਆਂ। ਮਤਲਬ 2008 ਵਾਲਾ ਕੰਮ ਹੋ ਗਿਆ ਸੀਗਾ 2019 ਦੇ ਵਿੱਚ, ਮਤਲਬ ਕਿ ਮੈਕਸੀਕੋ ਦੇ ਵਿੱਚ ਵੀ ਸਾਡੀ ਡੌਂਕੀ ਲੱਗੀ ਸੀਗੀ। ਉਹ ਕਿਵੇਂ? ਕਿਉਂਕਿ ਕੁਛ ਸਖਤਾਈ ਹੋ ਗਈ, ਜਿੱਦਾਂ ਹੁਣ ਟਰੰਪ ਨੇ ਸਖਤਾਈ ਕਰਤੀ ਸੀਗੀ, ਜੋ ਇਹ ਖਾਣਾ ਪੀਣਾ ਸਾਰਾ ਸਮਾਨ ਆਉਂਦਾ ਮੈਕਸੀਕੋ ਨੂੰ ਅਮਰੀਕਾ ਤੋਂ ਆਉਂਦਾ। ਮਤਲਬ ਕਿ ਉਹਨਾਂ ਨੂੰ ਕਹਿਤਾ ਵੀ ਜੋ ਇਹ ਬੰਦਾ ਆਉਂਦਾ ਹੈ ਮੈਕਸੀਕੋ ਤੇ ਹੋ ਕੇ ਆਉਂਦਾ, ਵੀ ਜੇ ਇਹਨਾਂ ਨੂੰ ਤੁਸੀਂ ਨਹੀਂ ਰੋਕਦੇ ਤੁਹਾਡਾ ਖਾਣਾ ਪੀਣਾ ਸਭ ਜੋ ਇੱਧਰ ਤੇ ਸਾਡਾ ਆਉਂਦਾ ਸਭ ਕੁਝ ਬੰਦ ਕੀਤਾ ਜਾਊਗਾ। ਤਾਂ ਉਹ ਡਰ ਦੇ ਮਾਰੇ ਉਹਨਾਂ ਨੇ ਸਾਡੇ ਪਾਸ ਬਣਾਉਣੇ ਸਟਾਰਟ ਕਰਤੇ ਉੱਥੇ ਮੈਕਸੀਕੋ ਵਾਲਿਆਂ ਨੇ, ਵੀ ਤੁਸੀਂ ਇੱਥੇ ਹੀ ਕੰਮ ਕਰੋ। ਆਪਣੇ ਮਤਲਬ ਇੰਡੀਆ ਨੇ ਹੁਣ ਟਾਰਗੇਟ ਬਣਾਇਆ ਹੋਇਆ ਤਾਂ ਵੀ ਜਾਣਾ ਹੀ ਅਮਰੀਕਾ ਦੇ ਬਿਨਾਂ ਅਸੀਂ ਰਹਿਣਾ ਹੀ ਹੈ ਨਹੀਂ ਉਰੇ। ਤਾਂ ਉਸ ਕਰਕੇ ਮਤਲਬ ਕਿ ਜੋ ਸਾਡੇ ਏਜੰਟਾਂ ਦੀ ਸੈਟਿੰਗ ਦੀ, ਉਹਨਾਂ ਦੇ ਜਿਹੜੇ ਡੌਂਕਰਾਂ ਨੇ ਮਤਲਬ ਕਿ ਆਪਣਾ ਡੌਂਕੀ ਲਾਉਣੀ ਸਟਾਰਟ ਕਰਤੀ। ਜਿੱਦਾਂ ਹੁਣ ਸ਼ਿਪਾਂ ਵਗੈਰਾ ਰਾਹੀਂ ਲਿਜਾ ਕੇ ਆਪਾਂ ਨੂੰ ਪਾਰ ਕਰਾਏ, ਆਪਣੇ ਕਹਿੰਦੇ ਜੰਗਲਾਂ ਦੇ ਵਿੱਚ ਕੱਢ ਕੇ, ਜਿੱਦਾਂ ਜੰਗਲਾਂ 'ਚ ਜਾਣਾ ਜੀ ਆਪਾਂ ਨੇ, ਤੇ ਫਿਰ ਆਪਣਾ ਜਿੱਕਣਾ ਹੁਣ ਸਮੁੰਦਰ ਵਗੈਰਾ ਪਾਰ ਕਰੇ, ਤਾਂ ਮਤਲਬ ਕਿ ਜਾ ਕੇ ਆਪਾਂ
ਮੈਕਸੀਕੋ ਦੇ ਮਤਲਬ ਲਾਸਟ ਮੈਂ ਆਪਾਂ ਜਿੱਥੇ ਬਾਰਡਰ ਆ ਉੱਥੇ ਪਹੁੰਚੇ। ਕਿੰਨੇ ਦਿਨ ਲੱਗੇ ਸੀ ਫਿਰ ਪਨਾਮਾ ਤੋਂ ਬਾਅਦ? ਫਿਰ ਮੈਕਸੀਕੋ ਦੇ ਵਿੱਚ ਵੀ ਡੋਂਕੀ ਲਾਈ ਆ, ਕਿੰਨੇ ਦਿਨ ਲੱਗੇ ਸੀਗੇ ਬਾਰਡਰ ਤੱਕ ਮੈਕਸੀਕੋ ਦੀ ਪਹੁੰਚਣ ਨੂੰ? ਉੱਥੇ ਤੱਕ ਵੀ ਮੇਰਾ 9 ਜਾਂ ਮਤਲਬ ਕਿ 10 ਕੁ ਦਿਨ ਲੱਗ ਗਏ ਸੀਗੇ ਜੀ ਮੇਰੇ ਆਰਾਮ 10 ਨਾਲ। ਦਿਨ ਪਹਿਲਾਂ, 10 ਦਿਨ ਫਿਰ ਉਸ ਤੋਂ ਬਾਅਦ 8-10 ਦਿਨ ਬਾਅਦ। ਹਾਂਜੀ ਜਿੱਕਣਾ ਹੁਣ ਮਤਲਬ ਕਿ ਜਦੋਂ ਆਪਾਂ ਜਾਂਦੇ ਆ ਟਾਪਾ ਚੁੱਲਾ ਮਤਲਬ ਪਹਿਲਾਂ ਜਦੋਂ ਆਪਾਂ ਹੌਂਡਰਸ ਤੋਂ ਜਦੋਂ ਪਾਰ ਕਰਦੇ ਨਾ ਜੀ ਆਪਾਂ ਗਵਾਟੇਮਾਲਾ ਤੋਂ ਮੈਕਸੀਕੋ 'ਚ ਐਂਟਰ ਹੁੰਦੇ ਆ, ਜਿਹੜੀ ਪਹਿਲੀ ਮਤਲਬ ਸਿਟੀ ਆਉਂਦੀ ਆ ਉਹ ਮਤਲਬ ਕਿ ਟਾਪਾ ਚੁੱਲਾ ਆਉਂਦੀ ਹੈ ਜੀ। ਟਾਪਾ ਚੁੱਲਾ ਤੋਂ ਮਤਲਬ ਕਿ ਮੈਨੂੰ ਮੇਨ ਮਤਲਬ ਕਿ ਸਿਟੀ ਮੈਂ ਜਾਣ ਵਾਸਤੇ ਜਿਹੜੀ ਮਤਲਬ ਬਾਰਡਰ ਦੇ ਲਾਗ ਸਿਟੀ ਆ ਅਮਰੀਕਾ ਦੇ, ਉੱਥੇ ਮਤਲਬ ਕਿ 10 ਦਿਨ ਲੱਗ ਗਏ ਸੀਗੇ ਟੋਟਲੀ ਮੈਨੂੰ। ਫਿਰ ਜਦ ਤੁਸੀਂ ਬਾਰਡਰ ਟੱਪੀ, ਮੈਕਸੀਕੋ ਦੀ ਬਾਰਡਰ ਟੱਪ ਗਏ, ਹਾਂਜੀ, ਉਸ ਤੋਂ ਬਾਅਦ ਫਿਰ ਕੀ ਹੁੰਦਾ? ਫਿਰ ਅਮਰੀਕਾ ਆ ਜਾਂਦਾ ਉਹ ਤਾਂ, ਫਿਰ ਅਮਰੀਕਾ ਦੀ US ਆਰਮੀ ਜਿਹੜੀ ਫੜ ਲੈਂਦੀ ਹੁੰਦੀ ਆ ਉੱਥੇ ਮਤਲਬ ਕਿ ਕਿਸਮਤ ਆ, ਕਈਆਂ ਨੂੰ ਮਤਲਬ ਆਰਮੀ ਮਿਲ ਜਾਂਦੀ ਹੈ ਫੜਨ, ਬਾਰਡਰ ਪੈਟਰੋਲਿੰਗ ਵਾਲੇ ਮਤਲਬ ਕਿ ਗੇੜਾ ਕੱਢਦੇ ਫਿਰਦੇ ਹੁੰਦੇ ਆ, ਕਈਆਂ ਨੂੰ ਮਿਲ ਜਾਂਦੇ ਆ, ਕਈਆਂ ਨੂੰ ਨਹੀਂ ਮਿਲਦੇ। ਜਿਨ੍ਹਾਂ ਨੂੰ ਨਹੀਂ ਮਿਲਦੇ ਜੀ ਉਹ ਮਤਲਬ ਕਿ ਸੇਫ ਪਹੁੰਚ ਜਾਂਦੇ ਆ, ਮਤਲਬ ਅੰਦਰ ਐਂਟਰ ਹੋ ਜਾਂਦੇ ਆ ਅਮਰੀਕਾ ਦੇ। ਹਾਂਜੀ ਅਮਰੀਕਾ ਦੇ ਅੰਦਰ। ਜਿੱਕਣ ਹੁਣ ਸਾਨੂੰ ਮਤਲਬ ਕਿ ਪੁਲਿਸ ਮਿਲ ਗਈ ਸੀਗੀ ਅਮਰੀਕਾ ਦੀ, ਉਹਨਾਂ ਨੇ ਸਾਨੂੰ ਅਰੈਸਟ ਕਰਕੇ ਮਤਲਬ ਕਿ ਚੌਂਕੀ ਦੇ ਵਿੱਚ ਲੈ ਜਾਂਦੇ ਆ, ਜਿੱਦਾਂ ਆਪਣੇ ਕੋਈ ਥਾਣਾ ਕਹਿ ਦਈਏ, ਮਤਲਬ ਕਿ ਉੱਦਾਂ ਲੈ ਜਾਂਦੇ ਆ। ਉੱਥੇ ਲੈ ਜਾ ਕੇ ਆਪਣੇ ਮਤਲਬ ਕਿ ਸਾਰੀ ਤਲਾਸ਼ੀ ਵਗੈਰਾ ਲੈਂਦੇ ਆ, ਲੈ ਕੇ ਮਤਲਬ ਕਿ ਫਿਰ ਉਹ ਆਪਾਂ ਨੂੰ ਨਾ ਟੌਰਚਰ ਕਰਦੇ ਆ ਥੋੜਾ ਟਾਈਮ, ਤੇ ਥੋੜਾ ਟਾਈਮ ਮਤਲਬ ਕਿ ਨਹੀਂ ਕੁੱਟਦੇ ਮਾਰਦੇ ਨਹੀਂ ਜੀ, ਮਤਲਬ ਕਿ ਉਹਨਾਂ ਨੂੰ ਟੌਰਚਰ ਇਦਾਂ ਦਾ ਮਤਲਬ ਕਿ ਉਹਨਾਂ ਨੇ ਇੱਕ ਸ਼ਰਟ ਦੇਣੀ ਆਪਾਂ ਨੂੰ ਬਸ, ਸਿਰਫ ਮਤਲਬ ਜੇ ਆਪਾਂ ਨੇ 2-3 ਸ਼ਰਟਾਂ ਪਾਈਆਂ ਸਿਰਫ ਇੱਕ ਸ਼ਰਟ ਰਹੂਗੀ ਆਪਣੇ, ਤੇ ਜੇ ਆਪਣੇ ਕੋਈ ਨਿੱਕਰ ਵਗੈਰਾ ਪਾਈ ਹੋਈ ਉਹ ਵੀ ਥੱਲੇ ਤੇ ਕਢਾ ਕੇ ਇਕੱਲੀ ਇੱਕ ਲੋਅਰ ਰਹੂਗੀ ਆਪਣੇ, ਤੇ ਉਹਨਾਂ ਨੇ ਇੱਕ ਆਪਾਂ ਨੂੰ AC ਵਾਲੇ ਕਮਰੇ ਦੇ ਵਿੱਚ ਬੰਦ ਕਰ ਦੇਣਾ, AC ਫੁੱਲ ਛੱਡ ਦੇਣਾ, ਮਤਲਬ ਕਿ ਸਾਰਾ ਬੰਦ ਹੋਊਗਾ ਕਮਰਾ, AC ਫੁੱਲ ਛੱਡ ਕੇ ਮਤਲਬ ਕਿ ਇੱਕ ਜਿੱਦਾਂ ਫਾਈਲ ਪੇਪਰ ਹੁੰਦਾ ਉਹ ਦੇ ਦੇਣਾ ਸਿਰਫ ਦਾਲੇ ਲੈਣ ਲਈ, ਤੇ ਬਸ ਮਤਲਬ ਕਿ ਉਹਨਾਂ ਨੇ ਆਪਾਂ ਨੂੰ ਅੰਦਰ ਬੰਦ ਕਰਕੇ AC ਵਿੱਚ ਛੱਡ ਦੇਣਾ। ਉਹ ਇੱਕ ਦਿਨ ਰਹਿ ਸਕਦੇ, ਕੋਈ ਮੁੰਡੇ 10-10 ਦਿਨ ਵੀ ਰਹਿੰਦੇ ਆ, 8-8 ਦਿਨ ਵੀ ਰਹਿੰਦੇ ਆ, ਜਾਂ 2 ਦਿਨ ਵੀ ਰਹਿੰਦੇ ਆ, ਮਤਲਬ AC ਵਾਲਾ ਟੌਰਚਰ ਕਰਦੇ ਆ, ਹੋਰ ਕੋਈ ਨਹੀਂ, ਮਤਲਬ AC 'ਚ ਰੱਖਣਾ ਉਹਨਾਂ ਨੇ। ਤੁਹਾਨੂੰ ਕਿੰਨੇ ਦਿਨ ਰੱਖਿਆ ਸੀ? ਮੈਂ ਮਤਲਬ ਕਿ 2 ਦਿਨ ਰਿਹਾ ਜੀ। 2 ਦਿਨ ਤੋਂ ਬਾਅਦ ਮੇਰੀ ਉਹਨਾਂ ਨੇ ਇੰਟਰਵਿਊ ਲੈ ਕੇ ਤਾਂ ਮੇਰੇ ਕੈਲੀਫੋਰਨੀਆ ਦਾ ਕਲੈਕਸੀਕੋ ਕੈਂਪ ਆ, ਮੈਨੂੰ ਉੱਥੇ ਲੈ ਗਏ ਸੀਗੇ। ਅੱਛਾ, 2 ਦਿਨ ਤੁਹਾਨੂੰ ਉੱਥੇ ਰੱਖ ਕੇ ਟੌਰਚਰ ਜਿਹੜਾ ਕੀਤਾ, ਉਹ ਜਿਹੜਾ ਤੁਹਾਨੂੰ ਠੰਡ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਭੇਜਤਾ? ਹਾਂਜੀ, ਮੈਨੂੰ ਕਲੈਕਸੀਕੋ ਕੈਂਪ 'ਚ ਲੈ ਗਏ ਸੀਗੇ, ਜਿਹੜਾ ਮਤਲਬ ਕੈਲੀਫੋਰਨੀਆ ਦੇ ਵਿੱਚ ਹੀ ਆ। ਅੱਛਾ। ਤੇ ਮਤਲਬ ਉੱਥੇ ਫੈਸਿਲਿਟੀ ਵਧੀਆ ਤੀ, ਮਤਲਬ ਕਿ ਉੱਥੇ ਮੈਂ ਰਿਹਾ, ਉੱਥੇ ਵੀ ਮੈਂ 2-3 ਦਿਨ ਲਈ ਰਿਹਾ। ਉੱਥੋਂ ਬਾਅਦ ਮੇਰੀ ਮਤਲਬ ਕਿ ਮੈਨੂੰ ਇੰਝ ਤਾਂ ਮੈਨੂੰ ਮੇਰੇ ਇੱਥੇ ਬਿਆਨ ਸਾਰਾ ਕੁਝ ਇੱਥੇ ਹੋ ਜਾਊਗਾ ਜਾਂ ਮੈਂ ਇੱਥੋਂ ਬਾਹਰ ਆ ਜਾਊਗਾ, ਪਰ ਉਹ ਮਤਲਬ ਕਿ ਕੁਝ ਨਹੀਂ ਹੋਇਆ। ਉੱਥੋਂ ਮਤਲਬ ਕਿ ਮੈਨੂੰ ਉਹਨਾਂ ਨੇ ਮੇਰੀ ਰਾਤ ਨੂੰ ਮਤਲਬ ਕਿ ਉਹਨਾਂ ਨੇ ਮੈਨੂੰ ਠਾਲਿਆ, ਰਾਤ ਨੂੰ ਠਾਲ ਕੇ ਉਹਨਾਂ ਨੇ ਕਿਹਾ ਵੀ ਤੈਨੂੰ ਅੱਗੇ ਮਤਲਬ ਸ਼ਿਫਟ ਕਰਨਾ ਕੈਂਪ ਦੇ ਵਿੱਚ। ਰਾਤ ਨੂੰ ਲੈ ਕੇ ਉਹਨਾਂ ਨੇ ਮਤਲਬ ਹੱਥ ਖੜੀਆਂ ਲਾ ਕੇ ਮੇਰੇ ਤੇ ਪੈਰਾਂ ਨੂੰ ਹੱਥ ਖੜੀਆਂ ਲਾ ਕੇ, ਬਾਹਾਂ ਨੂੰ ਹੱਥ ਖੜੀਆਂ ਲਾ ਕੇ, ਤਾਂ ਮੈਨੂੰ ਰਾਤ ਨੂੰ ਮਤਲਬ ਕਿ ਬੱਸ ਦੇ ਵਿੱਚ ਬਿਠਾ ਕੇ 5 ਘੰਟੇ ਬੱਸ ਚੱਲ ਕੇ, ਤਾਂ ਮੈਨੂੰ ਫਲਾਈਟ ਦੇ ਵਿੱਚ ਬਿਠਾ ਕੇ ਮਤਲਬ ਕਿ ਲੂਜ਼ੀਆਨਾ ਸਟੇਟ ਦੇ ਮਿਸੀਸਿਪੀ ਸਟੇਟ ਦੇ ਵਿੱਚ ਲੈ ਕੇ, ਮਿਸੀਸਿਪੀ ਸਟੇਟ ਦੇ ਵਿੱਚ ਲੈ ਕੇ ਉੱਥੇ ਮੇਰੇ ਮਤਲਬ ਕਿ ਸਾਰੇ ਮਤਲਬ ਕਿ ਪੁੱਛ ਗਿੱਛ ਕੀਤੀ, ਤੁਸੀਂ ਕਿਵੇਂ ਆਏ ਹੋ, ਕਿਆ ਕਰਨਾ ਹੈ ਉਰੇ, ਮਤਲਬ ਜੋ ਬਿਆਨ ਵਗੈਰਾ ਹੁੰਦੇ ਆਪਣੇ ਸਾਰੇ ਆਪਾਂ ਨੇ ਉੱਥੇ ਬਿਆਨ ਦਿੱਤੇ ਵੀ ਸਾਨੂੰ ਸਾਡੀ ਕੰਟਰੀ ਦੇ ਵਿੱਚ ਖਤਰਾ ਹੈ ਨਾ, ਵੀ ਜਿੱਦਾਂ ਵੀ ਜੋ ਬਿਆਨ ਦਿੱਤੇ ਜਾਂਦੇ ਆ ਉਹ ਬਿਆਨ ਦੇ ਕੇ, ਤਾਂ ਮਤਲਬ ਕਿ ਉਹ ਆਪਣੇ ਕਿਸਮਤ ਆ ਵੀ ਆਪਾਂ ਨੂੰ ਪਾਸ ਆ ਜਾਂ ਨਹੀਂ ਪਾਸ ਹੈਗਾ, ਉਹ ਜੱਜ ਤੇ ਡਿਪੈਂਡ ਆ। ਤਾਂ ਉਹਨਾਂ ਨੇ ਫਿਰ ਮੈਨੂੰ ਉੱਥੋਂ ਫੇਰ ਫਲਾਈਟ ਕਰਕੇ ਤਾਂ ਉਹਨਾਂ ਨੇ ਮੈਨੂੰ ਲੂਜ਼ੀਆਨਾ ਸਟੇਟ ਦੇ ਵਿੱਚ ਲਿਆਂਦਾ। ਜਦੋਂ ਮੈਂ ਲੂਜ਼ੀਆਨਾ ਸਟੇਟ ਦੇ ਵਿੱਚ ਆਇਆ ਤਾਂ ਮੇਰੀ ਉੱਥੇ ਤਰੀਕ ਪੈਣੀ ਸੀਗੀ ਜੱਜ ਕੋਲ ਜੀ। ਜਦੋਂ ਜੱਜ ਕੋਲ ਤਰੀਕ ਪੈਣੀ ਤੀ, ਮੈਂ ਤਰੀਕ 'ਤੇ ਆਇਆ। ਜਦੋਂ ਮੇਰੀ ਤਰੀਕ ਫੇਲ ਹੋਈ ਤਾਂ ਮੈਂ ਵਾਪਸ ਆ ਕੇ ਤਾਂ ਇਹਨਾਂ ਨੇ ਮੈਨੂੰ, ਜੱਜ ਨੇ ਮੈਨੂੰ ਆਰਡਰ ਦਿੱਤੇ ਵੀ ਤੁਹਾਨੂੰ ਸਾਰਿਆਂ ਨੂੰ ਵਾਪਸ ਭੇਜਿਆ ਜਾਊਗਾ। ਜੋ ਵੀ ਤੁਸੀਂ ਮਤਲਬ ਗੱਲ ਕਰ ਰਹੇ ਆ, ਜੋ ਵੀ ਤੁਸੀਂ ਕਹਿ ਰਹੇ ਆ ਵੀ ਇੰਡੀਆ ਦੇ ਵਿੱਚ ਤੁਹਾਡੇ ਕੁਝ ਵੀ ਆਏ, ਸਭ ਕੁਝ ਝੂਠ ਬੋਲਦੇ। ਮਤਲਬ ਕਿ ਟਰੰਪ ਦੇ ਹੋਣ ਦੇ ਬਾਵਜੂਦ ਮਤਲਬ ਕਿ ਸਖਤਾਈ ਬਹੁਤ ਜ਼ਿਆਦਾ ਹੋ ਗਈ ਸੀਗੀ। ਅੱਛਾ। ਅਮਰੀਕਾ ਦੇ ਵਿੱਚ ਬਹੁਤ ਸਖਤਾਈ ਹੋ ਗਈ ਤੇ ਮਤਲਬ ਕਿ ਜੋ ਵੀ ਬੰਦਾ ਮਤਲਬ ਕਿ ਜੋ ਸੱਚ ਪ੍ਰੂਫ ਵੀ ਦੇ ਰਹੇ ਆ, ਤੁਸੀਂ ਕੁਝ ਵੀ ਕਹਿ ਰਹੇ ਆ, ਸਭ ਮਤਲਬ ਕਿ ਉਹ ਝੂਠ ਕਹਿ ਰਹੇ ਸੀਗੇ ਵੀ ਤੁਸੀਂ ਝੂਠ ਬੋਲਦੇ ਆ। ਜੇ ਆਪਾਂ ਕੁਝ ਵੀ ਸੱਚ ਕਹਿ ਰਹੇ ਸੀ ਵੀ ਸਾਨੂੰ ਕੋਈ ਖਤਰਾ ਜੀ ਇੰਡੀਆ ਦੇ ਵਿੱਚ, ਮਤਲਬ ਕਿ ਸਾਨੂੰ ਇੱਥੇ ਪਨਾਹ ਦਿੱਤੀ ਜਾਵੇ, ਉਹਨਾਂ ਨੇ ਮਤਲਬ ਕਿ ਕੋਈ ਮਤਲਬ ਕਿ ਗੱਲ ਨਹੀਂ ਸੁਣੀ ਸਾਡੀ। ਬਸ ਉਹਨਾਂ ਨੇ ਸਿੱਧਾ ਕਹਿਤਾ ਵੀ ਤੁਸੀਂ ਵਾਪਸ ਭੇਜੇ ਜਾਓਗੇ ਇੰਡੀਆ। ਅੱਛਾ, ਜਿਹੜੇ ਤੁਸੀਂ 40 ਜਣਿਆਂ ਦਾ ਗਰੁੱਪ ਗਿਆ ਸੀਗਾ, ਮੈਕਸੀਕੋ ਬਾਰਡਰ ਟੱਪੇ ਸੀਗੇ, ਉਹਦੇ ਵਿੱਚੋਂ ਕਿੰਨੇ ਜਾਣੇ ਫਿਰ ਸੇਫਲੀ ਚੱਲ ਗਏ ਸੀ ਤੇ ਕਿੰਨੇ ਜਾਣੇ ਜਿਹੜੇ ਪੁਲਿਸ ਦੇ ਹੱਥੇ ਚੜ ਗਏ ਸੀਗੇ? ਸੇਫ ਦਾ ਵੀ ਇਦਾਂ ਤਰੀਕਾ ਹੁੰਦਾ ਜੀ, ਮਤਲਬ ਕਿ ਜਿਨ੍ਹਾਂ ਦੇ ਤਾਂ ਮੁੰਡਿਆਂ ਨੇ ਮਤਲਬ ਕਿ ਪੈਸੇ ਵੀ ਦੇਤੇ ਸੀਗੇ, ਕਈ ਮਤਲਬ ਕਿ 15-15 ਲੱਖ ਰੁਪਏ ਲੈਦਾ ਦੇਣਾ ਪੈਂਦਾ ਉਹਨਾਂ ਲਈ। ਤੇ ਜੋ ਉਹਦੇ ਵਾਸਤੇ ਵੀ ਅੱਡ ਪੈਸੇ ਦੇਣੇ? ਹਾਂਜੀ, ਉਹਦੇ ਵਾਸਤੇ ਆਪਾਂ ਨੂੰ ਮੈਕਸੀਕੋ ਜਾ ਕੇ ਮਤਲਬ ਕਿ ਮਾਫੀਆ ਨੂੰ, ਉਹ ਮਾਫੀਆ ਦੀ ਸੈਟਿੰਗ ਹੁੰਦੀ ਹੈ। ਉਹਨਾਂ ਨੇ ਮਤਲਬ ਕਿ ਅੰਡਰਗਰਾਊਂਡ ਸੁਰੰਗਾਂ ਪੱਟੀਆਂ ਹੋਈਆਂ ਹੁੰਦੀਆਂ ਥੱਲੇ ਨੂੰ, ਉਹ ਸਿੱਧਾ ਜਾ ਕੇ ਘਰਾਂ ਦੇ ਅੰਦਰ ਨਿਕਲਦੀਆਂ। ਕਈ ਮਤਲਬ ਕਿ ਕਈਆਂ ਦੀ ਸੈਟਿੰਗ ਹੁੰਦੀ ਆ, ਜਾਂ ਉਹ ਜੰਗਲਾਂ 'ਚ ਨੂੰ ਪਾਰ ਕਰਾ ਕੇ, ਕਈਆਂ ਦੀ ਗੱਡੀਆਂ ਖੜੀਆਂ ਹੁੰਦੀਆਂ ਅੱਗੇ, ਜਾਂ ਕਾਰਾਂ ਜਾਂ ਕੋਈ ਟਰੱਕਾਂ 'ਚ ਬਿਠਾ ਕੇ ਪਾਰ ਕਰਾ ਦਿੰਦੇ ਆ। ਮਤਲਬ ਹਰੇਕ ਦੇ ਲੈਦੇ ਤਰੀਕੇ ਪਾਰ ਮਤਲਬ ਸੇਵ ਕੱਢਣ ਦੇ। ਅੱਛਾ। ਤੇ ਜਿਹਨੇ ਪੈਸੇ ਦੇਤੇ ਉਹਨੂੰ ਸੇਵ ਕਰ ਦਿੰਦੇ? ਜਿਨ੍ਹਾਂ ਦੇ 15 ਲੱਖ ਰੁਪਏ ਦੇਤਾ ਉੱਥੇ ਜਾ ਕੇ, ਉਹਨਾਂ ਨੂੰ ਮਤਲਬ ਆਪਾਂ ਗਾਹਾਂ ਸੇਵ ਕੱਢ ਦਿੰਦੇ ਆ। ਅੱਛਾ। ਤੇ ਕਈ ਦੇ ਨਹੀਂ ਸਕਦੇ ਤਾਂ ਉਹ ਆਪਣਾ ਆਪ ਹੀ ਮਿਹਨਤ ਕਰਦੇ ਸੇਫ ਨਿਕਲਣ ਦੀ, ਜਾਂ ਨਿਕਲ ਜਾਂਦੇ ਆ, ਨਹੀਂ ਉਹ ਫੜ ਹੋ ਜਾਂਦੇ ਆ। ਫਿਰ ਤੁਹਾਨੂੰ ਜਦ ਜੇਲ੍ਹ ਦੇ ਵਿੱਚ ਰੱਖਿਆ ਗਿਆ, ਤੁਹਾਨੂੰ ਉੱਥੇ ਜਿਹੜੀ ਸਿਟੀਜ਼ ਦੇ ਵਿੱਚ ਲੈ ਕੇ ਗਏ ਸੀਗੇ, ਉੱਥੇ ਫਿਰ ਤੁਹਾਨੂੰ ਜੇਲ੍ਹ ਦੇ ਵਿੱਚ ਕਿੰਨਾ ਦਿਨ ਰੱਖਿਆ ਗਿਆ? ਜੇਲ੍ਹ ਦੇ ਵਿੱਚ ਮੈਂ ਤਾਂ ਜੀ 10 ਮਹੀਨੇ ਰਿਹਾ। 10 ਮਹੀਨੇ? ਹਾਂਜੀ, 10 ਮਹੀਨੇ ਰਿਹਾ ਮੈਂ ਜੇਲ੍ਹ ਦੇ ਵਿੱਚ। ਤਾਂ
ਤੇ ਬਾਕੀ ਕਈ ਮੁੰਡੇ ਵੀ ਮੇਰੇ ਨਾਲ ਦੇ ਪੁਰਾਣੇ ਬੈਠੇ ਤੇ ਕੋਈ ਸਾਲ ਦਾ ਬੈਠਾ ਤਾਂ ਕੋਈ 2-2 ਸਾਲ ਹੋ ਗਏ ਤੇ ਕਿਸੇ ਨੂੰ 3-3 ਸਾਲ ਵੀ ਹੋ ਗਏ ਸੀਗੇ ਜੇਲ੍ਹ ਦੇ ਵਿੱਚ। ਹਾਂਜੀ ਜੇਲ੍ਹ ਦੇ ਵਿੱਚ ਤੇ ਉਹ ਸੁੱਕ ਕੇ ਵੀ ਕਾਫੀ ਵੀਕ ਹੋਏ ਪਏ ਤੇ ਮਾੜੇ ਹੋਏ ਪਏ ਤੇ ਕਿਉਂਕਿ ਖਾਣਾ ਪੀਣਾ ਉਹਨਾਂ ਦਾ ਐਸਾ ਹੀ ਆ ਇਹੋ ਜਿਹਾ ਹੀ ਮਿਲਦਾ ਜੀ ਮਤਲਬ ਕਿ ਜਿਵੇਂ ਥੋੜਾ ਖਾਣ ਨੂੰ ਬਸ ਆਹੀ ਮਤਲਬ ਬ੍ਰੈਡ ਦੇ ਦੇਣਾ ਜੀ ਥੋੜਾ ਮੱਖਣ ਦੇਣਾ ਜੀ ਜਾਂ ਕੋਈ ਛੋਲੇ ਵਗੈਰਾ ਹੋ ਗਏ ਜਿਹੜੇ ਮਤਲਬ ਵੈਜ ਹੀ ਹੁੰਦੇ ਉਹਨਾਂ ਲਈ ਤਾਂ ਕੁਝ ਵੀ ਨਹੀਂ ਹੈਗਾ ਖਾਣ ਨੂੰ ਉਹਨਾਂ ਲਈ ਤਾਂ ਬ੍ਰੈਡ ਹੋ ਗਏ ਜਾਂ ਉਹਨਾਂ ਨਾਲ ਜੈਮ ਦੇ ਦੇਣੀ ਥੋੜ੍ਹੀ ਬਹੁਤੀ ਤੇ 2-2 ਬ੍ਰੈਡ ਦੇ ਦੇਣੇ ਜਾਂ ਪਾਣੀ ਦਾ ਗਲਾਸ ਦੇ ਦੇਣਾ ਨਾਲ ਜੀ ਜਾਂ ਜਿੱਦਾਂ ਹੁਣ ਆਪਣੇ ਕਹਿ ਦਈਏ ਜੀ ਆਹ ਕਿੱਦਾਂ ਕਹਿੰਦੇ ਨੇ ਉਹਨੂੰ ਬ੍ਰੈਡ ਵਗੈਰਾ ਕੁਝ ਹਾਂਜੀ ਬ੍ਰੈਡ ਫਰੂਟ ਵਗੈਰਾ ਦੇਤੇ ਜਿੱਦਾਂ ਹੁਣ ਜਿੱਦਾਂ ਜੈਮ ਜੂਮ ਲਾ ਕੇ ਦੇ ਦੇਣੀ ਬਸ ਇੰਨਾ ਕੁ ਇਹਨਾਂ ਲਈ ਤਾਂ ਮਿਲਦਾ ਜਿਹੜੇ ਮਤਲਬ ਕਿ ਵੈਜ ਨਹੀਂ ਹੈਗੇ ਉਹਨਾਂ ਨੂੰ ਚਿਕਨ ਵਗੈਰਾ ਹੋ ਗਿਆ ਜਿੱਦਾਂ ਉਹਨਾਂ ਲਈ ਮਾੜਾ ਮੋਟਾ ਡਾਈਟ ਡੂਟ ਵਗੈਰਾ ਠੀਕ ਰਹਿੰਦੀ ਆ ਜ਼ਿਆਦਾਤਰ ਤਾਂ ਆਪਾਂ ਨੂੰ ਆਪਣੇ ਪੈਸਿਆਂ ਦਾ ਹੀ ਲੈਣਾ ਪੈਂਦਾ ਸਾਰਾ ਕੁਝ ਉੱਥੇ ਅੰਦਰ ਜੋ ਮਤਲਬ ਕਿ ਆਪਾਂ ਆਪਣੇ ਪੈਸੇ ਲਾਉਂਗੇ ਤਾਂ ਆਪਾਂ ਕੁਝ ਖਾਣ ਨੂੰ ਲੈ ਸਕਦੇ ਹਾਂ ਜੇ ਆਪਾਂ ਕੋਲ ਕੁਝ ਨਹੀਂ ਪੈਸੇ ਨਹੀਂ ਹੈਗੇ ਤਾਂ ਬਸ ਉਹਨਾਂ ਦੇ ਮਤਲਬ ਕਿ ਢਿੱਡ ਨਹੀਂ ਭਰਿਆ ਜਾ ਸਕਦਾ ਪੈਸੇ ਕਿੱਥੋਂ ਫਿਰ ਦਿੰਦੇ ਹੁੰਦੇ ਸੀ ਤੁਸੀਂ ਪੈਸੇ ਇੱਦਾਂ ਜਿੱਦਾਂ ਹੁਣ ਆਪਣਾ ਕੋਈ ਫਰੈਂਡ ਸਰਕਲ ਹੋ ਗਿਆ ਅਮਰੀਕਾ ਦੇ ਵਿੱਚ ਜਾਂ ਕੋਈ ਆਪਣੇ ਰਿਸ਼ਤੇਦਾਰ ਵਗੈਰਾ ਹੋ ਗਿਆ ਉਹਨਾਂ ਨੂੰ ਮਤਲਬ ਕਿ ਅੰਦਰੋਂ ਕਾਲ ਕਰ ਦਿੰਦੇ ਸੀਗੇ ਵੀ ਸਾਡੇ ਪੈਸੇ ਖਤਮ ਹੋਣੇ ਵਾਲੇ ਆ ਜਾਂ ਉਹਨਾਂ ਦਾ ਕੋਈ ਐਪ ਵਗੈਰਾ ਚੱਲਦੀ ਸੀਗੀ ਜਿਹੜੇ ਮਤਲਬ ਕਿ ਆਪਾਂ ਕੈਂਪ ਦੇ ਵਿੱਚ ਰਹਿੰਦੇ ਆ ਉਹ ਅੰਦਰ ਆਪਾਂ ਨੂੰ ਜਿੱਕਣਾ $100 ਪਾ ਦਿੰਦੇ ਕੋਈ 50 ਪਾ ਦਿੰਦਾ ਮਤਲਬ ਇੱਦਾਂ ਆਪਾਂ ਨੂੰ ਪੈਸੇ ਪਾ ਦਿੰਦੇ ਸੀਗੇ ਅੰਦਰ ਅੱਛਾ ਜਿੱਦਾਂ ਹੁਣ ਮੇਰਾ ਬ੍ਰਦਰ ਸੀਗਾ ਜੀ ਉਹ ਮੈਨੂੰ ਪੈਸੇ ਪਾ ਦਿੰਦਾ ਕਦੇ 100 ਪਾ ਦਿੰਦਾ ਕਦੇ 50 ਪਾ ਦਿੰਦਾ ਕਦੇ ਮਤਲਬ ਉਹਨਾਂ ਦੇ ਮਤਲਬ ਸਿਰ ਤੇ ਉੱਪਰ ਮੈਂ ਮਤਲਬ ਅੰਦਰ ਖਰਚਾ ਪਾਣੀ ਕਰਕੇ ਮਤਲਬ ਖਾ ਖੂ ਲੈਂਦਾ ਤਾ ਜਿੱਦਾਂ ਮੈਗੀ ਮੂਗੀ ਵਗੈਰਾ ਹੋ ਗਈ ਮਤਲਬ ਮਿਲਦਾ ਤਾਂ ਇਹੀ ਮੈਗੀ ਹੋ ਜਾਂਦੀ ਸੀ ਜਾਂ ਕੋਈ ਲਾ ਲਓ ਜੀ ਤੁਸੀਂ ਫਲ ਫਰੂਟ ਵਗੈਰਾ ਤਾਂ ਮਿਲ ਜਾਂਦਾ ਜਾਂ ਕਦੇ ਹਫਤੇ 'ਚ ਨੂੰ ਚਿਕਨ ਵਗੈਰਾ ਵਾਲੇ ਆਉਂਦੇ ਤੇ ਜਾਂ ਚਿਕਨ ਆਰਡਰ ਕਰ ਦਿੰਦਾ ਤਾ ਜੀ ਮੈਂ ਫਿਰ ਮੈਗੀਆਂ ਨਾਲ ਢਿੱਡ ਭਰ ਜਾਂਦਾ ਹੁੰਦਾ ਸੀ ਨਹੀਂ ਬਸ ਜਦੋਂ ਐਂ ਹੋ ਜਾਂਦਾ ਜੀ ਮਤਲਬ ਕਿ ਬਸ ਨੀਂਦ ਆ ਜਾਂਦੀ ਸੀ ਜਿੱਦਾਂ ਹੁਣ ਉਹਨਾਂ ਦਾ ਖਾਣਾ ਤਾਂ ਖਾਇਆ ਨਹੀਂ ਜਾਂਦਾ ਤਾ ਜੀ ਉਹਨਾਂ ਨਾਲ ਤਾਂ ਟਾਈਮ ਨਹੀਂ ਲੰਘਦਾ ਜਿਹੜੇ 10 ਮਹੀਨੇ ਮੈਂ ਕੱਢੇ ਆ ਉਹ ਮਤਲਬ ਕਿ ਬਹੁਤ ਔਖੇ ਕੱਢੇ ਆ ਮਤਲਬ ਕਿ ਰੋ ਕੇ ਕੱਢੇ ਆ ਫਿਰ ਉਹ ਟਾਈਮ ਯਾਦ ਆਉਂਦੀ ਸੀ ਘਰ ਦੀ ਹਾਂਜੀ ਉਹ ਟਾਈਮ ਆਉਂਦਾ ਤਾਂ ਯਾਦ ਬਹੁਤ ਆਉਂਦਾ ਤਾਂ ਮਤਲਬ ਕਿ ਰੋਟੀ ਯਾਦ ਆਉਣੀ ਮਾਂ ਦੇ ਹੱਥਾਂ ਦੀ ਰੋਟੀ ਯਾਦ ਆਉਣੀ ਆ ਵੀ ਮਤਲਬ ਕਿ 10 ਮਹੀਨੇ ਤਾਂ ਉਹ ਗੱਲ ਲੈ ਦਿੱਤੀ ਜਿਹੜੇ ਮੈਂ ਪਿੱਛੇ ਤੋਂ ਸਫ਼ਰ ਕਰਕੇ ਆਇਆ ਮਤਲਬ ਕਿ 1 ਸਾਲ ਮਤਲਬ ਟੋਟਲੀ ਮੈਂ ਮਤਲਬ ਰੋਟੀ ਨੂੰ ਤਰਸ ਗਿਆ ਸੀਗਾ ਜੀ 1 ਸਾਲ ਮੈਂ ਰੋਟੀ ਨਹੀਂ ਦੇਖੀ ਦੀ ਵੀ ਰੋਟੀ ਦੀ ਮੈਂ ਮਤਲਬ ਕਿ ਸ਼ਕਲ ਤੱਕ ਨਹੀਂ ਦੇਖੀ ਦੀ 1 ਸਾਲ ਪੂਰੀ ਫਿਰ ਉਹ ਟਾਈਮ ਉਹ ਕਿਵੇਂ ਤੁਹਾਡੇ ਨਾਲ ਕੀ ਗੱਲਬਾਤ ਕੀ ਕਰਦੇ ਹੁੰਦੇ ਸੀ 10 ਮਹੀਨੇ ਤੁਹਾਨੂੰ ਰੱਖਿਆ ਕੀ ਗੱਲਬਾਤ ਕਰਦੇ ਹੁੰਦੇ ਸੀ ਤੁਹਾਡੇ ਨਾਲ ਫਿਰ ਜਿਹੜੇ ਉੱਥੇ ਦੇ ਗੋਰੇ ਜਿਹੜੇ ਆਰਮੀ ਪੁਲਿਸ ਵਾਲੇ ਜਿਹੜੇ ਹੁੰਦੇ ਸੀਗੇ ਬਸ ਉਹਨਾਂ ਨੇ ਬਸ ਇੱਕ ਟਾਰਗੇਟ ਬਣਾਇਆ ਹੋਇਆ ਸੀ ਜੀ ਆਪਾਂ ਨੂੰ ਇੰਡੀਆ ਭੇਜਣਾ ਜੀ ਉਹਨਾਂ ਨੇ ਮਤਲਬ ਕਿ ਹਫਤੇ ਦੇ ਵਿੱਚ ਐਸੇ ਵਾਲੇ ਆਪਾਂ ਨੂੰ ਮਿਲਣ ਵਾਸਤੇ ਆਉਂਦੇ ਤੇ ਉਹਨਾਂ ਨੇ ਬਸ ਮੇਰੇ ਤੋਂ ਸਾਈਨ ਕਰਾਉਣ ਲਈ ਆਉਂਦੇ ਸੀਗੇ ਵੀ ਹਾਂ ਤੁਸੀਂ ਇੱਥੇ ਸਾਈਨ ਕਰੋ ਵੀ ਸਾਈਨ ਕਰਕੇ ਤੁਹਾਨੂੰ ਇੰਡੀਆ ਵਾਪਸ ਭੇਜਿਆ ਜਾਵੇ ਅੱਛਾ ਕਿਉਂਕਿ ਅਸੀਂ ਇੰਡੀਆ 'ਚ ਆਉਣਾ ਨਹੀਂ ਚਾਹੁੰਦੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਇੰਨਾ ਪੈਸਾ ਲਾ ਕੇ ਆਏ ਆਪਾਂ ਤੇ ਉਹ ਪੈਸਾ ਸਾਰਾ ਖਰਾਬ ਜਾਣਾ ਸੀਗਾ ਤੇ ਜੋ ਵੀ ਮਤਲਬ ਹੋਇਆ ਸਾਰਾ ਧੱਕਾ ਹੀ ਹੋਇਆ ਜੀ ਧੱਕੇ ਨਾਲ ਇਹਨਾਂ ਨੇ ਵਾਪਸ ਭੇਜਿਆ ਕੋਈ ਅਸੀਂ ਸਾਈਨ ਨਹੀਂ ਕੀਤਾ ਕੋਈ ਮਤਲਬ ਕਿ ਅਸੀਂ ਵਾਪਸ ਭੇਜਣ ਦੀ ਮੰਗ ਨਹੀਂ ਕੀਤੀ ਸਭ ਕੁਝ ਇਹਨਾਂ ਨੇ ਡੁਪਲੀਕੇਟ ਹਾਂਜੀ ਸਭ ਕੁਝ ਇਹਨਾਂ ਨੇ ਡੁਪਲੀਕੇਟ ਬਣਾ ਕੇ ਸਾਡਾ ਸਭ ਸਾਈਨ ਡੁਪਲੀਕੇਟ ਕਰਕੇ ਆਪਣੇ ਆਪ ਸਾਈਨ ਕਰਕੇ ਸਾਡੀ ਸਾਰੀਆਂ ਫੋਟੋਆਂ ਲਾ ਕੇ ਇਹਨਾਂ ਨੇ ਆਪੇ ਸਾਨੂੰ ਧੱਕੇ ਨਾਲ ਵਾਪਸ ਭੇਜਿਆ ਫਿਰ ਉਹ ਟਾਈਮ ਜਦ ਵਰਿੰਦਰ ਬਾਈ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਤਾਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਹੁੰਦੀ ਸੀਗੀ ਹਾਂਜੀ ਮਤਲਬ ਕਿ ਕਾਲ ਉੱਥੇ ਬਹੁਤ ਮਹਿੰਗੀ ਹੁੰਦੀ ਸੀਗੀ ਤੇ ਜਿੱਦਾਂ ਹੁਣ $5 $6 ਉੱਡ ਜਾਂਦੇ ਸੀਗੇ 5-7 ਮਿੰਟ ਮਾਈ ਤਾਂ ਕਰਕੇ ਮਤਲਬ ਥੋੜੀ ਬਹੁਤੀ ਗੱਲ ਹੁੰਦੀ ਸੀਗੀ ਜਿੱਦਾਂ ਹੁਣ ਕਰੋਨਾ ਟਾਈਮ ਆ ਗਿਆ ਸੀਗਾ ਕਰੋਨਾ ਟਾਈਮ ਦੇ ਵਿੱਚ ਆ ਕੇ ਇਹਨਾਂ ਨੇ ਸਾਨੂੰ ਕੁਝ ਮਿੰਟ ਫ੍ਰੀ ਦੇਣ ਦਿੱਤੇ ਤੱਕ ਲੱਗੇ ਤੇ ਕੁਝ ਮਿੰਟ ਸਾਨੂੰ ਫ੍ਰੀ ਮਿਲਣ ਲੱਗੇ ਸੀ ਉਹਨਾਂ ਕਰਕੇ ਸਾਨੂੰ ਗੱਲ ਕਰਨ ਦਾ ਮਤਲਬ ਕਿ ਥੋੜਾ ਜਿਹਾ ਫਾਇਦਾ ਹੋ ਗਿਆ ਘਰ ਹਾਂਜੀ ਗੱਲਬਾਤ ਹੁੰਦੀ ਰਹਿੰਦੀ ਘਰ ਦੇ ਫਿਰ ਉਹ ਟਾਈਮ ਕੀ ਕਹਿੰਦੇ ਹੁੰਦੇ ਸੀ ਜਦ ਤੁਸੀਂ ਜੇਲ੍ਹ 'ਚ ਸੀ ਘਰ ਦੇ ਤਾਂ ਬਸ ਜੀ ਹੌਸਲਾ ਹੀ ਦਿੰਦੇ ਹੁੰਦੇ ਸੀਗੇ ਵੀ ਬਸ ਪੁੱਤ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਹੈਗੀ ਤੂੰ ਠੀਕ ਰਹੀਂ ਕਿਉਂਕਿ ਘਰ ਦੇ ਵੀ ਜਾਣਦੇ ਆ ਵੀ ਟੈਨਸ਼ਨ ਦਊਂਗੇ ਜੇ ਉਹ ਮੈਨੂੰ ਉਹਨਾਂ ਨੂੰ ਕੋਈ ਗੱਲ ਕਹੂੰਗਾ ਤਾਂ ਮੈਂ ਟੈਨਸ਼ਨ 'ਚ ਹੋਊਂਗਾ ਮੈਂ ਇਕੱਲਾ ਅੰਦਰ ਮਹਿਸੂਸ ਕਰ ਰਿਹਾ ਘਰ ਦੇ ਤਾਂ ਹਮੇਸ਼ਾ ਮੈਨੂੰ ਹੌਸਲਾ ਹੀ ਦਿੰਦੇ ਸੀਗੇ ਕੋਈ ਗੱਲ ਨਹੀਂ ਤੂੰ ਨਿਕਲ ਜਾਣਾ ਕੋਈ ਗੱਲ ਨਹੀਂ ਅੱਛਾ ਵਰਿੰਦਰ ਬਾਈ ਕੁੱਲ ਕਿੰਨੇ ਪੈਸੇ ਲੱਗ ਜਾਂਦੇ ਨੇ ਬਹੁਤ ਸੁਣਿਆ ਮੈਂ ਕਿਹਾ ਵੀ ਬਹੁਤ ਵੱਡਾ ਅਮਾਊਂਟ ਹੈ ਵੀ ਪੈਸੇ ਲੱਗ ਜਾਂਦੇ ਨੇ ਲੱਖਾਂ ਦੇ ਵਿੱਚ ਬਹੁਤ ਤਗੜਾ ਲੱਖ ਜਿਹੜਾ ਲੱਗ ਜਾਂਦੇ ਨੇ ਪੈਸੇ ਕਿੰਨੇ ਲੱਗਦੇ ਨੇ ਪੈਸੇ ਤਾਂ ਜੀ ਮਤਲਬ ਕਿ ਹਰੇਕ ਦਾ ਮਤਲਬ ਹਰੇਕ ਏਜੰਟ ਦਾ ਆਪਣਾ ਤਰੀਕਾ ਹੀ ਪੈਸੇ ਦਾ ਕੋਈ ਮਤਲਬ ਜਿਹੜੇ ਸਿੱਧੀ ਫਲੈਟ ਜਾਂਦੇ ਉਹਨਾਂ ਦੇ 25 ਲੱਖ ਕੋਈ 30 ਲੱਖ 'ਚ ਵੀ ਜਾਂਦਾ ਹੁਣ ਜਿੱਕਣਾ ਮੈਨੂੰ ਡੌਂਕੀ ਦੇ ਵਿੱਚ ਕਾਫੀ ਮੁੰਡੇ ਮਿਲੇ ਹੁਣ ਹਰੇਕ ਦੇ ਉੱਥੇ ਜਦੋਂ ਗੱਲਾਂ ਬਾਤਾਂ ਕਰਦੇ ਆ ਕੋਈ 28 ਲੱਖ 'ਚ ਆਇਆ ਵਾ ਕੋਈ 30 ਲੱਖ 'ਚ ਆਇਆ ਵਾ ਕੋਈ ਹਰੇਕ ਆਪਣੇ ਮਤਲਬ ਕਿ ਏਜੰਟਾਂ ਦੇ ਤਰੀਕੇ ਆ ਜਦੋਂ ਹੁਣ ਮੈਂ ਗਿਆ ਸੀਗਾ ਜੀ ਮੇਰਾ 13 ਜਾਂ 13.5 ਲੱਖ ਰੁਪਏ 'ਚ ਮੇਰੀ ਗੱਲ ਹੋਈ ਸੀਗੀ ਜਦੋਂ ਮੈਂ ਗਿਆ ਤੇ ਮਤਲਬ ਮੇਰਾ ਟੋਟਲੀ ਮੇਰਾ 19 ਜਾਂ 20 ਲੱਖ ਰੁਪਏ ਖਰਚਾ ਆ ਗਿਆ ਸੀ ਵਕੀਲਾਂ ਨੂੰ ਮਤਲਬ ਕਿ ਉੱਥੇ ਮੇਰੇ ਵਕੀਲ ਵੀ ਕਰਨੇ ਪੈਂਦੇ ਲਾਇਰ ਵਗੈਰਾ ਕਰਨਾ ਪੈਂਦਾ ਜੀ ਤੇ ਜਦੋਂ ਕੇਸ ਕੁਸ ਲਾ ਕੇ ਸਾਰਾ ਟੋਟਲ ਮੇਰਾ 20 ਲੱਖ ਰੁਪਏ ਖਰਚਾ ਆ ਗਿਆ ਸੀ ਫਿਰ ਤੁਸੀਂ ਵਾਪਸ ਕਿੰਨੀ ਤਰੀਕ ਨੂੰ ਵਾਪਸ ਆਏ ਤੁਹਾਨੂੰ ਵਾਪਸ ਡਿਪੋਰਟ ਕਰਕੇ ਕਦੋਂ ਭੇਜਿਆ ਉਹਨਾਂ ਨੇ ਵਾਪਸ ਵੀ ਮੈਂ ਮਈ ਦੇ ਵਿੱਚ ਹੀ ਆਇਆ ਸੀਗਾ ਜੀ ਮਈ ਦੀ ਮੈਂ 18 ਜਾਂ 19 ਤਰੀਕ ਨੂੰ ਆਇਆ ਸੀਗਾ ਵਾਪਸੀ 2020 ਨੂੰ ਹਾਂਜੀ 2020 ਹਾਂਜੀ ਜਦ ਲੋਕਡਾਊਨ ਚੱਲਦਾ ਸੀ ਹਾਂਜੀ ਜਦੋਂ ਲੋਕਡਾਊਨ ਸੀਗਾ ਜਦੋਂ ਆਇਆ ਸੀਗਾ ਮੈਂ ਅੱਛਾ ਹੋਰ ਜਦ
40 ਜਣੇ ਤੁਸੀਂ ਗਰੁੱਪ ਗਏ ਸੀ ਇੱਥੋਂ, ਜਿਹੜਾ ਮੁੰਡਾ ਪਿੰਡ ਦਾ ਨਾਲ ਗਿਆ ਸੀਗਾ ਉਹ ਤੁਹਾਡੇ ਨਾਲ ਵਾਪਸ ਆ ਗਿਆ, ਕਿਵੇਂ ਉੱਥੇ ਚਲ ਗਿਆ ਸੀ ਵਾਪਸ? ਨਹੀਂ, ਉਹਨਾਂ ਨੂੰ ਕੈਂਪ ਮਤਲਬ ਕਿ ਵਧੀਆ ਮਿਲ ਗਿਆ ਸੀਗਾ। ਜਿੱਦਾਂ ਮੈਂ ਤੁਹਾਨੂੰ ਗੱਲ ਕਰਦਾ, ਜਿੱਦਾਂ ਹੁਣ ਉੱਥੇ ਮਤਲਬ ਕਿ ਆਪਣੇ ਜਿੱਦਾਂ ਹੁਣ ਪੰਜਾਬ 'ਚ ਲਾ ਲਓ, ਜਿੱਦਾਂ ਪੰਜਾਬ ਦੇ ਵਿੱਚ ਆਪਣੀ ਬੋਲੀ ਚੱਲ ਰਹੀ ਹੈ ਜੀ ਵਧੀਆ, ਮਤਲਬ ਕਿ ਸਿਸਟਮ ਆ, ਤੇ ਉਹ ਮਤਲਬ ਕੈਂਪਾਂ ਦੇ ਉੱਤੇ ਡਿਪੈਂਡ ਹੁੰਦਾ ਜੀ। ਆਪਾਂ ਨੂੰ ਕਿਸਮਤ ਆਪਣੀ ਕੈਂਪਾਂ ਤੇ ਆ ਸਾਰੀ, ਮਤਲਬ ਆਪਾਂ ਨੂੰ ਜੱਜਾਂ ਦੇ ਉੱਪਰ ਆ ਕਿਸਮਤ ਆ ਜੀ। ਜੇ ਆਪਣੀ ਕਿਸਮਤ ਤੇ ਮੇਨ ਚੀਜ਼ ਕਿਸਮਤ ਆ, ਤੇ ਉਹਨੂੰ ਕੈਂਪ ਵਧੀਆ ਮਿਲ ਗਿਆ ਸੀਗਾ। ਉਹ ਉੱਥੇ ਹੀ ਰਹਿ ਗਿਆ ਸੀਗਾ ਜੀ ਅਮਰੀਕਾ 'ਚ। ਤੇ ਮੇਰੀ ਮਤਲਬ ਲੂਜ਼ੀਆਨਾ ਸਟੇਟ ਹੋ ਗਈ ਸੀ, ਉਹ ਕਾਲਿਆਂ ਦੀ ਸਟੇਟ ਸੀ। ਉੱਥੇ ਮਤਲਬ ਕੋਈ ਸੁਣਾਈ ਨਹੀਂ ਹੁੰਦੀ ਸੀਗੀ। ਉੱਥੋਂ ਸਾਰੇ ਜਿੰਨੇ ਵੀ ਮੁੰਡੇ ਸੀਗੇ ਉੱਥੇ ਤੋਂ ਮੈਂ ਕਹਿੰਦਾ 100 ਚੋਂ 10% ਬਾਹਰ ਆਏ ਹੋਣੇ, ਬਾਕੀ ਸਭ ਵਾਪਸ ਆਏ ਆ। ਅੱਛਾ, 100 ਦੇ ਵਿੱਚੋਂ 10% ਬਾਹਰ ਮਤਲਬ ਕਿ ਆਏ ਨੇ, ਜਿਹੜੇ ਅੰਦਰ ਅਮਰੀਕਾ ਪਹੁੰਚ ਗਏ, ਬਾਕੀ 90% ਜਿਹੜੇ ਵਾਪਸ ਇੰਡੀਆ ਵਾਪਸ ਭੇਜਦੇ। ਹਾਂਜੀ, ਲੂਜ਼ੀਆਨਾ ਸਟੇਟ ਤਾਂ ਤੁਸੀਂ ਜੇ ਅਮਰੀਕਾ ਦੇ ਵਿੱਚ ਆਪਾਂ ਕਿਸੇ ਨੂੰ ਵੀ ਕਾਲ ਕਰਕੇ ਪੁੱਛੋਗੇ ਵੀ ਲੂਜ਼ੀਆਨਾ ਸਟੇਟ ਦੇ ਵਿੱਚ ਸਾਡਾ ਬੱਚਾ ਫਸਿਆ ਹੋਇਆ, ਆਪਾਂ ਕਢਾਉਣਾ, ਕੋਈ ਵਕੀਲ ਨਾਲ ਵੀ ਗੱਲ ਕਰਦੇ ਆ ਤਾਂ ਵਕੀਲ ਵੀ ਗਾਹਾਂ ਤੇ ਇਦਾਂ ਦੀ ਗੱਲ ਕਹਿ ਦਿੰਦਾ ਤਾਂ ਵੀ ਹੁਣ ਤਾਂ ਰੱਬ ਦੇ ਸਹਾਰੇ ਆ, ਹੁਣ ਉੱਥੋਂ ਤੋਂ ਭੁੱਲ ਜਾਓ, ਉੱਥੇ ਤਾਂ ਜੇ ਕਿਸਮਤ ਆ ਉਹਦੀ, ਜੇ ਨਿਕਲ ਸਕਦਾ ਨਹੀਂ ਮੈਂ ਕੇਸ ਲਾ ਕੇ ਦੇਖ ਲੈਂਦਾ, ਜੇ ਉਹਦੀ ਕਿਸਮਤ ਹੋਈ ਤਾਂ ਨਿਕਲ ਜੂਗਾ, ਨਹੀਂ ਕਿਉਂਕਿ ਲੂਜ਼ੀਆਨਾ ਸਟੇਟ ਬਹੁਤ ਗੰਦੀ ਸਟੇਟ ਆ ਜੀ। ਉੱਥੇ ਤਾਂ ਮਤਲਬ ਕਿ 100 ਚ 10% ਹੀ ਬੰਦਾ ਨਿਕਲਦਾ। ਕੋਈ ਐਸੀ ਚੀਜ਼ ਹੋਵੇ ਵੀ ਜਿਹੜੀ ਉੱਥੋਂ ਦੀ ਹਜੇ ਵੀ ਜਿਹੜੀ ਲੂਹ ਕੰਡੇ ਖੜੀ ਕਰ ਦਿੰਦੀ ਹੋਵੇ, ਵੀ ਉਹ ਚੀਜ਼ ਮੈਂ ਕਦੇ ਦੇਖੀ ਨਹੀਂ ਤੇ ਨਾ ਹੀ ਮੈਂ ਦੇਖਣਾ ਚਾਹੂੰਗਾ ਕਿ ਜ਼ਿੰਦਗੀ ਦੇ ਵਿੱਚ? ਬਸ ਉੱਥੇ ਦੀ ਇੱਕ ਬਸ ਇੱਦਾਂ ਹੀ ਮਤਲਬ ਕਿ ਮੈਂ ਆਪਣਾ ਫਰੈਂਡ ਸਰਕਲ ਬੈਠੇ ਸੀਗੇ, ਸਾਰੇ ਬੈਠੇ ਸੀਗੇ, ਜਦੋਂ ਮਤਲਬ ਕਿ ਜਿਹੜੇ ਮਤਲਬ ਕਾਲੇ ਹੁੰਨੇ ਜੀ, ਉਹਨਾਂ ਨੇ ਮਤਲਬ ਕਿ ਸਾਡੇ ਨਾਲ ਮਤਲਬ ਕਿ ਮੇਰਾ ਫਰੈਂਡ ਸਰਕਲ ਸੀਗਾ, ਉਹਨਾਂ ਨਾਲ ਧੱਕਾ ਕਰਿਆ ਮਾੜਾ ਜਾ ਕੇ, ਉਹਨਾਂ ਦੀ ਰੋਟੀ ਪਾਣੀ ਮਤਲਬ ਵਗੈਰਾ ਚੱਕ ਕੇ ਖਾ ਜਾਂਦੇ ਤੇ ਮਤਲਬ ਮਾਫੀਆ ਟਾਈਪ ਅੰਦਰ ਮਤਲਬ ਕਿ ਗੁੰਡਾਗਰਦੀ ਕਰਦੇ ਸੀਗੇ। ਜੇਲ੍ਹ ਦੇ ਅੰਦਰ ਵੀ? ਹਾਂਜੀ, ਜੇਲ੍ਹ ਦੇ ਅੰਦਰ ਦੀ। ਅੱਛਾ। ਜਦੋਂ ਗੁੰਡਾਗਰਦੀ ਕਰਦੇ ਸੀਗੇ ਸਾਡੀ ਮਤਲਬ ਕਿ ਉਹਨਾਂ ਨਾਲ ਲੜਾਈ ਲੜੂਈ ਵਗੈਰਾ ਹੋ ਗਈ ਤੇ ਆਪਣੇ ਇੰਡੀਅਨ ਸਾਰੇ ਉਹਨਾਂ ਨਾਲ ਲੜ ਪਏ। ਲੜ ਕੇ ਤੇ ਉਹਨਾਂ ਨੇ ਸਾਨੂੰ ਮਤਲਬ ਕਿ 3 ਜਾਣੇ ਸੀਗੇ ਅਸੀਂ, ਮੇਰਾ ਫਰੈਂਡ, ਤੇ ਤਿੰਨਾਂ ਨੂੰ ਸਾਨੂੰ ਉਹਨਾਂ ਨੇ ਪੋਸੋ ਕਹਿੰਦੇ ਜੀ, ਮਤਲਬ ਕਿ ਜਿੰਦਾ ਕਹਿ ਦੀ ਆਪਾਂ, ਇੱਕ ਕਮਰਾ, ਬੰਦ ਕਮਰਾ, ਜਿਹਦੇ 'ਚ ਕੋਈ ਟਾਕੀ ਨਹੀਂ, ਕੋਈ ਮੋਰੀ ਨਹੀਂ, ਬੰਦ ਕਮਰਾ ਹੋਵੇ। ਅੱਛਾ। ਮਤਲਬ ਕਿ ਆਹੀ ਬੈੱਡ ਆ, ਜਿੱਦਾਂ ਬੈੱਡ ਦੇ ਵਿੱਚ ਮਤਲਬ ਕਿ ਲਾ ਕੇ ਬਾਥਰੂਮ ਆ, ਤੇ ਬਸ ਮਤਲਬ ਕਿ ਲਾ ਕੇ ਟੋਇਲਟ ਵਗੈਰਾ ਇੱਥੇ ਹੀ ਬੈੱਡ ਆ ਜੀ। ਮਤਲਬ ਬਿਲਕੁਲ ਬੰਦ ਆ, ਕੋਈ ਸੀਸਾ ਨਹੀਂ, ਕੋਈ ਟਾਕੀ ਨਹੀਂ ਵਗੈਰਾ, ਮਤਲਬ ਇੰਨਾ ਕੁ ਖਾਨਾ ਜੀ, ਉਹਦੇ 'ਚ ਰੋਟੀ ਆਉਂਦੀ ਸੀ, ਉਹਦੇ 'ਚ ਅਸੀਂ 40 ਦਿਨ ਕੱਢੇ ਆ ਬੰਦ ਕਮਰੇ ਦੇ ਵਿੱਚ। ਨਾ ਉਹਨਾਂ ਨੇ ਮਤਲਬ ਕਿ ਬਾਹਰ ਕੱਢਣਾ, ਕੋਈ ਰੌਸ਼ਨੀ ਨਹੀਂ, ਕੋਈ ਰੌਸ਼ਨੀ ਨਹੀਂ, ਕੋਈ ਸੂਰਜ ਨਹੀਂ ਜੀ, ਮਤਲਬ ਕਿ ਨਾ ਕਦੇ ਬਾਹਰ ਕਦੇ ਘੁਮਾਉਣਾ ਸਾਨੂੰ। 40 ਦਿਨ ਸਾਨੂੰ ਅੰਦਰੇ ਰੱਖਣਾ। ਹਫ਼ਤੇ ਬਾਅਦ ਸਾਨੂੰ ਸਿਰਫ ਇੱਕ ਨਲਾਉਣ ਲੈ ਕੇ ਜਾਂਦੇ ਤੇ ਉਹ ਵੀ ਅੰਦਰ ਦੇ ਅੰਦਰ। ਹਫ਼ਤੇ ਬਾਅਦ ਨਲਾ ਕੇ ਸਾਨੂੰ ਲਿਆ ਕੇ ਫਿਰ ਉੱਥੇ ਹੀ ਬੰਦ ਕਰ ਦਿੰਦੇ। ਪੂਰੇ 40 ਦਿਨ ਅਸੀਂ ਉਹਨੂੰ ਪੋਸੋ ਕਹਿੰਦੇ ਆ ਜੀ ਉੱਧਰ, ਤੇ ਉਹਦੇ ਅੰਦਰ ਅਸੀਂ 40 ਦਿਨ ਕੱਢੇ ਆ ਪੂਰੇ। ਜਦੋਂ ਮਤਲਬ ਉਹ ਦਿਨ ਮੈਂ ਯਾਦ ਕਰਦਾ, ਮਤਲਬ ਕਿ ਉੱਥੇ ਮਤਲਬ ਕਿ ਰੋਣਾ ਆਉਂਦਾ, ਅੰਦਰ ਬਹਿ ਕੇ ਮਤਲਬ ਬੰਦ ਰਹਿਣਾ। ਇੱਕ ਕਮਰੇ ਦੇ ਅੰਦਰ ਬੰਦਾ ਨਾ ਘੁੰਮ ਸਕਦਾ, ਨਾ ਮਤਲਬ ਵਾਕ ਵੂਕ ਵਗੈਰਾ ਵੀ ਨਹੀਂ ਕਰ ਸਕਦਾ। ਉਹ ਕਮਰਾ ਕਿੰਨਾ ਕੁ ਵੱਡਾ ਹੁੰਦਾ? ਉਹ ਕਮਰਾ ਬਿਲਕੁਲ ਵੀ ਮਤਲਬ ਕਿ ਬਸ ਤੁਸੀਂ ਐਂ ਲਾ ਲਓ ਜਿਵੇਂ ਛੋਟਾ ਜਿਹਾ ਕਮਰਾ ਸੀਗਾ ਜੀ। ਉੱਥੇ ਮਤਲਬ ਕਿ 3 ਬੰਦੇ ਵੀ ਮਤਲਬ ਚੱਜ ਨਾਲ ਨਹੀਂ ਪੈ ਸਕਦੇ ਸੀਗੇ, ਖੁੱਲੇ ਡੁੱਲੇ ਨਹੀਂ ਪੈ ਸਕਦੇ। ਉਹ ਬੈੱਡ ਵੀ ਉਹਨਾਂ ਨੇ ਇਦਾਂ ਬਣਾਏ ਹੋਏ ਸੀ, ਇੱਕ ਥੱਲੇ ਪੈ ਰਿਹਾ, ਇੱਕ ਉੱਪਰ ਪੈ ਰਿਹਾ, ਉਹਦੇ ਇੱਕ ਉੱਪਰ ਪੈ ਰਿਹਾ। ਅੱਛਾ, 3 ਜਣਿਆਂ ਦਾ ਕਮਰਾ ਸੀ ਉਹ? ਹਾਂਜੀ, 3 ਜਣਿਆਂ ਦਾ ਕਮਰਾ ਤੇ ਉੱਪਰ ਤੇ ਪਾਏ ਹੋਏ ਸੀਗੇ ਅਸੀਂ ਬੈੱਡ, ਮਤਲਬ ਇੱਕ ਥੱਲੇ ਲਾ ਕੇ, ਇੱਕ ਉਹਦੇ ਉੱਪਰ ਉਹਦੇ ਵਿੱਚ ਹੀ ਬਾਥਰੂਮ ਲੈਟਰਨ ਜਿਹੜਾ? ਹਾਂਜੀ, ਉਹ ਲਾ ਕੇ ਬਾਥਰੂਮ ਲੈਟਰਿੰਗ ਸੀਗਾ ਜੀ, ਲਾ ਕੇ ਬਿਲਕੁਲ। ਅੱਛਾ। ਮਤਲਬ ਕਿ ਜਿੱਦਾਂ ਹੁਣ ਅਸੀਂ ਰਹਿਣਾ ਉੱਥੇ, ਅਸੀਂ ਉੱਥੇ ਰੋਟੀ ਦੇ ਦੇਣੀ ਉਹਨਾਂ ਨੇ? ਉੱਥੇ ਰੋਟੀ ਦੇਣੀ, ਉੱਥੇ ਬਾਥਰੂਮ ਲਾ ਕੇ ਜੀ, ਉੱਥੇ ਰੋਟੀ ਦੇਣੀ। ਉੱਥੇ ਮਤਲਬ 40 ਦਿਨ, ਪੂਰੇ 40 ਦਿਨ ਅਸੀਂ ਉੱਥੇ ਅੰਦਰ ਕੱਢੇ ਆ। ਤੇ ਕਦੇ ਜੇ ਇੱਕ ਦੂਆ ਰੋ ਰਿਹਾ ਤਾਂ ਅਸੀਂ ਉਹਨੂੰ ਚੁੱਪ ਕਰਾਉਣਾ, ਜੇ ਮੈਂ ਰੋ ਰਿਹਾ ਤਾਂ ਉਹਨਾਂ ਨੇ ਮੈਨੂੰ ਕਰਾਉਣਾ। ਮਤਲਬ ਉੱਥੇ ਹੀ ਗਾਣੇ ਗੂਣੇ ਵਗੈਰਾ ਗਾ ਗੂ ਕੇ ਉਹਨਾਂ ਨੂੰ ਕਦੇ ਚਿੱਤ ਕੁਛ ਕਰਨਾ, ਤਾਂ ਉਹਨਾਂ ਨੇ ਕੋਈ ਗੱਲਾਂ ਬਾਤਾਂ ਕਰਕੇ ਮਤਲਬ ਸਾਰੇ 40 ਦਿਨ ਸਾਡੇ ਇੱਦਾਂ ਦੇ ਨਿਕਲੇ। ਮਤਲਬ ਗੱਲਾਂ ਬਾਤਾਂ ਕਰਕੇ ਬਹੁਤ ਔਖਾ ਟਾਈਮ ਕੱਢਿਆ। ਕਈ ਵਾਰ ਘਰਦਿਆਂ ਨੂੰ ਯਾਦ ਕਰਨਾ ਵੀ ਕਿੱਥੇ ਫਸ ਗਿਆ ਆ ਕੇ, ਮਤਲਬ ਕਿ ਉਹ 40 ਦਿਨ ਸਾਡੇ ਬਹੁਤ ਲਈ ਔਖੇ ਕੱਢੇ। ਕਦੇ ਸੋਚਿਆ ਸੀ ਵੀ ਜਦ ਫਾਈਲ ਲਾਉਣ ਲੱਗੇ ਸੀਗੇ ਵੀ ਚੱਲ ਆਪਾਂ ਡੌਂਕੀ ਲਾ ਕੇ ਬਾਹਰ ਜਾਂਦੇ ਆ, ਵੀ ਇਹਨਾਂ ਔਕੜਾਂ ਦਾ ਸਾਹਮਣਾ ਕਰਨਾ ਪਊਗਾ? ਨਹੀਂ, ਇੱਦਾਂ ਤਾਂ ਕਦੇ ਸੋਚਿਆ ਨਹੀਂ। ਤਾਂ ਜਿੱਦਾਂ ਹੁਣ ਇੰਡੀਆ ਦੇ ਵਿੱਚ ਗੱਲ ਚੱਲਦੀ ਸੀਗੀ, ਕਹਿ ਦਿੰਦੇ ਸੀ ਬਸ ਅਮਰੀਕਾ ਜਾਣਾ। ਹਾਂਜੀ, ਬਹੁਤ ਸੌਖਾ ਲੱਗਦਾ ਸੀਗਾ ਵੀ ਬਸ ਕੰਧ ਟੱਪ ਕੇ ਅਮਰੀਕਾ ਪਹੁੰਚ ਕੇ ਜੀ, ਬਾਹਰ ਜਾ ਕੇ ਆਪਣਾ ਕੰਮਕਾਰ ਕਰਾਂਗੇ। ਉਰੇ ਜੋ ਤੁਰੇ ਆ ਜੀ, ਬਹੁਤ ਚਾਅ 'ਚ ਤੁਰੇ। ਜਦੋਂ ਉੱਥੇ ਜਾ ਕੇ ਅਸਲੀਅਤ ਦੇਖੀ, ਜੰਗਲਾਂ ਦੀ ਦੇਖੀ, ਤਾਂ ਜਦੋਂ ਅਮਰੀਕਾ ਦੀ ਦੇਖੀ ਅਸਲੀਅਤ, ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਕਿਆ ਚੀਜ਼ ਆ। ਕਰੇ ਹੁਣ ਦੁਬਾਰਾ ਮਨ ਕਰਦਾ ਵਰਿੰਦਰ ਵੀ ਤੁਸੀਂ ਮਈ ਦੇ ਵਿੱਚ 2020 ਦੇ ਵਿੱਚ ਵਾਪਸ ਆਏ ਸੀਗੇ, ਸਾਲ ਹੋ ਗਿਆ, 2021 ਚੱਲਦੀ ਆ, ਮਈ ਖਤਮ ਵੀ ਹੋ ਗਈ, ਜੂਨ ਚੱਲ ਗਿਆ। ਹੁਣ ਕਦੇ ਮਨ ਕਰਦਾ ਦੁਬਾਰਾ ਜਾਣ ਦਾ ਵੀ ਮੈਂ ਕਦੇ ਵੀ ਕਿਸੇ ਨੂੰ ਸਲਾਹ ਦੋਗੇ ਵੀ ਡੌਂਕੀ ਨਾਲ ਬਾਹਰ ਜਾਇਆ ਜਾਵੇ? ਨਹੀਂ, ਮੈਂ ਤਾਂ ਇਹੀ ਸਲਾਹ ਦਿੰਦਾ ਜੀ, ਬਸ ਵੀ ਜਾਣ ਦੀ ਸਲਾਹ ਤਾਂ ਮੈਂ ਨਹੀਂ ਦਿੰਦਾ ਜੀ ਕਿਸੇ ਨੂੰ ਵੀ। ਬਾਕੀ ਮੇਨ ਚੀਜ਼ ਹੈ ਜੀ, ਮਤਲਬ ਜੇ ਜਾਣਾ ਚਾਹੁੰਦਾ ਕੋਈ ਵੀ ਤਾਂ ਸਿੱਧੀ ਫਲਾਈਟ ਜਾਵੇ, ਠੀਕ ਹੈ ਜੀ। ਮਤਲਬ ਕਿ ਮੇਨ ਚੀਜ਼ ਆਪਣੀ ਕਿਸਮਤ ਆ, ਕਿਸਮਤ ਬਗੈਰ ਉੱਥੇ ਬੰਦਾ ਕੋਈ ਬਾਹਰ ਨਹੀਂ ਨਿਕਲ। ਜੇ ਕੋਈ ਵੀ ਬੰਦਾ ਚਾਂਸ ਚਾਹੁੰਦਾ ਬਾਹਰ ਜਾਣ ਦਾ ਜੀ, ਤਾਂ ਮੇਨ ਚੀਜ਼ ਉਹਦੀ ਕਿਸਮਤ ਆ। ਕਿਸਮਤ ਤੋਂ ਬਗੈਰ ਉਹਨੂੰ ਅਮਰੀਕਾ ਨਹੀਂ ਮਿਲਣੀ ਹੈਗੀ। ਜੇ ਉਹਦੇ ਕਿਸਮਤ 'ਚ ਅਮਰੀਕਾ ਲਿਖੀ ਵੀ ਆ ਤਾਂ ਉਹ ਪੱਕਾ ਬਾਹਰ ਆਊਗਾ। ਕਿਉਂਕਿ ਹੁਣ ਜੇ ਤੁਸੀਂ ਦੇਖ ਲਓ, ਜੇ ਅਸੀਂ 100 'ਚ 10% ਮੁੰਡਾ ਬਾਹਰ ਨਿਕਲਿਆ ਤਾਂ ਉਹਨਾਂ ਦੀ ਕਿਸਮਤ ਸੀਗੀ ਬਾਹਰ ਨਿਕਲਣ ਦੀ, ਠੀਕ ਹੈ ਜੀ। ਤੇ ਮਤਲਬ ਮੇਨ ਚੀਜ਼ ਮੈਂ ਕਿਸਮਤ ਹੀ ਮੰਨਦਾ ਜੀ। ਜਿੰਨੇ ਵੀ ਮੇਰੇ ਫਰੈਂਡ ਸਰਕਲ ਦੇ ਵਿੱਚ ਮੁੰਡੇ ਸੀਗੇ,
ਕਾਫੀ ਅੱਛਾ ਮਤਲਬ ਵਰਿੰਦਰ, ਨਿਕਲ ਤੁਸੀਂ ਗਏ। ਹਾਂਜੀ ਜ਼ਿਕਰ ਆਪਾਂ ਜਦ ਆਫ ਦਰਸ਼ਕੋ ਮੈਂ ਦੱਸ ਦਵਾਂ, ਜਦ ਆਫ ਰਿਕਾਰਡਿੰਗ ਅਸੀਂ ਗੱਲਬਾਤ ਕਰ ਰਹੇ ਸੀ ਤੇ ਤੁਸੀਂ ਜ਼ਿਕਰ ਕੀਤਾ ਸੀ ਕਿ ਗਾਣਾ ਲਿਖਿਆ ਸੀ ਤੁਸੀਂ ਉੱਥੋਂ ਦੇ ਹਾਲਾਤਾਂ ਬਾਰੇ, ਹਾਂਜੀ, ਵੀ ਹਾਂਜੀ। ਜੇਲ੍ਹ ਦੇ ਵਿੱਚ ਬੈਠੇ ਨੇ ਤੁਸੀਂ ਗਾਣਾ ਲਿਖਿਆ ਸੀਗਾ। ਉਹ ਗਾਣਾ ਮੈਂ ਜ਼ਰੂਰ ਚਾਹੂੰਗਾ ਕਿ ਦਰਸ਼ਕਾਂ ਦੇ ਸਾਹਮਣੇ ਸਾਂਝਾ ਜ਼ਰੂਰ ਕਰੋ। ਹਾਂਜੀ, ਮੈਂ ਬਸ ਉੱਥੇ ਜਦੋਂ ਜਿਹੜੀ ਅਸੀਂ ਤੁਹਾਨੂੰ ਪੋਸੋ ਦੀ ਗੱਲ ਕਰੀਏ, ਜਿਹੜੀ ਮੈਂ ਮਤਲਬ ਕਮਰੇ ਦੇ ਅੰਦਰ ਬੰਦ ਰਿਹਾ ਤੇ ਉੱਥੋਂ ਬੈਠਾ ਰਹਿੰਦਾ ਸੀਗਾ। ਉੱਥੇ ਬੈਠਾ ਮੈਂ ਗਾਣੇ ਬਣਾਏ। ਮੈਂ ਗਾਣੇ ਤਾਂ ਮੈਂ ਕਾਫੀ ਬਣਾਏ ਸੀਗੇ ਜੀ। ਤੇ ਜਿੰਨੇ ਵੀ ਮੈਂ ਗਾਣੇ ਲਿਖੇ ਤੇ ਮੈਂ ਆਪਣੇ ਘਰਦਿਆਂ ਨੂੰ ਮੈਂ ਫੋਨ ਤੇ ਵੀ ਸੁਣਾਉਂਦਾ ਰਹਿਣਾ ਵੀ ਚਲੋ ਮਾੜਾ ਮੋਟਾ ਘਰਦਿਆਂ ਦਾ ਮਨ ਖੁਸ਼ ਹੋ ਜਾਵੇ, ਕਿਉਂਕਿ ਉਹਨਾਂ ਨੂੰ ਟੈਨਸ਼ਨ ਰਹਿੰਦੀ ਵੀ ਮੁੰਡਾ ਅੰਦਰ ਬੈਠਾ। ਗਾਣੇ ਤਾਂ ਜੀ ਮੇਰੇ ਕਾਫੀ ਲਿਖੇ, ਮੈਂ ਤੁਹਾਨੂੰ ਸੁਣਾ ਵੀ ਦਿੰਦਾ ਜੀ। ਤੇ ਇੱਕ ਗਾਣਾ ਲਿਖਿਆ ਸੀਗਾ, ਹੋ ਮੇਰੀ ਫਲੈਟ ਅਮਰੀਕਾਂ ਦੀ ਮੁੜ ਇੰਡੀਆ ਨੂੰ ਆ ਗਈ ਆ, ਕੀ ਦੱਸਾਂ ਯਾਰੋ ਮੇਰਾ ਕਿੱਲਾ ਖਾ ਗਈ ਆ। ਹੋ ਸੋਚਿਆ ਨਹੀਂ ਸੀ ਕਦੇ ਹੋਏ ਵੀ ਦਿਨ ਆਉਣਗੇ, ਹੋ ਮੇਰੀ ਫਲੈਟ ਅਮਰੀਕਾਂ ਦੀ ਮੁੜ ਇੰਡੀਆ ਨੂੰ ਆ ਗਈ ਆ, ਕੀ ਦੱਸਾਂ ਯਾਰੋ ਮੇਰਾ ਕਿੱਲਾ ਖਾ ਗਈ ਆ। ਹੋ ਬੜਾ ਪੈੜਾ ਲੁਧਿਆਣਾ ਮੈਂ ਤੋਂ ਭੁੱਲਿਆ ਨਹੀਂ ਜਾਣਾ, ਹੁਣ ਪਿੰਡ ਛੱਡ ਕੇ ਕਿਤੇ ਹੋਰ ਨਹੀਂ ਜਾ ਹੋਣਾ। ਹੋ ਮੇਰਾ ਸਭ ਕੁਝ ਖੋ ਕੇ ਤਾਂ, ਮੇਰਾ ਸਭ ਕੁਝ ਖੋ ਕੇ ਤਾਂ ਸਿੱਧੂ ਦੇ ਹੱਥ ਕਲਮ ਫੜਾ ਗਈ ਆ। ਮੇਰੀ ਫਲੈਟ ਅਮਰੀਕਾਂ ਦੀ ਮੁੜ ਇੰਡੀਆ ਨੂੰ ਆ ਗਈ ਆ, ਕੀ ਦੱਸਾਂ ਯਾਰੋ ਮੇਰਾ ਕਿੱਲਾ ਖਾ ਗਈ ਆ। ਉਹ ਸੋਚਿਆ ਸੀ ਮਸ਼ਹੂਰ ਹੋਣਾ ਆ, ਅਸੀਂ ਨਕਾਮ ਹੋ ਗਏ ਆ। ਹੋ ਨਾਮ ਕਮਾਉਣ ਆਏ ਸੀ, ਅਸੀਂ ਬਦਨਾਮ ਹੋ ਗਏ ਆ। ਜਿਹੜੀ ਬਾਪੂ ਦੀ ਕਮਾਈ ਸੀ ਸਾਡੀ ਉਹ ਵੀ ਗਈ ਗਵਾਈ ਆ। ਮੇਰੀ ਫਲੈਟ ਅਮਰੀਕਾਂ ਦੀ ਮੁੜ ਇੰਡੀਆ ਨੂੰ ਆ ਗਈ ਆ, ਕੀ ਦੱਸਾਂ ਯਾਰੋ ਹੋ ਮੇਰਾ ਕਿੱਲਾ ਖਾ ਗਈ ਆ। ਸੋ ਇੱਕ ਗਾਣਾ ਵੀਰੇ ਮੈਂ ਹੋਰ ਲਿਖਿਆ। ਅੱਛਾ, ਇਹ ਤੁਸੀਂ ਉਸ ਟਾਈਮ ਜਦ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਉਦੋਂ ਲਿਖਿਆ ਸੀ ਗਾਣਾ ਇਹ? ਹਾਂਜੀ, ਹਾਂਜੀ। ਤੇ ਉੱਥੋਂ ਦੀ ਹੱਡ ਬੀਤੀ ਜੋ ਤੁਸੀਂ ਦੇਖੀ, ਹਾਂਜੀ, ਜੋ ਹਾਂਜੀ। ਤੁਸੀਂ ਫੀਲ ਕੀਤਾ, ਉਹ ਤੁਸੀਂ ਆਪਣੀ ਕਲਮ ਦੇ ਵਿੱਚ ਪਰੋਇਆ। ਤੇ ਮੇਰੇ ਗਾਣੇ ਮਤਲਬ ਮੇਰੇ ਕਾਪੀ ਦੇ ਵਿੱਚ ਲਿਖੇ ਹੋਏ। ਹੁਣ ਮਾੜਾ ਜਿਹਾ ਕਈ ਵਾਰ ਕੁਝ ਗਾਣ ਲੱਗੇ ਮੈਂ ਕੁਝ ਲਾਈਨਾਂ ਭੁੱਲ ਵੀ ਜਾਂਦਾ। ਤੇ ਉਹ ਇਸ ਸਾਰੇ ਗਾਣੇ ਉੱਥੋਂ ਦੇ ਹੱਡ ਬੀਤੀਆਂ ਦੇ ਲਿਖੇ ਸੀਗੇ? ਹਾਂਜੀ, ਸਾਰੇ ਉਸ ਹੱਡ ਬੀਤਾਂ ਦੇ ਲਿਖੇ ਹੋਏ ਆ। ਵੀ ਜੋ ਤੁਸੀਂ ਉਹ 10 ਮਹੀਨੇ ਦੇ ਵਿੱਚ, ਜਿੱਦਾਂ ਹੁਣ ਮੈਨੂੰ ਉੱਥੇ ਰੋਟੀ ਸਹੀ ਨਹੀਂ ਮਿਲਦੀ ਤੀ, ਮੈਂ ਰੋਟੀ ਤੇ ਵੀ ਮਾਂ ਤੇ ਵੀ ਬਹੁਤ ਲਿਖੇ ਹੋਏ ਸੀਗੇ ਗਾਣੇ। ਤੇ ਮਤਲਬ ਇਹ ਗਾਣੇ ਵੀ ਲਿਖੇ, ਮੈਂ ਕੁਝ ਲਾਈਨਾਂ ਇਹਨਾਂ ਦੇ ਵਿੱਚ ਭੁੱਲ ਵੀ ਗਿਆ। ਤੇ ਮੈਂ ਕਿਉਂਕਿ ਕਾਪੀ ਦੇ ਵਿੱਚ ਲਿਖੇ ਹੋਏ ਸੀਗੇ, ਮੈਂ ਗਾਣੇ ਕਦੀ ਵਾਰ ਯਾਦ ਨਹੀਂ ਰਹਿੰਦੇ ਹੈਗੇ। ਤੇ ਮੈਂ ਕਾਫੀ ਗਾਣੇ ਲਿਖੇ, ਸਾਰੀ ਉੱਥੇ ਦੀ ਹੱਡ ਬੀਤੀ ਲਿਖੀ ਹੋਈ, ਜਿੰਨੇ ਵੀ ਉੱਥੇ ਮਤਲਬ ਕਿ ਜੋ ਮੇਰੇ ਨਾਲ ਹੋਇਆ ਸਾਰਾ ਕੁਝ ਉੱਥੇ ਦਾ ਲਿਖਿਆ ਹੋਇਆ ਸੀਗਾ। ਆਖਰੀ ਸਵਾਲ ਵਰਿੰਦਰ ਤੁਹਾਨੂੰ ਜ਼ਰੂਰ ਹੋਊਗਾ ਕਿ ਵਾਪਸ ਜਾਣ ਦਾ ਹੁਣ ਚਿੱਤ ਕਰਦਾ ਵੀ ਜਾਂ ਵਾਪਸ ਅਮਰੀਕਾ ਜਾਣ? ਨਹੀਂ, ਹੁਣ ਤਾਂ ਵੈਸੇ ਮਤਲਬ ਕਿ ਨਹੀਂ ਕਰਦਾ ਜੀ। ਵੀ ਚਲੋ ਜੋ ਮਤਲਬ ਕਿ ਹੋਇਆ ਕਿਸਮਤ ਦੇ ਵਿੱਚ, ਇੱਕ ਧੱਕਾ ਤਾਂ ਬਹੁਤ ਬੜਾ ਲੱਗਿਆ ਜੀ, ਕਿਉਂਕਿ ਜੋ ਸੁਪਨਾ, ਹਾਂਜੀ ਇੰਨਾ ਪੈਸਾ ਮੇਰਾ ਬਰਬਾਦ ਹੋ ਗਿਆ ਇੱਕ। ਤੇ ਦੂਜੇ ਨੰਬਰ ਤੇ ਇੱਕ ਮੇਰਾ ਸੁਪਨਾ ਸੀਗਾ ਛੋਟੇ ਜਿਹੇ ਹੁੰਦੇ ਤੋਂ ਵੀ ਅਮਰੀਕਾ ਜਾਣ ਦਾ, ਤੇ ਉਹ ਮੇਰਾ ਸੁਪਨਾ ਮਤਲਬ ਕਿ ਹੁਣ ਟੁੱਟ ਗਿਆ ਜੀ। ਇੱਕ ਸੁਪਨਾ ਟੁੱਟਿਆ ਤੇ ਸੁਪਨਾ ਇੱਕ ਦੂਜਾ ਮੇਰੇ ਘਰਦਿਆਂ ਦੇ ਅਰਮਾਨ ਟੁੱਟ ਗਏ, ਤੇ ਮੇਰਾ ਵੀ ਕੁਝ ਸੁਪਨੇ ਟੁੱਟ ਗਏ। ਮਤਲਬ ਬਹੁਤ ਜ਼ਿਆਦਾ ਅੰਦਰੋਂ ਅੰਦਰ ਹੀ ਕਈ ਵਾਰ ਮਤਲਬ ਕਿ ਮਨ ਨੂੰ ਫੀਲ ਹੁੰਦਾ ਵੀ ਬਹੁਤ ਬੜਾ ਮਤਲਬ ਕਿ ਗਲਤ ਫੈਸਲਾ ਚੁੱਕ ਲਿਆ ਬਾਹਰ ਜਾ ਕੇ। ਤੁਸੀਂ ਫੀਲ ਕਰਦੇ ਹੋ ਵੀ ਤੁਸੀਂ ਗਲਤ ਸੀਗੇ? ਹਾਂਜੀ, ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਡੌਂਕੀ ਲਗਾ ਕੇ ਜਿਹੜਾ ਬਾਹਰ ਜਾਣ ਦਾ ਤੁਸੀਂ ਫੈਸਲਾ ਲਿਆ ਉਹ ਤੁਸੀਂ ਗਲਤ ਲਿਆ। ਹਾਂਜੀ, ਹਾਂਜੀ। ਪਰ ਇਸ ਚੀਜ਼ ਨੂੰ ਹੁਣ ਤੁਸੀਂ ਰਿਕਵਰ ਵੀ ਕਰ ਸਕਦੇ ਹੋ। ਤੁਸੀਂ ਚਲੋ ਇੱਕ ਜ਼ਿੰਦਗੀ ਦੇ ਵਿੱਚ ਇੱਕ ਵਰਿੰਦਰ ਹਰ ਇੱਕ ਦੇ ਫੇਜ਼ ਆਉਂਦਾ ਹੈ ਵੀ ਐਸਾ ਟਾਈਮ ਆਉਂਦਾ ਵੀ ਜਦ ਬੰਦਾ ਢੇਰੀ ਢਾ ਲੈਂਦਾ। ਪਰ ਮੈਂ ਤਾਂ ਇਹ ਸਮਝਦਾ ਵੀ ਬੰਦਾ ਉਹੀ ਹੈ, ਅਸਲ ਬੰਦਾ ਉਹੀ ਹੈ ਵੀ ਜਿਹੜਾ ਉਸ ਢੇਰੀ ਨੂੰ ਢਾਣ ਤੋਂ ਇਲਾਵਾ ਉਹਨੂੰ ਔਕੜਾਂ ਨੂੰ ਪਾਰ ਕਰਕੇ ਘਰਦਿਆਂ ਨੂੰ ਕੁਝ ਕਰਕੇ ਦਿਖਾਉਂਦਾ। ਹੁਣ ਹਿੰਮਤ ਰੱਖਦੇ ਹੋ ਪੂਰੀ ਕਿ ਘਰਦਿਆਂ ਨੂੰ ਇੱਕ ਨਾਮ ਬਣਾ ਕੇ ਦਿਖਾਓਗੇ ਵੀ ਜਿਹੜੇ ਘਰ ਦੇ ਵੀ ਪ੍ਰਾਊਡ ਫੀਲ ਕਰਨ? ਹਾਂਜੀ, ਮਤਲਬ ਕਿ ਜਿੱਦਾਂ ਹੁਣ ਮੈਂ ਅੱਜ ਤੱਕ ਗਾਣੇ ਗਾਉਂਦਾ ਰਹਿੰਦਾ, ਸ਼ੁਰੂ ਤੇ ਮਤਲਬ ਗਾਣੇ ਗੂਣੇ ਗਾਉਣ ਦਾ ਮੈਨੂੰ ਸ਼ੌਂਕ ਸੀਗਾ। ਤੇ ਮੇਰੇ ਘਰ ਦੇ ਮੈਨੂੰ ਕਹਿੰਦੇ ਵੀ ਰਹਿੰਦੇ ਤੇ ਪੁੱਤ ਗਾਣੇ ਗੂਣੇ ਗਾਈ ਜਾਇਆ ਕਰ। ਤੇ ਮਤਲਬ ਕਿ ਮੈਨੂੰ ਮੈਂ ਗਾਣੇ ਕਈ ਵਾਰ ਆਪਣੇ ਫਰੈਂਡ ਸਰਕਲ ਤੇ ਲੈਂਦਾ ਸੀਗਾ, ਤੇ ਮੈਨੂੰ ਮੈਂ ਇੱਕ ਕੋਸ਼ਿਸ਼ ਕਰਦਾ ਹੁੰਦਾ ਤੇ ਵੀ ਮੈਂ ਕਦੇ ਗਾਣਾ ਲਿਖ ਲਊਂਗਾ ਵੀ ਕਿ ਨਹੀਂ। ਜਦੋਂ ਮੈਂ ਅਮਰੀਕਾ ਦੇ ਵਿੱਚ ਗਿਆ, ਚਲੋ ਮੈਨੂੰ ਅਮਰੀਕਾ ਨਹੀਂ ਮਿਲੀ ਹੈਗੀ, ਚਲੋ ਉਹ ਹਾਲਾਤ ਬਣ ਗਏ, ਉੱਥੋਂ ਹਾਲਾਤ ਬਣਦੇ ਵਕਤ ਮੈਂ ਗਾਣੇ ਲਿਖਣ ਲੱਗ ਗਿਆ। ਤੇ ਮੈਨੂੰ ਆਪਣੇ ਆਪ ਨੂੰ ਇੱਕ ਖੁਸ਼ੀ ਹੁੰਦੀ ਹੈ ਵੀ ਮੈਂ ਖੁਦ ਆਪ ਹੁਣ ਗਾਣਾ ਲਿਖ ਲੈਂਦਾ, ਤੇ ਮੈਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਹੈ। ਤੇ ਮੇਰੇ ਘਰ ਦੇ ਮੈਨੂੰ ਇਹ ਮਤਲਬ ਕਿ ਇੱਕ ਹੌਸਲਾ ਦਿੰਦੇ ਆ ਵੀ ਕਿਆ ਗੱਲ ਪੁੱਤ ਵੀ ਜੇ ਤੈਨੂੰ ਅਮਰੀਕਾ ਨਹੀਂ ਮਿਲੀ, ਕਿਆ ਪਤਾ ਤੈਨੂੰ ਰੱਬ ਨੇ ਮਤਲਬ ਕਿ ਗਾਇਕੀ ਵੱਲ ਨੂੰ ਪਾ ਦੇਣਾ, ਕਿਆ ਪਤਾ ਤੈਨੂੰ ਕੁਛ ਮਤਲਬ ਕਿ ਰੱਬ ਲਿਖੀ ਹੋਊਗੀ। ਬਸ ਇਹ ਚੀਜ਼ ਲਈ ਮਤਲਬ ਕਿ ਮੈਂ ਆਪਣਾ ਸੋਚਿਆ ਹੋਇਆ। ਬਹੁਤ ਬਹੁਤ ਧੰਨਵਾਦ ਵਰਿੰਦਰ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਦਰਸ਼ਕੋ